ਸ਼ੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਦਾ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। 10:12 ਹੋਏ ਨੇ। 28 ਅਪ੍ਰੈਲ ਦਾ ਦਿਨ ਵਰਾ 2023 ਦਾ ਸ਼ੁੱਕਰਵਾਰ ਹੈ ਯੌਮਲ ਯੁਮਾ ਤੇ 15 ਵਿਸਾਖ ਨਾਨਕ ਸ਼ਾਹੀ ਸੰਮਤ ਖਮਸੋ ਮੀਆਂ ਖਮਸੋ ਖਮਸੀਨ ਅਹਲਨ व सहलन ਵਿਸ਼ੂਫਾ ਦੇ ਸ਼ਮਸ਼ ਧੁੱਪ ਦੇਖੋ। ਅੱਜ ਜਿਉਂ ਹੁਣ ਤੋਂ ਸ਼ੁਰੂ ਹੋਣਾ ਹੈ ਪੰਜਾਬ ਤੋਂ ਤੇ ਪੰਜਾਬ ਤੋਂ ਬਾਅਦ ਬਸ ਦੇ ਇੰਟਰਵਿਊ ਮੇਰਾ ਇਹਨਾਂ ਨੇ ਸਾਹ ਕੱਢ ਦੇਣਾ ਹੈ। ਪਿਛਲਾ ਘੰਟਾ ਮੇਰਾ ਪਿੰਡ ਮੇਰੇ ਖੇਤ 'ਚ ਜਾ ਕੇ ਕਿਤੇ ਟਿਕਾਂਗੇ। 604 204 0600 6042040600 ਔਨ ਏਅਰ ਨੰਬਰ ਹੈ ਤੇ 604 729 1224 WhatsApp ਤੇ ਟੈਕਸਟ ਲਈ ਨੰਬਰ ਹੈ। ਮੈਂ ਆਂਦਾ ਹੀ ਧੁੱਪਾ ਗੱਲਾਂ ਬਾਤਾਂ ਸੁਣਾਵਾਂਗੇ ਪਰ ਜਦ ਆਉਂਦਿਆਂ ਨੂੰ ਰਜਿਸਟਰ ਦਿਖਾਇਆ ਸਾਰੇ ਖਾਨੇ ਪੂਰੇ ਨੇ। ਉਹ ਛਤਰੀ ਕੰਨਿਆ ਮੱਲ ਸਾਧੂ ਕਲੂਕਾਲ ਮੈਂ ਛੋੜ ਕੇ 7 ਪੰਜੇ ਥਿੰਦਾ ਦੁੱਧ ਬਦਾਮ ਤੇ ਮਾਂ ਸਾਂਡੇ ਆਹ ਥੋਕ ਬਦਾਮ ਦੇ ਰੱਤ ਪੰਜੇ ਠੱਗੀ ਚੋਰੀਆਂ ਚੁਗਲੀਆਂ ਝੂਠ ਜੂਆ ਇਹ ਸਾਰਾ ਹੀ ਹੈ। ਨਾਲ ਬੈਠੇ ਕਦ ਚੁਗਲੀ ਕਰ ਦੇਣ ਪਤਾ ਹੀ ਨਹੀਂ ਲੱਗਦਾ। ਠੱਗੀ ਚੋਰੀਆਂ ਚੁਗਲੀਆਂ ਝੂਠ ਜੂਆ ਡੋਬ ਦੇਣ ਇਨਸਾਨ ਨੂੰ ਧੱਤ ਪੰਜੇ ਪੁੰਨ ਜਾਪ ਤੇ ਸ਼ਰਮ ਤੇ ਸੱਚ ਸੇਵਾ ਚੰਗੇ ਭਾਗ ਤਾਂ ਮਾਰ ਲੈ ਬੱਤ ਪੰਜੇ ਰੂਈ ਰੇਸ਼ਮ ਉੱਨ ਤੇ ਸਣ ਕਿਉੜਾ ਨਾਰਾਂ ਸਿਆਣੀਆਂ ਲੈਂਦੀਆਂ ਕੱਤ ਪੰਜੇ ਨਾਰਾਂ ਸਿਆਣੀਆਂ ਲੈਂਦੀਆਂ ਕੱਤ ਪੰਜੇ। ਪੰਜ ਦਾ ਬੈਂਤ ਬਾਬੂ ਰਜਵਲੀ ਜੀ ਦਾ। ਇਹ ਪੰਜਾਬ ਨੂੰ ਦੇਸ਼ ਪੰਜਾਬ ਦੇ ਝਰੋਖੇ ਚੋਂ ਸਰਦਾਰ ਨਵਕਿਰਨ ਸਿੰਘ ਪੱਤੀ ਨਾਲ ਨੇ ਤੇ ਪੱਤੀ ਸੇਖਵਾਂ ਬਰਨਾਲਿਓਂ। ਸਰ ਨਵਕਿਰਨ ਸਿੰਘ ਪੱਤੀ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਗਿੱਲ ਸਾਹਿਬ। ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਗਿੱਲ ਸਾਹਿਬ, ਇਹ ਗਮੰਤਰੀ ਕਰਨ ਔਜਲੇ ਦੇ ਨਾਲ ਦੇ ਕਿਉਂ ਫੜ ਲਏ ਪੁਲਿਸ ਨੇ? ਗਿੱਲ ਸਾਹਿਬ, ਇਹ ਕਰਨ ਔਜਲਾ ਜਿਹੜਾ ਪੰਜਾਬੀ ਗਾਇਕ ਪਿਛਲੇ ਦਿਨਾਂ 'ਚ ਚਰਚਾ 'ਚ ਆਇਆ, ਖਾਸ ਕਰਕੇ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਇਹਦੀ ਕਈ ਵਾਰ ਚਰਚਾ ਛਿੜੀ। ਇਹਨੇ ਕਿਹਾ ਸੀ ਕਿ ਮੇਰਾ ਕੋਈ ਰੋਲ ਨਹੀਂ ਹੈ, ਮੇਰਾ ਕੋਈ ਗੈਂਗਸਟਰਾਂ ਨਾਲ ਸੰਬੰਧ ਨਹੀਂ ਹੈ। ਪਰ ਪਿਛਲੇ ਦਿਨੀ ਅਮਰੀਕਾ ਦੇ ਇੱਕ ਵਿਆਹ ਪਾਰਟੀ ਦੇ ਵਿੱਚ ਇਹ ਬੇਕਰਜ਼ਫੀਲਡ ਦੇ ਵਿੱਚ ਲਾਰੈਂਸ ਬਿਸ਼ਨੋਈ ਦੇ ਸਕੇ ਭਾਈ ਦੇ ਨਾਲ ਸਿੱਪੀ ਗਿੱਲ ਨਾਲ ਗਾਇਕ ਸੀ ਇਹ ਭੰਗੜੇ ਪਾ ਰਹੇ ਸੀ। ਉਦੋਂ ਬਾਅਦ ਇਹਦੀ ਹੋਰ ਜ਼ਿਆਦਾ ਜਿਹੜੀ ਹੈਗੀ ਉਹ ਜਾਂਚ ਸ਼ੁਰੂ ਕੀਤੀ ਸਰਕਾਰ ਨੇ। ਤਾਂ ਜਾਂਚ ਦੇ ਵਿੱਚ ਗਿੱਲ ਸਾਹਿਬ ਅੱਜ ਜਿਹੜੀ ਐਂਟੀ ਗੈਂਗਸਟਰ ਟਾਸਕ ਫੋਰਸ ਹੈ ਉਹਨਾਂ ਨੇ ਇਹਦੇ ਮੈਨੇਜਰ ਸਮੇਤ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਸਾਹਮਣੇ ਲਿਆਂਦਾ। ਇੱਕ ਓਂਕਾਰ ਸਿੰਘ, ਸੁਖਜਿੰਦਰ ਸਿੰਘ ਤੇ ਪ੍ਰਭਜੋਤ ਸਿੰਘ। ਇਹਨਾਂ ਦੇ ਉੱਤੇ ਇਲਜ਼ਾਮ ਨੇ ਕਿ ਪੰਜਾਬ ਤੇ ਹੋਰ ਰਾਜਾਂ ਦੇ ਗੈਂਗਸਟਰਾਂ ਅਪਰਾਧੀਆਂ ਦੇ ਲਈ ਇਹ ਜਾਅਲੀ ਪਾਸਪੋਰਟ ਬਣਾਉਂਦੇ ਨੇ। ਇਹਨਾਂ ਦਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੰਟੈਕਟ ਹੈ। ਉਦੋਂ ਬਾਅਦ ਇਹ ਦੇਸ਼ ਚੋਂ ਭੱਜਣ 'ਚ ਮਦਦ ਕਰਦੇ ਨੇ। ਅੰਤਰਰਾਜੀ ਇਮੀਗ੍ਰੇਸ਼ਨ ਟਰੈਵਲ ਏਜੰਟਾਂ ਦਾ ਗਰੋਹ ਇਹਨਾਂ ਦੇ ਨਾਲ ਜੁੜਿਆ ਹੋਇਆਗਾ। ਔਰ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਇਹਨਾਂ ਦੇ ਕਬਜ਼ੇ ਦੇ ਵਿੱਚੋਂ ਗੈਂਗਸਟਰਾਂ ਦੇ ਫਰਜ਼ੀ ਪਾਸਪੋਰਟ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਬਰਾਮਦ ਕੀਤੀਆਂ ਨੇ। ਕੇਸ ਇਹਨਾਂ ਦੇ ਉੱਤੇ ਦਰਜ ਹੋ ਗਿਆਗਾ। ਪੰਜਾਬ ਪੁਲਿਸ ਤੇ ਡੀਜੀਪੀ ਨੇ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਹੈ। ਡੀਜੀਪੀ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾਗਾ ਕਿ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਫੇਕ ਪਾਸਪੋਰਟ ਬਣਾ ਕੇ ਗੈਂਗਸਟਰਾਂ ਨੂੰ ਬਾਹਰ ਭੇਜਣ ਵਾਲਾ ਇਹ 3 ਮੈਂਬਰੀ ਗਰੋਹ ਹੈਗਾ। ਡੀਜੀਪੀ ਨੇ ਗਿੱਲ ਸਾਹਿਬ ਕਿਹਾ ਕਿ ਜਿਹੜਾ ਇਹ ਓਂਕਾਰ ਸਿੰਘ ਹੈ ਜਲੰਧਰ ਦਾ, ਸੁਖਜਿੰਦਰ ਸਿੰਘ ਉਰਫ ਸ਼ਾਰਪੀ ਘੁੰਮਣ ਇਹ ਪਟਿਆਲੇ ਦਾ, ਇਹ ਕਰਨ ਔਜਲੇ ਦਾ ਮੈਨੇਜਰ ਹੈ ਤੇ ਪ੍ਰਭਜੋਤ ਸਿੰਘ ਆ ਜਿਹੜਾ ਉੱਤਰ ਪ੍ਰਦੇਸ਼ ਦੇ ਬਰੇਲੀ ਦਾ ਰਹਿਣ ਵਾਲਾ। 3 ਫੜੇ ਨੇ। ਹਾਲਾਂਕਿ ਇਹ ਵੀ ਪਤਾ ਲੱਗਿਆ ਫੜੇ ਤੋਂ ਵੱਧ ਨੇ। ਕੁਛ ਇਮੀਗ੍ਰੇਸ਼ਨ ਵਾਲੇ ਨਾਲ ਜੁੜੇ ਹੋਏ ਲੋਕ 8 ਦੇ ਲਗਭਗ ਗ੍ਰਿਫਤਾਰੀਆਂ ਦੱਸੀਆਂ ਜਾ ਰਹੀਆਂ ਨੇ। ਗੌਰਵ ਜਾਦਵ ਦਾ ਕਹਿਣਾ ਕਿ ਸ਼ੁਰੂਆਤ ਜਾਂਚ 'ਚ ਪਤਾ ਲੱਗਿਆ ਸੀ ਕਿ ਇਸ ਗਰੋਹ ਦਾ ਇੱਕ ਹੋਰ ਮੈਂਬਰ ਚਰਨਜੀਤ ਸਿੰਘ ਬਰੇਲੀ ਸੀ ਜਿਹਨੇ ਦੀਪਕ ਬਾਕਸਰ ਦਾ ਫੇਕ ਪਾਸਪੋਰਟ ਬਣਾਇਆ ਸੀ। ਉਹਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਦੂਜੇ ਗੈਂਗਸਟਰ ਜਿਵੇਂ ਬੰਬੀਹਾ ਗਰੁੱਪ ਦਾ ਉਹ ਕਹਿੰਦੇ ਵਰਿੰਦਰਪਾਲ ਸਿੰਘ ਹੈ, ਜਸਵਿੰਦਰ ਖੱਟੂ ਹੈ, ਉਹਦੇ ਵੀ ਫੇਕ ਪਾਸਪੋਰਟ ਬਣਾਏ ਗਏ ਸੀ ਔਰ ਇਹਨਾਂ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਹੋ ਗਿਆ। ਹੁਣ ਮਸਲਾ ਗਿੱਲ ਸਾਹਿਬ ਇਹੀ ਹੈਗਾ ਕਿ ਪੰਜਾਬ ਦੇ ਵਿੱਚ ਸਾਡੀ ਮਾਂ ਖੇਡ ਕਬੱਡੀ ਔਰ ਪੰਜਾਬੀ ਗਾਇਕੀ ਇਹਦੇ ਤੇ ਗੈਂਗਸਟਰਾਂ ਦਾ ਛਾਇਆ ਹੈ ਔਰ ਪੰਜਾਬੀ ਗਾਇਕਾਂ ਦੇ ਗੈਂਗਸਟਰਾਂ ਨਾਲ ਸੰਬੰਧਾਂ ਦੀ ਪਿਛਲੇ ਸਮੇਂ ਤੋਂ ਪੋਲ ਖੁੱਲਦੀ ਨਜ਼ਰ ਆ ਰਹੀ ਆ। ਹੁਣ ਅੱਜ ਤਾਂ ਪੁਲਿਸ ਨੇ ਕਰਨ ਔਜਲਾ ਦਾ ਮੈਨੇਜਰ ਫੜ ਲਿਆ। ਜਦੋਂ 4 ਦਿਨ ਪਹਿਲਾਂ ਭੰਗੜੇ ਪਾਉਂਦਾ ਸੀ ਉਦੋਂ ਕਹਿੰਦਾ ਸੀ ਨਹੀਂ ਮੇਰੇ ਨਾਲ ਤਾਂ ਕੋਈ ਵੀ ਆ ਕੇ ਨੱਚਣ ਲੱਗ ਜੇ
ਮੈਂ ਕਿਹੜਾ ਜਾਣਦੇ ਆ। ਤਾਂ ਇੱਥੋਂ ਖੁੱਲਦੀਆਂ ਪੋਲਾਂ, ਇਹ ਤੰਦਾਂ ਨੇ ਜਿਹੜੀਆਂ ਤੰਦਾਂ ਜੁੜੀਆਂ ਹੋਈਆਂ। ਹੁਣ ਇਹ ਸਰਕਾਰ ਤੇ ਹੈ, ਪੁਲਿਸ ਦੇ ਉੱਤੇ ਆ ਵੀ ਕਿੰਨੀਆਂ ਕੁ ਤੰਦਾਂ ਕਿੱਥੋਂ ਤੱਕ ਖੋਲਦੇ ਨੇ, ਕਿਉਂਕਿ ਪਹਿਲਾਂ ਵੀ ਬਹੁਤ ਸਾਰੇ ਮਸਲੇ ਨੇ ਜਿਹੜੇ ਉਹ ਤੰਦਾਂ ਰਾਹ ਵਿੱਚ ਖੁੱਲਣ, ਪੂਰੀਆਂ ਨਾ ਖੁੱਲਣ ਕਰਕੇ ਰਸਤੇ 'ਚ ਰਹਿ ਜਾਂਦੇ ਨੇ ਮਸਲੇ। ਜੀ, ਕਾਂਗਰਸ ਐਮਐਲਏ ਰਾਣਾ ਗੁਰਜੀਤ ਦੀ ਚਰਚਾ ਕਿਉਂ ਛਿੜ ਗਈ, ਕੀ ਹੋਇਆ? ਗਿੱਲ ਸਾਹਿਬ, ਜਲੰਧਰ ਦੀ ਇਲੈਕਸ਼ਨ 'ਚ ਅੱਜ ਪੂਰਾ ਦਿਨ ਰਾਣਾ ਗੁਰਜੀਤ ਦੀ ਚਰਚਾ ਛਿੜੀ ਰਹੀ। ਦੋ ਮਸਲੇ ਵੱਡੇ ਰਾਣੇ ਗੁਰਜੀਤ ਨਾਲ ਜੁੜੇ ਰਹੇ। ਇੱਕ ਮਸਲਾ ਤਾਂ ਇਹ ਹੋਇਆ ਕਿ ਰਾਣੇ ਗੁਰਜੀਤ ਦਾ ਭਤੀਜਾ ਅੱਜ ਆਮ ਆਦਮੀ ਪਾਰਟੀ ਜੁਆਇਨ ਕਰ ਗਿਆ। ਹਰਦੀਪ ਰਾਣਾ ਨੂੰ ਜੁਆਇਨ ਕਰਾਉਣ ਦੇ ਲਈ ਭਗਵੰਤ ਮਾਨ ਵਿਸ਼ੇਸ਼ ਤੌਰ ਤੇ ਗਿਆ। ਭਗਵੰਤ ਮਾਨ ਨੇ ਵੈਸੇ ਅੱਜ ਜਲੰਧਰ 'ਚ ਫਿਰ ਰੋਡ ਸ਼ੋਅ ਕੱਢਿਆ ਕਈ ਥਾਵਾਂ ਦੇ ਉੱਤੇ, ਔਰ ਭਗਵੰਤ ਮਾਨ ਨੇ ਵੀ ਭਾਜਪਾ ਵਾਲਾ ਕੰਮ ਹੀ ਫੜਿਆ ਹੋਇਆ ਵੀ ਆਉਣ ਦਿਓ ਜਿਹੜਾ ਆਉਂਦਾ। ਪਤਾ ਨਹੀਂ ਕਿਹੜੀ ਇਹਨੇ ਸਰਫ ਲਿਆਂਦੀ ਹੋਈ ਹੈ, ਕਿਹੜੀ ਵਾਸ਼ਿੰਗ ਮਸ਼ੀਨ ਹੈ, ਉਹਦੇ 'ਚ ਦੀ ਕਾਲੀ ਵੀ ਕਾਂਗਰਸੀ ਵੀ ਦੇ ਤਰੇ ਦੀ ਲੈ ਤਰੇ ਦੀ ਝਾੜੂ 'ਚ ਸ਼ਾਮਲ ਕਰੀ ਜਾਂਦੇ ਨੇ, ਆਮ ਆਦਮੀ ਬਣਾ ਰੱਖੀ ਜਾਂਦੇ ਨੇ। ਖੈਰ, ਹਰਦੀਪ ਰਾਣਾ ਨੂੰ ਸ਼ਾਮਲ ਕੀਤਾ, ਗੁਰਜੀਤ ਔਜਲੇ ਦੇ ਭਤੀਜੇ ਨੂੰ, ਇਸ ਕਰਕੇ ਚਰਚਾ। ਦੂਜੀ ਚਰਚਾ ਗਿੱਲ ਸਾਹਿਬ ਇਹ ਛਿੜ ਗਈ ਵੀ ਰਾਣਾ ਗੁਰਜੀਤ ਆ ਜਿਹੜਾ ਉਹ ਅੱਜ ਜਲੰਧਰ 'ਚ ਵੋਟਾਂ ਮੰਗਦਾ ਫਿਰਦਾ ਸੀ, ਡੋਰ ਟੂ ਡੋਰ ਕੰਪੇਨ ਕਰ ਰਿਹਾ ਸੀ। ਕਰਦਿਆਂ ਹੋਇਆਂ ਉਹ ਜੇਬ 'ਚੋਂ 500 ਦਾ ਨੋਟ ਕੱਢਦਾ, ਇੱਕ ਔਰਤ ਨੂੰ, ਕੁੜੀ ਨੂੰ ਫੜਾਉਣ ਦੀ ਕੋਸ਼ਿਸ਼ ਕਰਦਾ। ਉਧਰੋਂ ਵੀਡੀਓ ਬਣਨ ਲੱਗ ਗਈ, ਉਹ ਵੀਡੀਓ ਹੋ ਗਈ ਵਾਇਰਲ। ਨੋਟ ਤਾਂ ਉਹਨੇ ਮੋੜ ਕੇ ਜੇਬ 'ਚ ਪਾ ਲਿਆ। ਹੁਣ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਜੀ ਸ਼ਿਕਾਇਤ ਕਰਨ ਜਾ ਰਹੇ ਆ ਚੋਣ ਕਮਿਸ਼ਨ ਕੋਲੇ। ਆਮ ਆਦਮੀ ਪਾਰਟੀ ਨੇ ਮਸਲਾ ਚੱਕ ਲਿਆ ਕਿ ਦੇਖੋ ਰਾਣਾ ਗੁਰਜੀਤ ਤਕੜਾ ਬੰਦਾ, ਪੈਸੇ ਬਣਦਾ ਫਿਰਦਾ। ਉਹ ਕਹਿੰਦਾ ਵੀ ਇਹੋ ਜਿਹਾ ਮਸਲਾ ਨਹੀਂ ਸੀ, ਉਹ ਮੈਨੂੰ ਪਤਾ ਲੱਗਾ, ਕਹਿੰਦਾ ਕੁੜੀ ਕਪੂਰਥਲੇ ਕਣੀ ਦੀ ਆ, ਅਸੀਂ ਤਾਂ ਕਹਿੰਦਾ ਤਾਂ ਦੇਤੇ। ਹੁਣ ਦੇਖੋ, ਇਹ ਰਵਾਇਤ ਤਾਂ ਪੰਜਾਬ 'ਚ ਹੈਗੀ ਆ, ਲੇਕਿਨ ਰਾਣਾ ਗੁਰਜੀਤ ਇਹ ਕੋਈ ਐਡਾ ਭੋਲਾ ਬੰਦਾ ਨਹੀਂ ਹੈਗਾ ਵੀ ਇਹ ਚੁੱਪ ਕਰਕੇ, ਮਤਲਬ ਇਹਨੂੰ ਲੱਗਿਆ ਵੀ ਪਤਾ ਹੀ ਨਹੀਂ ਸੀਗਾ ਵੀ ਐ ਪੈਸੇ ਇਲੈਕਸ਼ਨ 'ਚ ਨਹੀਂ ਦੇ ਸਕਦੇ, ਇਲੈਕਸ਼ਨ ਚੱਲਦੀ ਦੇ ਦੌਰਾਨ। ਬਾਕੀ ਇਹ ਵੀ ਨਹੀਂ ਹੋ ਸਕਦਾ ਵੀ ਇਹਨੂੰ ਇਹ ਨਹੀਂ ਪਤਾ ਹੁੰਦਾ ਵੀ ਚਾਰੇ ਪਾਸੇ ਕੈਮਰੇ ਲੱਗੇ ਹੋਏ ਆ, ਮੋਬਾਈਲ ਅੱਜ ਕੱਲ੍ਹ ਹਰੇਕ ਦੀ ਜੇਬ 'ਚ, CCTV ਚੌਂ ਪਾਸੇ ਲੱਗੇ ਹੋਏ ਨੇ। ਤਾਂ ਇਹ ਕੀ ਕਾਰਨ ਨੇ? ਜਿਹੜੇ ਦੋਨੇ ਪੁਆਇੰਟ ਨੇ, ਭਤੀਜੇ ਦਾ ਆਮ ਆਦਮੀ ਪਾਰਟੀ 'ਚ ਜਾਣਾ, ਰਾਣੇ ਗੁਰਜੀਤ ਦੀ ਵੀਡੀਓ ਵਾਇਰਲ ਹੋਣੀ। ਵੈਸੇ ਵੀ ਰਾਣਾ ਗੁਰਜੀਤ ਕਾਂਗਰਸ ਨਾਲ ਪਿਛਲੇ ਸਮੇਂ ਤੋਂ ਕੋਈ ਬਾਹਲਾ ਜਿਹੜਾ ਗਾ ਉਹ ਚੰਗੇ ਸੰਬੰਧਾਂ ਵਾਲਾ ਨਹੀਂ ਹੈ। ਇਹਦਾ ਮੁੰਡਾ ਕਾਂਗਰਸੀਆਂ ਨੂੰ ਹਰਾ ਕੇ ਆਜ਼ਾਦ ਜਿੱਤਿਆ ਸੀ। ਫਿਰ ਦੂਜੇ ਪਾਸੇ ਸੁਖਪਾਲ ਖਹਿਰੇ ਵਰਗਾ ਦੀ ਲਗਾਤਾਰ ਖੜਕਦੀ ਰਹਿੰਦੀ ਹੈ। ਕੀ ਆ ਮਸਲਾ? ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਸਲੇ ਨੂੰ ਹੋਰ ਜ਼ਿਆਦਾ ਜਿਹੜਾ ਗਾ ਉਹ ਢੋਹਾਂਗੇ। ਜੀ ਗਿੱਲ ਸਾਹਿਬ, ਸਰਕਾਰ ਨੇ ਜੀ ਫੈਸਲੇ ਕਿਹੜੇ ਲਏ ਨੇ? ਵੱਡੇ ਫੈਸਲੇ ਲੈ ਲਏ ਕੋਈ? ਗਿੱਲ ਸਾਹਿਬ, ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਸੀ। ਅਸਲ ਦੇ ਵਿੱਚ ਵੱਡੇ ਫੈਸਲੇ ਤਾਂ ਇਹਨਾਂ ਦੇ ਇਹੀ ਹੈ ਵੀ ਵੱਡਾ ਫੈਸਲਾ ਤਾਂ ਇਹੀ ਸੀ ਵੀ ਚੰਡੀਗੜ੍ਹ ਮੀਟਿੰਗ ਨਹੀਂ ਕੀਤੀ, ਲੁਧਿਆਣੇ ਕਰ ਲਈ। ਸਰਕਾਰ ਇਹਨੂੰ ਵਧਾ ਕੇ ਪੇਸ਼ ਕਰ ਰਹੀ ਹੈ ਵੀ ਦੇਖੋ ਕੈਬਨਿਟ ਦੀ ਮੀਟਿੰਗ ਵੀ ਲੁਧਿਆਣੇ ਕਰਨ ਲੱਗ ਗਏ। ਹੁਣ ਇਹਦੇ ਨਾਲ ਕੀ ਫਰਕ ਪੈਣਾ? ਪ੍ਰਕਾਸ਼ ਸਿੰਘ ਬਾਦਲ ਹੋਰੀ ਬਾਦਲ ਪਿੰਡ ਵੀ ਸੱਦ ਲੈਂਦੇ ਸੀ ਅਫਸਰਸ਼ਾਹੀ ਨੂੰ, ਮਤਲਬ ਉਹਦੇ ਨਾਲ ਇਹ ਤਾਂ ਫੀਲਿੰਗ ਆ ਜਾਂਦੀ ਹੈ ਕਿ ਦੇਖੋ ਮਤਲਬ ਪਿੰਡਾਂ 'ਚ ਸਰਕਾਰ ਚੱਲਦੀ ਹੈ। ਪਰ ਭਗਵੰਤ ਮਾਨ ਹੋਰੀ ਇਹ ਕਹਿ ਕੇ ਵੀ ਲੁਧਿਆਣੇ ਅਸੀਂ ਮੀਟਿੰਗ ਕਰ ਲਈ, ਉਹਦੇ ਨਾਲ ਕੋਈ ਬਹੁਤਾ ਵੱਡਾ ਫਰਕ ਹੈਗਾ ਜਿਹੜਾ ਉਹ ਪੈ ਜਾਊਗਾ, ਉਹ ਨਜ਼ਰ ਨਹੀਂ ਆ ਰਿਹਾ। ਦੇਖੋ, ਉਹਦੇ 'ਚ ਸਰਕਾਰ ਨੇ 2-3 ਫੈਸਲੇ ਕੀਤੇ ਨੇ। ਇੱਕ ਤਾਂ ਇਹ ਕੀਤਾ ਹੈਗਾ ਕਿ ਜਿਹੜਾ ਕਿਸਾਨਾਂ ਨੂੰ ਮੁਆਵਜ਼ਾ ਦੇ ਰਹੀ ਹੈ ਸਰਕਾਰ 15,000 ਪਰ ਏਕੜ, ਜੇ 100% ਨੁਕਸਾਨ ਆ ਜਿਹੜਾ ਉਹ ਕਣਕ ਦੀ ਫਸਲ ਦਾ ਹੋਇਆ ਤਾਂ 10% ਮੁਆਵਜ਼ਾ ਗਾ ਜਿਹੜਾ, ਜਾਣੀ ਜੇ 15,000 ਕਿਸਾਨਾਂ ਨੂੰ ਤਾਂ 1,500 ਮਜ਼ਦੂਰਾਂ ਨੂੰ, ਉਹ 10% ਜਿਹੜਾ ਮਜ਼ਦੂਰਾਂ ਨੂੰ ਦੇਣ ਦਾ ਐਲਾਨ ਵੀ ਅੱਜ ਸਰਕਾਰ ਨੇ ਇਸ ਕੈਬਨਿਟ ਮੀਟਿੰਗ ਦੇ ਵਿੱਚ ਕੀਤਾ ਗਾ। ਇਸ ਤੋਂ ਇਲਾਵਾ ਇਹਨਾਂ ਨੇ ਗਿੱਲ ਸਾਹਿਬ ਮਜ਼ਦੂਰ ਦਿਵਸ ਦੇ 1 ਮਈ ਦੀ ਛੁੱਟੀ ਦਾ ਐਲਾਨ ਵੀ ਹੈ ਜਿਹੜਾ ਉਹ ਸਰਕਾਰ ਨੇ ਕੀਤਾ। ਇਸ ਤੋਂ ਇਲਾਵਾ ਜੇ ਕਿਸੇ ਨੇ ਰਜਿਸਟਰੀ ਕਰਾਉਣੀ ਹੈ ਜ਼ਮੀਨ ਦੀ, ਪਿਛਲੇ ਮਹੀਨੇ ਵੀ ਸੀ, ਐਤਕੀ ਦੇ ਅਪ੍ਰੈਲ ਮਹੀਨੇ ਵੀ ਸੀ, ਉਹਨੂੰ 15 ਮਈ ਤੱਕ ਅੱਗੇ ਕਰਤਾ। ਉਹਦੇ 'ਚ ਕੁਛ ਛੋਟ ਹੈਗੀ ਜਿਹੜੀ 2% ਦੇ ਲਗਭਗ ਉਹ ਸਰਕਾਰ ਦੇ ਰਹੀ ਹੈਗੀ, ਯਾਨੀ ਕਿ ਖਰਚਾ ਘੱਟ ਆਊਗਾ, ਉਹਨੂੰ ਅੱਗੇ ਵਧਾਇਆ ਗਿਆ। ਇਸ ਤੋਂ ਇਲਾਵਾ PAU ਦੇ ਅਧਿਆਪਕਾਂ ਦੀ ਸੋਧੀ ਹੋਈ ਤਨਖਾਹ ਸਕੇਲ ਹੈ ਉਹਨੂੰ ਮਨਜ਼ੂਰੀ ਦਿੱਤੀ ਗਈ ਹੈ। ਉਦੋਂ ਲੋਕਲ ਬਾਡੀਜ਼ ਦੇ ਵਿੱਚ 87 ਪੋਸਟਾਂ ਭਰੀਆਂ ਜਾਣਗੀਆਂ। ਇਸ ਤੋਂ ਇਲਾਵਾ ਜਿਹੜੀ ਡਰੱਗ ਸੈਂਪਲ ਲੈਬ ਆ ਉਹਦੇ 'ਚ ਮੁਲਾਜ਼ਮ ਰੱਖਣ ਦੀ ਪ੍ਰੋਵੀਜ਼ਨ ਹੈ ਜਿਹੜੀ ਦਿੱਤੀ ਗਈ ਹੈ। ਇਹ ਕੁਛ ਫੈਸਲੇ ਨੇ ਜਿਹੜੇ ਉਹ ਲਏ ਗਏ ਨੇ। ਵੈਸੇ ਲੁਧਿਆਣੇ ਮੀਟਿੰਗ ਤਾਂ ਮੈਨੂੰ ਲੱਗਦਾ ਜਲੰਧਰ ਦੇ ਨੇੜੇ ਪੈਂਦਾ, ਜਲੰਧਰ ਦੀ ਇਲੈਕਸ਼ਨ ਨੂੰ ਮੁੱਖ ਰੱਖ ਕੇ ਹੀ ਸਰਕਾਰ ਨੇ ਜਿਹੜਾ ਇਸ ਤਰ੍ਹਾਂ ਦਾ ਸਟੈਪ ਚੱਕਿਆ ਲੱਗਦਾ। ਜੀ, ਬਾਦਲ ਪਰਿਵਾਰ ਨੂੰ ਸੁਪਰੀਮ ਕੋਰਟ ਨੇ ਕਾਹਦੀ ਰਾਹਤ ਦਿੱਤੀ ਹੈ ਜੀ? ਗਿੱਲ ਸਾਹਿਬ, ਬਾਦਲ ਪਰਿਵਾਰ ਨੂੰ ਸੁਪਰੀਮ ਕੋਰਟ ਨੇ ਇੱਕ ਵੱਡੀ ਰਾਹਤ ਹੈਗੀ ਜਿਹੜੀ ਅੱਜ ਉਹ ਦਿੱਤੀ ਹੈ। ਸੁਖਬੀਰ ਸਿੰਘ ਬਾਦਲ ਔਰ ਪ੍ਰਕਾਸ਼ ਸਿੰਘ ਬਾਦਲ ਦਾ ਮਸਲਾ ਹੈਗਾ ਜਿਹੜਾ ਪਿਛਲੇ ਦਿਨੀ ਉਹ ਚਰਚਾ ਦਾ ਵਿਸ਼ਾ ਬਣਿਆ ਸੀ, ਕਿਉਂਕਿ ਹੁਸ਼ਿਆਰਪੁਰ ਦੀ ਇੱਕ ਅਦਾਲਤ ਦੇ ਵਿੱਚ ਬਲਵੰਤ ਸਿੰਘ ਖੇੜਾ
ਨੇ ਇੱਕ ਕੇਸ ਦਾਇਰ ਕੀਤਾ ਸੀ। ਉਹਨੇ ਕਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੇ 2 ਵੱਖ-ਵੱਖ ਸੰਵਿਧਾਨ ਰੱਖੇ ਹੋਏ ਨੇ। ਉਹ ਕਹਿੰਦੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੋਲੇ ਜਾ ਕੇ ਇਹ ਹੋਰ ਸੰਵਿਧਾਨ ਰੱਖਦੇ ਨੇ, ਉੱਥੇ ਧਰਮ ਨਿਰਪੱਖ ਪਾਰਟੀ ਹੋਣ ਦਾ ਦਾਅਵਾ ਕਰਦੇ ਨੇ, ਤੇ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਕੋਲ ਜਾ ਕੇ ਦੂਸਰਾ ਸੰਵਿਧਾਨ ਰੱਖਦੇ ਨੇ, ਉੱਥੇ ਸਿੱਖਾਂ ਦੀ ਨੁਮਾਇੰਦਾ ਪਾਰਟੀ ਹੋਣ ਦੀ ਗੱਲ ਕਰਦੇ ਨੇ। ਔਰ 2 ਸੰਵਿਧਾਨ ਦੇ ਮਸਲੇ ਦੇ ਵਿੱਚ ਹੁਸ਼ਿਆਰਪੁਰ ਦੀ ਅਦਾਲਤ ਨੇ ਜਿਹੜਾ ਹੈਗਾ ਉਹ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਜਿਹੜਾ ਫੈਸਲਾ ਗਾ ਉਹ ਦਿੱਤਾ ਸੀਗਾ। ਔਰ ਜਾਲਸਾਜ਼ੀ ਤੇ ਧੋਖਾਧੜੀ ਦੇ ਕਥਿਤ ਕੇਸ ਦੇ ਵਿੱਚ ਪੰਜਾਬ ਦੀ ਹੁਸ਼ਿਆਰਪੁਰ ਅਦਾਲਤ ਨੇ ਇਹਨਾਂ ਆਗੂਆਂ ਖਿਲਾਫ ਸੰਮਣ ਦੇ ਹੁਕਮ ਦਿੱਤੇ ਸੀਗੇ। ਤਾਂ ਮਸਲਾ ਹਾਈ ਕੋਰਟ ਹੁੰਦਾ ਹੋਇਆ ਸੁਪਰੀਮ ਕੋਰਟ ਜਾ ਪਹੁੰਚਿਆ। ਸੁਪਰੀਮ ਕੋਰਟ ਦੇ ਵਿੱਚੋਂ ਅੱਜ ਇਸ ਕੇਸ ਦੇ ਵਿੱਚ ਜਾਲਸਾਜ਼ੀ ਧੋਖਾਧੜੀ ਦੇ ਮਾਮਲੇ ਦੇ ਵਿੱਚ ਬਾਦਲ ਪਰਿਵਾਰ ਨੂੰ ਇੱਕ ਵੱਡੀ ਰਾਹਤ ਆ ਗਈ ਜਿਹੜੀ ਉਹ ਮਿਲੀ ਹੈਗੀ। ਜੀ ਗਿੱਲ ਸਾਹਿਬ, ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੇ ਘਰ ਤੇ ਸੋਨੇ ਦੇ ਕੁੰਡੇ ਲਾਤੇ ਉਹਨੇ ਤਖਤਿਆਂ ਨੂੰ। ਇੰਨਾ ਪੈਸਾ ਖਰਚ ਹੋ ਗਿਆ ਬਣਾਉਣ ਨੂੰ ਜਾਂ ਰਿਪੇਅਰ ਕੀਤੀ ਹੈ ਹਲੇ? ਗਿੱਲ ਸਾਹਿਬ, ਰਿਪੇਅਰ ਤੇ 45 ਕਰੋੜ ਰੁਪਇਆ ਖਰਚ ਸਰਕਾਰੀ ਮਕਾਨ ਦੀ। ਜਦ ਗਲ 'ਚ ਗਮਛਾ ਪਾ ਕੇ ਤੁਰਦੇ ਨੇ ਤੇ ਕੈਂਚੀ ਚੱਪਲ ਪਾਈ ਹੁੰਦੀ ਹੈ, ਝੱਗਾ ਬਾਹਰ ਕੱਢਿਆ ਹੁੰਦਾ, ਕਹਿੰਦਾ ਕਿੰਨਾ ਸਾਊ ਬੰਦਾ, ਸਸਤਾ ਲੱਗਦਾ ਬਹੁਤ। ਜੀ ਗਿੱਲ ਸਾਹਿਬ, ਵਾਕਈ ਵੈਗਨਰ ਗੱਡੀ ਹੁੰਦੀ ਇਹਦੇ ਕੋਲੇ, ਔਰ ਮਫਲਰ ਪਾਇਆ ਹੁੰਦਾ ਤੇ ਸ਼ਰਟ ਬਾਹਰ ਕੱਢੀ ਹੁੰਦੀ, ਤੇ ਗੱਲਾਂ ਸਟੇਜ ਤੇ ਜਾ ਕੇ ਟੋਪੀ ਪਾ ਕੇ ਕਰਦਾ ਹੁੰਦਾ। ਵੀ ਕਹਿੰਦਾ ਮੈਂ ਇਹਦੀ ਵੀਡੀਓ ਸੁਣ ਰਿਹਾ ਸੀ, ਅੱਜ ਖਹਿਰਾ ਹੋਰਾਂ ਨੇ ਟਵੀਟ ਵੀ ਕੀਤਾ ਹੋਇਆ ਵੀਡੀਓ। ਉਹਦੇ 'ਚ ਗਿੱਲ ਸਾਹਿਬ ਇਹ ਕਹਿ ਰਿਹਾ, 13 ਦੀ ਵੀਡੀਓ ਹੈ, ਕਿ ਮੁੱਖ ਮੰਤਰੀ ਨੂੰ ਕੀ ਚਾਹੀਦਾ? 2-4 ਕਮਰਿਆਂ ਦਾ ਘਰ, ਬਸ ਪੈਣ ਨੂੰ 2-4 ਕਮਰੇ ਚਾਹੀਦੇ ਆ, ਹੋਰ ਕੀ ਹੈ? ਮੈਂ ਕਹਿੰਦਾ ਜੇ ਮੁੱਖ ਮੰਤਰੀ ਵੀ ਬਣ ਜਾ, ਕਿੱਥੇ ਮਰਜੀ ਜਾਵਾਂ, 2-4 ਕਮਰੇ ਹੋਣ, ਆਮ ਸਿੰਪਲ ਜ਼ਿੰਦਗੀ ਹੋਵੇ। ਪਤੰਦਰ ਨੇ 45 ਕਰੋੜ ਰੁਪਇਆ ਰੈਨੋਵੇਸ਼ਨ ਤੇ ਖਰਚਤਾ। ਲੋਕਾਂ ਦਾ ਪੈਸਾ ਹੈ, ਮਹਿੰਗੇ ਗਿੱਲ ਸਾਹਿਬ ਟੈਲੀਵਿਜ਼ਨ ਲੱਗੇ ਹੋਏ ਨੇ ਘਰੇ। ਹੁਣ ਜੇ ਦੇਖਣਾ ਹੋਵੇ ਵੀ ਉਹਦੇ 'ਚ ਖਬਰਾਂ ਹੀ ਦੇਖਣੀਆਂ ਨੇ, ਉਹ ਵੀ ਪਤਾ ਨਹੀਂ ਟਾਈਮ ਲੱਗਦਾ ਉਹ ਪਤਾ ਹੀ ਨਾ, ਤੇ ਪਰਦੇ, CCTV ਕੈਮਰੇ, ਬੜਾ ਕੁਛ, ਮਤਲਬ ਉਹ ਲਗਜ਼ਰੀ ਸਹੂਲਤਾਂ ਹੋਣਗੀਆਂ ਜਿਹੜੀਆਂ ਸਾਰਿਆਂ ਦੇ ਆਮ ਤੌਰ ਦੇ ਉੱਤੇ ਹੁੰਦੀਆਂ ਨੇ। ਹੁਣ ਇਹ ਕੁਛ ਦੂਜੇ ਮੁੱਖ ਮੰਤਰੀ ਕਰਦੇ ਆਏ ਨੇ, ਨੋ ਡਾਊਟ। ਹੁਣ ਜਿਹੜੇ ਬਦਲਾਅ ਦੀ ਗੱਲ ਕਰਦੇ ਨੇ, ਜਿਹੜੇ ਇਨਕਲਾਬ ਦੀ ਗੱਲ ਕਰਦੇ ਨੇ, ਜਿਹੜੇ ਇਹ ਗੱਲ ਕਰਦੇ ਨੇ ਵੀ ਅਸੀਂ ਤਾਂ ਦੇਖੋ ਜੀ ਲੋਕਾਂ ਲਈ ਪਾਰਟੀ ਖੜੀ ਕੀਤੀ ਹੈ, ਉਹ ਜਦੋਂ ਇਹੋ ਜਿਹਾ ਕੁਛ ਕਰਦੇ ਨੇ ਉਦੋਂ ਲੋਕਾਂ ਨੂੰ ਗੁੱਸਾ ਬਹੁਤ ਚੜ੍ਹਦਾ। ਸੋ ਅਰਵਿੰਦ ਕੇਜਰੀਵਾਲ ਨੇ ਜੋ ਇਹ ਕੀਤਾ ਹੈਗਾ, ਉਹ ਜਿਹੜੀਆਂ ਉਹ ਪਹਿਲਾਂ ਗੱਲਾਂ ਕਰਦੇ ਸੀ ਬਦਲਾਅ ਵਾਲੀਆਂ, ਉਹਦੇ ਤੇ ਖਰਾ ਨਹੀਂ ਉਤਰਦਾ। ਜੀ, ਚੀਨ ਦਾ ਰੱਖਿਆ ਮੰਤਰੀ ਭਾਰਤ ਦੇ ਦੌਰੇ ਤੇ ਹੈ, ਸੁਲਾ ਹੋ ਜੂ ਸਵਾਰ ਕੇ ਜਾਂ ਉੱਪਰੋਂ ਹੀ ਆ ਕੰਮ? ਦੇਖੋ ਗਿੱਲ ਸਾਹਿਬ, ਇਹ ਮਸਲਾ ਨਾ ਅਸਲ ਦੇ ਵਿੱਚ ਪਿਛਲੇ ਸਮੇਂ ਤੋਂ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ। ਭਾਰਤ ਨੇ ਪਹਿਲਾਂ ਅਮਰੀਕਾ ਨਾਲ ਜੋਟੀ ਪੈਂਦੀ ਸੀ, ਔਰ ਅਮਰੀਕਾ ਜਿਵੇਂ ਕਹਿੰਦਾ ਸੀ, ਖਾਸ ਕਰਕੇ ਮਤਲਬ 1990 ਤੋਂ ਲੈ ਕੇ ਮਨਮੋਹਨ ਸਿੰਘ ਹੋਰਾਂ ਦੇ ਵੇਲੇ, ਕਾਂਗਰਸ ਦੇ ਵੇਲੇ ਖਾਸ ਕਰ, ਉਸ ਤੋਂ ਬਾਅਦ ਨਰਿੰਦਰ ਮੋਦੀ ਦੀ ਪਹਿਲੀ ਟਰਮ ਦੇ ਵਿੱਚ ਵੀ ਮਤਲਬ ਅਮਰੀਕਾ ਦੇ ਅੱਗੇ ਗੋਡੇ ਟੇਕੇ ਹੋਏ ਸੀ, ਜੇ ਸਿੱਧੇ ਤੌਰ ਤੇ ਕਹਿਣਾ ਹੋਵੇ ਭਾਰਤੀ ਸਰਕਾਰਾਂ ਨੇ। ਤਾਂ ਹੁਣ ਅਮਰੀਕਾ ਵਾਲੇ ਪਾਸਿਓਂ ਚ ਨਵਕਿਰਨ, ਉੱਥੇ ਗੱਲ ਉੱਥੋਂ ਹੀ ਪੂਰੀ ਕਰਿਓ ਜੀ, ਚੀਨ ਦੇ ਰੱਖਿਆ ਮੰਤਰੀ ਦੇ ਦੌਰੇ ਦੀ। ਜੀ ਗਿੱਲ ਸਾਹਿਬ, ਦੇਖੋ ਇਹ ਜਿਹੜਾ ਚੀਨ ਦਾ ਰੱਖਿਆ ਮੰਤਰੀ ਹੈ, ਚੀਨ ਦੀ ਫੌਜ ਦਾ ਵੀ ਅਹਿਮ ਅੰਗ ਹੈਗਾ, ਔਰ ਇਹ ਚੀਨ ਦੀ ਫੌਜ ਦੇ ਵਿੱਚ ਜਿਹੜੇ ਪਿਛਲੇ ਸਮੇਂ ਦੇ ਵਿੱਚ ਕੁਝ ਤਬਦੀਲੀਆਂ ਹੋਈਆਂ, ਉਹਦਾ ਕਰਤਾ ਧਰਤਾ ਇਹ ਮੰਨਿਆ ਜਾਂਦਾ ਹੈਗਾ। ਔਰ ਇਹ ਰੱਖਿਆ ਮੰਤਰੀ ਦੀ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ 45 ਮਿੰਟ ਦੇ ਲਗਭਗ ਮੁਲਾਕਾਤ ਹੋਈ ਹੈ, ਔਰ ਦੋਵਾਂ ਮੰਤਰੀਆਂ ਨੇ ਮਈ 2020 ਤੋਂ ਪੂਰਬੀ ਲਦਾਖ ਖੇਤਰ 'ਚ ਬਣੇ ਟਕਰਾਅ ਤੇ ਵਿਸ਼ੇਸ਼ ਤੌਰ ਤੇ ਚਰਚਾ ਕੀਤੀ ਹੈ। ਬੈਠਕ ਦੇ ਵਿੱਚ ਰਾਜਨਾਥ ਸਿੰਘ ਨੇ ਲੀ ਨੂੰ ਕਿਹਾ ਕਿ ਅਸਲ ਕੰਟਰੋਲ ਰੇਖਾ ਜਿਹੜੀ LAC ਹੈ, ਉਹਦੇ ਸਾਰੇ ਮੁੱਦਿਆਂ ਦਾ ਹੱਲ ਮੌਜੂਦਾ ਦਵੱਲੇ ਸਮਝੌਤਿਆਂ ਮੁਤਾਬਕ ਹੀ ਕੱਢਿਆ ਜਾਣਾ ਚਾਹੀਦਾ ਹੈਗਾ। ਦੇਖੋ ਇਹ 'ਚੋਂ ਆਸ ਉਮੀਦ ਤਾਂ ਇਹੀ ਬਣਦੀ ਹੈ ਕਿ ਭਾਰਤ ਤੇ ਚੀਨ ਦੇ ਆਪਸੀ ਜਿਹੜੇ ਸੰਬੰਧ ਨੇ ਆਉਣ ਵਾਲੇ ਸਮੇਂ 'ਚ ਸੁਖਾਵੇਂ ਹੋਣਗੇ। ਤੇਲ ਕਣੀਓ ਵੀ ਜਿਹੜੀ ਡਿਪੈਂਡੈਂਸੀ ਆ ਉਹ ਭਾਰਤ ਦੀ ਰੂਸ ਵਾਲੇ ਪਾਸੇ ਨੂੰ ਵੱਧ ਰਹੀ ਹੈ। ਸੋ ਇਹ ਸੰਬੰਧਾਂ ਦਾ ਜਿਹੜਾ ਫੇਰ ਬਦਲ ਹੈ ਉਹ ਵੀ ਨਜ਼ਰ ਆ ਰਿਹਾ ਹੈ। ਜੀ ਲਓ ਜੀ, ਫਿਰ ਸੋਮਵਾਰ ਨੂੰ ਹੋਏਗੀ ਮੁਲਾਕਾਤੀ ਸੱਜ ਰਹੇ, ਤੇ ਆਪਣਾ ਖਿਆਲ ਰੱਖਿਓ। ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਜੀ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਸਰਦਾਰ ਨਵਕਿਰਨ ਸਿੰਘ ਪੱਤੀ ਸੇਖਵਾਂ ਬਰਨਾਲਿਓਂ ਗੱਲਬਾਤ ਕਰ ਰਹੇ ਸੀ। ਹੁਣ ਮੇਰੇ ਨਾਲ ਲੀਡਰ ਆਫ ਅਫੀਸ਼ੀਅਲ ਆਪੋਜੀਸ਼ਨ ਆਨਰੇਬਲ ਪੀਅਰ ਪੋਲੀਐਵ ਗੱਲਬਾਤ ਕਰਨਗੇ। ਪੀਅਰ ਪੋਲੀਐਵ ਪਿਛਲੇ ਦਿਨੀ ਸਰੀ ਨਗਰ ਕੀਰਤਨ ਦੇ ਵਿੱਚ, ਖਾਲਸਾ ਸਾਜਨਾ ਦੇ ਨਗਰ ਕੀਰਤਨ 'ਚ ਸ਼ਾਮਲ ਹੋਏ ਸੀ। ਪਹਿਲਾ ਉਹਨਾਂ ਦਾ ਵੱਡਾ ਨਗਰ ਕੀਰਤਨ ਸੀ, ਉਹ ਭਾਈਚਾਰੇ ਦਾ ਧੰਨਵਾਦ ਕਰਨਾ ਚਾਹੁੰਦੇ ਨੇ। ਲਓ ਜੀ, ਹੁਣੇ ਹੀ ਗੱਲਬਾਤ
ਮਿਸਟਰ ਪੋਲੀਐਵ ਦੇ ਨਾਲ ਸ਼ੁਰੂ ਕਰਦੇ ਹਾਂ, ਲੀਡਰ ਆਫ ਆਪੋਜੀਸ਼ਨ। ਜਿਸ ਤਰ੍ਹਾਂ ਪਹਿਲਾਂ ਦੱਸਿਆ ਸੀ, ਗੱਲਬਾਤ ਕਰਦੇ ਤੇ ਡਿਸਕਨੈਕਟ ਹੋ ਗਈ ਸੀ। ਮਿਸਟਰ ਪੋਲੀਐਵ, ਗੁੱਡ ਮਾਰਨਿੰਗ, ਕੈਨ ਯੂ ਹੀਅਰ ਮੀ ਨਾਓ? I can hear you. Great to be with you. Thank you so much for your time. And how you describe our last week Nagar Kirtan, Baisakhi Khalsa Day Parade? You were here and you spent about hours, over 2 to 3 hours, and walk on 128. What are your experience out of it? Waheguru Ji Ka Khalsa, Waheguru Ji Ki Fateh. Yes, it was fantastic. What an incredible event. I understand there were 600,000 people, which has got to make it one of the biggest parades of any kind anywhere in North America. It was wonderful to celebrate with people. They were in a festive spirit. I was given a beautiful and warm welcome by the people. I also enjoyed celebrating the harvest. As you know, Harjeet, in my culture, we have Thanksgiving. Yes. And that, too, is a harvest festival. It Yes. was created by North Americans who wanted to celebrate the harvest coming in from the farm field after having planted the crops and cultivated the fields. And Sikhs have the same thing when they celebrate the harvest festival, the spring harvest festival. And to me, the harvest is about getting rewarded for your work. It's bringing in all of the fruits of your labor. And what I want to do is give Canadians the chance to bring home more of their paycheck with lower taxes that reward hard work. So for me, it was a symbol of kind of what I want to achieve, making the country work for the people who work. I witnessed so many people when they were meeting of all ages and professional, some of the youngster just like my son's age, and when they were meeting you and even your security, your organizer wants to move you, move, but you were just very nicely meeting them and listening them and wrap that meeting up and moving to the next. Most of them, they were just chanting and saying, overwhelmed, you will be my prime minister, you will be my prime minister. That is a strange statement in political field and political spectrum. How you take that? Well, I was deeply humbled by it. It would be an honor to serve those wonderful people. I met a lot of young people, Harjeet, who struggled to get a home. They've done everything right. They followed the rules. They have a good job. They got educated. And yet, housing prices have doubled under Trudeau. The cost of a mortgage has doubled. The cost of rent has doubled. The minimum down payment required has doubled. And that's left a lot of young people unable to afford a home. So what I was saying to them is, look, we have to build more houses. We have the fewest houses per capita of any country in the G7, even though we have the most land to build on. I'm going to require that municipalities speed up and lower the cost of building permits if they want to get infrastructure money. Those that build faster will get more money. Those that build slower, that block building, will get a fine. And that I'm going to require every federally funded transit station to have high-density housing around it. And even on top of the station. That way our young people and seniors don't even need to own cars. I'm going to sell off 6,000 federal buildings to turn them into affordable housing for our young people. In other words, let's bring homes youth and workers can afford. And that is, I think, why we had so many young people at the parade coming to talk to me. They worked hard. They want a home. Let's bring it home. And did you enjoy food? We had a pink spice tea together. Did you try other food too? Yeah, everything was very delicious. We stopped and snacked everywhere along the parade route. I even think I served a few burger. They had, I think it was some sort of a lentil burger of some kind. Yes. They were serving there, and I was able to give a few of those out. So obviously food is one of the most exciting part of the festival. So what a wonderful privilege for me to be included by Canada's Sikh community in this parade. And I hope it's the first of many more. You were on tractor too. I saw your video. You were on tractor with Tracy, with the Jasraj.
Did you enjoy the sound? Ford tractor. Yes, yes. It reminded me of my upbringing. I come from the prairies originally, Yes. so I have a lot of rural relatives, and of course, many Sikh people come from an agricultural background. The Punjab is one of the most fertile agricultural regions in the world, and so I think that's one of the reasons why Canadians and Sikhs have so much in common, so much farming roots in both communities, in all of our communities, and that's what I liked about the whole engagement. Common sense people. We need common sense back. Whether it's on crime. Right now we have this catch and release policy that allows the repeat violent criminals to go back out into the streets, reoffend over and over and over and over. There's no common sense in that. We need a common sense criminal justice reform to put repeat violent criminals behind bars to keep our streets safe. We need common sense in our finances as well. Right now it doesn't pay to work. You can't bring home the harvest. You work all year, but then the government takes with income tax, payroll tax, gas tax, carbon tax, nothing left. I want to cut taxes so people bring home more of each dollar they earn, and hard work pays off. That's common sense. So in other words, I think the tractor to me symbolizes the common people, the common sense, and our common home, Canada. Before I get to Ottawa, I have to register my obligation that I try to take to you to my radio station, Sher Punjab. We were left and you went to everywhere. This is the organization, the committee who was ground on the Nagar Kirtan. It's none of your fault. They would have put our name also in that list. Yes, I want to get to Sher Punjab, and I'll come and visit you in the studio. So I apologize for that. I should have been there at the Sher Punjab station, and I'm going to make sure I'm there next time. As soon as I'm back in Vancouver, I'll be coming to see Sher Punjab in person. But I was happy to go to meet with some local business leaders in your home, who were able to share some of their insights and input. But please tell all of my friends at Sher Punjab that I apologize for the confusion, and I can't wait to see them in person. All of that roundtable professionals from all age, they are everyone. When you left, they are full with the gratitude, and they are saying thank you to you. And let's get to Ottawa. And you are singing very good song other day. Yes, New York. The buddy came back. What's that? The buddy came back from New York. No, he's still there. Okay. He's in New York celebrating, and he's with the rich and famous in New York, enjoying life, of course, at our expense. But this has become Justin Trudeau. He's out of touch and out of the country. And last question before we wrap it up. Bill C-11 is, I think, passed in Senate, and it's waiting for royal assent. And what you can do about it? This online, whatever we can see and watch and say, that will be, I think, getting out of our Canadian culture, and this will be against the liberty, human rights. And what party can do about it? Well, look, we're going to keep fighting. I'm asking Canadians to sign up directly for my newsletter so that I can communicate with them by email and text message without any censorship, so that even if the government censors what you can see and say on the internet, they will still get a direct message from me to tell them the truth. So go to conservative.ca and sign up immediately to get our direct communications. Secondly, we are encouraging people to tell their MPs that this bill has to be repealed. Third, we're looking at whether we can challenge this law in court to protect freedom of expression. And fourth, I'll be asking the tech companies to inform us if the government tries to censor anything by directing them to take things down off the internet. So those are some of the steps, the action plan I'm taking to protect free speech. I won't be silenced, and I won't allow Canadians to be silenced by Justin Trudeau's attempts to censor the internet. Mr. Poilievre, I know you have to get another interview in 2 minutes, so thank you so much again. You are always accessible and waiting for your
next trip to the west and we'll sit in studio and talk. Thank you and enjoy your weekend. I think you will be busy on weekend in GTA and here and there, but still, best wishes. Thank you very much, my friend. Great to be with you out in BC. We'll see you soon, Harjeet. Look, it's common sense. Let's bring it home. Thank you so much. Bye now. Bye. ਹੁਣ ਥਿੰਕ ਇੰਸ਼ੋਰੈਂਸ ਤੋਂ ਸਰਦਾਰ ਪਰਮਿੰਦਰ ਸਿੰਘ ਥਿੰਦ ਨਾਲ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ। ਸਟੂਡੀਓ ਪਹੁੰਚੇ ਨੇ, ਤਰੋ ਤਾਜ਼ਾ, ਗਰਮੀ ਡਿਕਲੇਅਰ ਕੀਤੀ ਹੈ, ਟੀ-ਸ਼ਰਟ ਕਾਲੀ ਪਾਈ ਹੈ ਤੇ ਚਿੱਟੀ ਪੈਂਟ। ਹੀ ਇਜ਼ ਸ਼ਾਈਨਿੰਗ ਟੁਡੇ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਗਿਲ ਸਾਹਿਬ, ਤੁਹਾਨੂੰ ਤੇ ਸਾਰਿਆਂ ਨੂੰ ਮੇਰੇ ਵੱਲ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਕਹਿੰਦੇ ਟਿਕਟੌਕ ਸਟਾਰ ਬਣ ਗਏ ਤੁਸੀਂ। ਨਹੀਂ ਜੀ, ਕਾਹਦੇ ਸਟਾਰ ਜੀ, ਬਸ ਕਹਿੰਦੇ ਜ਼ਮੀਨ ਤੇ ਹੀ ਰਹਿਣੇ ਆ। ਬਹੁਤ ਬੰਦੇ ਵੇਖਦੇ ਆ 54-55 ਹਜ਼ਾਰ ਨੂੰ ਦਾ ਵੇਖ ਲੈਣਾ। ਤੇ ਅੰਟੈਰੀਓ ਦੇ ਵਿੱਚੋਂ ਅੰਟੈਰੀਓ ਤੱਕ ਹੁਣ ਸੇਵਾਵਾਂ ਸ਼ੁਰੂ ਹੋ ਗਈਆਂ। ਹਾਂਜੀ ਬਾਈ ਜੀ, ਜਦ ਤੱਕ ਆਪਾਂ ਸ਼ੁਰੂ ਕੀਤਾ ਆਪਾਂ ਨੂੰ ਹੁਣ 4 ਸਾਲ ਹੋ ਗਏ ਜੀ ਅੰਟਾਰੀਓ 'ਚ ਸਰਵਿਸਿਜ਼ ਦਿੰਦੇ ਹਾਂ। ਅੰਟਾਰੀਓ ਤੋਂ ਬਹੁਤ ਆਪਾਂ ਨੂੰ ਕਾਲਸ ਆਉਂਦੀਆਂ ਨੇ ਤੇ ਬਹੁਤ ਭਰਵਾਂ ਹੰਗਾਰਾ ਮਿਲਿਆ। BC ਇੰਟੀਰੀਅਰ ਤਾਂ ਆਪਣੇ ਸੀਗਾ ਆਇਰਲੈਂਡ ਤੋਂ, ਪਰ ਜਿਹੜਾ ਐਤਕੀ ਆਪਾਂ ਸੁਪਰ ਵੀਜ਼ੇ ਦਾ ਐਕਸਕਲੂਸਿਵਲੀ ਜਿਹੜਾ ਥਿੰਕ ਇੰਸ਼ੋਰੈਂਸ ਨੇ ਜਿਹੜਾ ਵਿਸਾਖੀ ਜਿਹੜਾ ਨਗਰ ਕੀਰਤਨ ਵਾਸਤੇ ਆਪਾਂ ਨੂੰ ਸਪੈਸ਼ਲ ਆਫਰ ਸਿਰਫ ਥਿੰਕ ਇੰਸ਼ੋਰੈਂਸ ਨੂੰ ਮਿਲੀ ਸੀਗੀ। ਸਾਰੇ ਜਿਹੜੇ ਆਪਣੇ ਪਰਿਵਾਰ ਨੇ ਲੱਖਾਂ ਡਾਲਰ ਕਮਿਊਨਿਟੀ ਨੇ ਸੇਵ ਕੀਤੇ ਨੇ ਬਾਈ ਜੀ। ਆਪਾਂ 400 ਤੋਂ ਉੱਪਰ ਸੁਪਰ ਵੀਜ਼ਾ ਕੀਤੇ ਜਾਂ 13 ਅਪ੍ਰੈਲ ਤੋਂ ਆਪਣੇ ਕੋਲ ਪ੍ਰਮੋਸ਼ਨ ਆਈ ਸੀ। ਅਤੇ ਜੇ ਆਪਾਂ ਆਮ ਜੇ ਫੈਮਿਲੀ ਦੀ ਗੱਲ ਕਰਦੇ ਹਾਂ, $1000 ਈਚ ਫੈਮਿਲੀ ਨੇ ਸੇਵ ਕੀਤਾ ਮਿਨੀਮਮ। ਅਤੇ ਹੁਣ ਤੁਸੀਂ ਲਾ ਲਓ 400 ਤੋਂ ਉੱਤੇ ਕਿੰਨੇ ਲੱਖਾਂ ਡਾਲਰ ਪਰਿਵਾਰਾਂ ਨੇ ਸੇਵ ਕਰ ਲਿਆ ਸੁਪਰ ਵੀਜ਼ੇ 'ਚ। ਅੱਛਾ ਜੀ, ਕੀ ਹੈ ਇਹ ਤੁਹਾਡੀ ਆਫਰ? ਜਦ $978 ਤੁਸੀਂ ਭੇਜਦੇ ਹੋ, ਮੈਨੂੰ ਇਹ ਲੱਗਦਾ $978 'ਚ ਸੁਪਰ ਵੀਜ਼ੇ ਦਾ ਇੰਸ਼ੋਰੈਂਸ ਹੋ ਰਿਹਾ। ਕਿੱਥੇ ਇੰਨੀ ਮਹੀਨੇ ਦੀ ਜਿਹੜੀ ਹੈ ਉਹ ਕਿਸ਼ਤ ਸੀ? ਹਾਂਜੀ ਬਾਈ ਜੀ, ਇਹ $918 ਨੇ। $18 ਹਾਂਜੀ। ਪਹਿਲੀ ਗੱਲ ਤਾਂ ਇਹ ਕਲੀਅਰ ਕਰਦੇ ਹਾਂ ਜੀ, ਇਹ ਸਿਰਫ ਜਿਹੜੀ ਕਵਰੇਜ ਹੈਗੀ ਹੈ, ਇੱਕ ਹੈ ਵੀ ਜਿਹੜੇ ਐਕਸਕਲੂਸਿਵ ਜਿਨ੍ਹਾਂ ਕੋਲ ਇਨਫੋਰਮੇਸ਼ਨ ਹੁੰਦੀ ਕਈ ਨਕਰਮਾਨ ਵਾਲਿਆਂ ਨੇ ਆਪਣੇ ਸਵੇਰੇ ਸੁਣ ਕੇ ਸ਼ਾਮ ਨੂੰ ਦੂਜੇ ਲਾਤੀ, ਆਫਰ ਨਹੀਂ ਹੁੰਦੀ, ਫਿਰ ਉਹ ਕਹਿੰਦੇ ਵੀ ਕਾਲਾ ਮਾਲਾ ਕਰ ਦਿਓ। ਹੁਣ ਇਹ ਵੀ ਜਿਹੜੀ ਇਨਫੋਰਮੇਸ਼ਨ ਹੈਗੀ ਇਹ ਸਿਰਫ 60 ਸਾਲ ਤੋਂ ਥੱਲੇ ਨਹੀਂ ਹੈਗੀ, ਇਹ ਜਿਹੜੀ ਹੈਗੀ ਹਰੇਕ ਏਜ ਵਾਸਤੇ ਹੈਗੀ ਹੈ। ਸਾਰਿਆਂ ਵਾਸਤੇ ਡਿਸਕਾਊਂਟ ਹੈਗਾ, ਵੀ ਇਹ ਨਹੀਂ ਵੀ 60 ਸਾਲ ਤੋਂ ਥੱਲੇ ਹੈ। ਅਤੇ $918 ਉਹਨਾਂ ਵਾਸਤੇ ਹੈਗੇ, ਆਪਾਂ ਸੌਖੇ ਤਰੀਕੇ ਨਾਲ ਸਮਝਾਉਣ ਵਾਸਤੇ ਵੀ 60 ਤੋਂ ਬਹੁਤ ਜਿਹੜੇ ਪੇਰੈਂਟਸ ਆ ਰਹੇ ਨੇ ਉਹ 60 ਤੋਂ ਥੱਲੇ ਨੇ ਜੀ, ਅਤੇ ਉਹਨਾਂ ਵਾਸਤੇ 60 ਤੋਂ ਥੱਲੇ ਨੇ ਜ਼ੀਰੋ ਡਿਡਕਟੇਬਲ ਦੇ ਨਾਲ ਸਿਹਤ ਵਧੀਆ, ਤਾਂ ਉਹਨਾਂ ਦੇ $918 ਨੇ ਪੂਰੇ ਸਾਲ ਦੀ ਕਿਹੜੀ ਕਿਸ਼ਤ ਬਣਦੀ ਹੈ। ਜੇ ਮੰਥਲੀ ਕਰਨਾ ਅਤੇ $76 ਅਤੇ 50 ਸੈਂਟ ਬਣਦੇ। ਹੁਣ ਜੇ ਆਪਾਂ ਕਹਿੰਦੇ ਵੀ ਕਈ ਵਾਰੀ ਵੀ ਇਹ ਜੇ ਘੱਟ ਕਾਹਤੋਂ, ਜੇ ਕੋਈ 65 ਦਾ ਉਹਨਾਂ ਦੀ ਏਜ ਘੱਟ ਹੋਊ, ਉਹਨਾਂ ਨੂੰ ਵੀ ਡਿਸਕਾਊਂਟ ਅਵੇਲੇਬਲ ਹੈ, ਭਾਵੇਂ 75 ਦੇ ਹੋਏ। ਕਿਉਂਕਿ ਜਿੰਨਾ ਹੀ ਹੁਣ ਅੱਜ ਮੈਨੂੰ ਸਵੇਰੇ ਹੀ ਫੋਨ ਆਇਆ ਸੀ, ਕਿਸੇ ਦਾ ਇੱਕ ਜਾਣੇ ਦਾ ਜੇ 75 ਸਾਲ ਏਜ ਸੀ, ਉਹਨਾਂ ਦੇ $2200 ਸੇਵ ਕਰਦੇ ਸੀ ਜੇ ਆਪਣੇ ਤੋਂ ਇੰਸ਼ੋਰੈਂਸ ਲੈਂਦੇ। $2200 ਇੱਕ ਜਾਣੇ ਵਾਸਤੇ। ਹੁਣ ਜੇ 2 ਜਾਣੇ ਹੋ ਗਏ, ਆਲਮੋਸਟ $4400 ਸੇਵ ਕਰ ਲਿਆ। ਪਰ ਇਹ ਵੀ ਹਰੇਕ ਏਜ ਵਾਸਤੇ ਅਵੇਲੇਬਲ ਹੈ ਅਪ੍ਰੈਲ 30 ਤੱਕ। ਇਹ ਨਹੀਂ ਵੀ 60 ਤੋਂ ਥੱਲੇ ਆ। 60 ਤੋਂ ਥੱਲੇ ਵੀ ਆਪਾਂ ਸਕਾਲਾ ਕਰਕੇ ਦੱਸਤਾ ਵੀ ਆਹ ਚਲੋ ਇਹ ਏਜ ਹੈਗੀ ਅਤੇ ਇੰਨੀ ਪ੍ਰਾਈਸ ਹੈਗੀ ਆ। ਤਾਂ ਹੀ ਪ੍ਰਾਈਸਾਂ ਆਪਾਂ ਦੱਸਦੇ ਹਾਂ। ਆਪਣੇ ਕੋਈ ਚੀਜ਼ਾਂ ਹੈਗੀਆਂ, ਜਿਹਦੇ ਕੋਈ ਚੀਜ਼ਾਂ ਨਹੀਂ ਹੈਗੀਆਂ, ਉਹਨਾਂ ਨੇ ਕਾਲੇ ਮਾਲੇ ਜਾਂ ਚੀਜ਼ਾਂ ਇੰਸ਼ੋਰੈਂਸ ਜਾਂ ਵਾਈਟ ਹੈ ਜਾਂ ਬਲੈਕ ਹੈ, ਆ ਵਿੱਚ ਗ੍ਰੇ ਵਾਲਾ ਕੰਮ ਨਹੀਂ ਰਹਿੰਦਾ। ਗ੍ਰੇ ਵਾਲਾ ਜਿਹੜਾ ਫਿਰ ਉਹ ਟੋਪੀਬਾਜ਼ ਹੈ ਜੀ। ਅੱਛਾ, ਮੈਨੂੰ ਐਂ ਦੱਸਿਓ, ਇਹਦੇ 'ਚ ਵਿਜ਼ਿਟ ਵੀਜ਼ੇ ਦੇ ਉੱਪਰ ਵੀ ਕੋਈ ਪ੍ਰਮੋਸ਼ਨ ਚੱਲ ਰਹੀ ਹੈ? ਅਤੇ ਇਹ ਐਕਸਕਲੂਸਿਵ ਥਿੰਕ ਇੰਸ਼ੋਰੈਂਸ 'ਤੇ ਹੈ ਪ੍ਰਮੋਸ਼ਨ? ਬਿਲਕੁਲ ਬਾਈ ਜੀ, ਸਿਰਫ ਆਪਾਂ ਹੀ ਇੰਨਾ ਬਿਜ਼ਨਸ ਦਿੰਦੇ ਹਾਂ ਕੰਪਨੀਆਂ ਨੂੰ। ਆਪਾਂ ਉਹਨਾਂ ਨੇ ਕਿਹਾ ਵੀ ਸਾਡੀ ਕਮਿਊਨਿਟੀ ਵਾਸਤੇ ਤੁਸੀਂ ਕੀ ਕਰੋਗੇ? ਵੈਰੀ ਗੁੱਡ। ਉਹ ਕਹਿੰਦੇ ਵੀ ਜੋ ਤੁਸੀਂ ਕਹੋਗੇ। ਮੈਂ ਕਿਹਾ ਵੀ ਅਸੀਂ ਚਾਹੁੰਦੇ ਸੁਪਰ ਵੀਜ਼ਾ ਹੀ ਚਾਹੁੰਦੇ ਵੀ ਉਸ 'ਤੇ ਸ਼ੂਟਾਂ ਕਰੋ ਅਤੇ ਕਵਰੇਜ ਵਧੀਆ ਹੋਵੇ। ਤਾਂ ਕਰਕੇ ਉੱਦਾਂ ਇਹ 1166 ਇੱਕ ਜਾਣੇ ਦੀ ਹੈ 60 ਸਾਲ ਤੋਂ ਥੱਲੇ, ਅਤੇ 918 'ਚ ਆਪਾਂ ਨੂੰ ਮਿਲਦੀ। ਹਿਸਾਬ ਲਾਓ ਤੁਸੀਂ, ਜੇ ਏਜ ਵੱਧ ਹੈ ਤਾਂ ਰੇਟ ਇਸੇ ਕਰਕੇ। ਇਹ 30 ਤੋਂ ਪਹਿਲਾਂ ਕੋਈ ਵੀ ਏਜ ਹੈ, ਇਕੱਲਾ ਇਹੀ ਨਹੀਂ ਸੁਪਰ ਵੀਜ਼ਾ ਦਾ। ਕਿਸੇ ਨੇ 6 ਮਹੀਨਿਆਂ ਵਾਸਤੇ ਵੀ ਆਉਣਾ, ਕਿਸੇ ਨੇ 2 ਮਹੀਨਿਆਂ ਵਾਸਤੇ ਵੀ ਆਉਣਾ, ਸਾਰਿਆਂ ਨੂੰ ਹੀ ਡਿਸਕਾਊਂਟ ਮਿਲੂਗਾ। ਇਹ ਨਹੀਂ ਵੀ ਸਿਰਫ ਸੁਪਰ ਵੀਜ਼ੇ ਵਾਸਤੇ ਹੀ ਹੈ। ਕੋਈ ਵੀ ਜੇ ਆਉਂਦਾ ਭਾਵੇਂ 3 ਮਹੀਨਿਆਂ ਵਾਸਤੇ 6 ਮਹੀਨਿਆਂ ਵਾਸਤੇ, ਉਹਨਾਂ ਨੂੰ ਹਰੇਕ ਹੀ ਡਿਸਕਾਊਂਟ ਵਾਸਤੇ ਐਲੀਜੀਬਲ ਹੈਗਾ ਜੀ। ਅੱਛਾ, ਹੁਣ ਕਈਆਂ ਦੀ ਪਲੈਨਿੰਗ ਆ ਵੀ ਮਾਪਿਆਂ ਨੇ 6 ਮਹੀਨੇ ਨੂੰ ਆਉਣਾ, ਠੰਡ 'ਚ ਆਉਣਾ ਜਾਂ ਅਗਲੇ ਸਾਲ ਆਉਣਾ, ਕੀ ਉਹ ਇਹਦੇ ਹੁਣ ਇੰਸ਼ੋਰੈਂਸ ਕਰਾ ਕੇ ਪ੍ਰਮੋਸ਼ਨ ਦਾ ਫਾਇਦਾ ਲੈ ਸਕਦੇ? ਹਾਂਜੀ ਬਿਲਕੁਲ ਜੀ। ਤਾਂ ਹੀ ਬਹੁਤ ਜਾਣੇ ਇਹਨਾਂ ਨੂੰ ਇਹ ਵੀ ਕਈ ਵਾਰੀ ਕਨਫਿਊਜ਼ਨ ਹੁੰਦੀ, ਆਪਾਂ ਨੂੰ ਕਹਿੰਦੇ ਵੀ ਅੱਜ ਲੈ ਲਈ ਚੀਜ਼ ਆਪਾਂ ਅਤੇ ਆਉਣਾ ਤਾਂ ਅਗਲੇ ਸਾਲ ਹੈ, ਅਤੇ ਫਿਰ ਕੀ ਕਰਾਂਗੇ? ਮੈਂ ਕਹਿੰਦਾ ਵੀ ਆਪਣੀ ਜਿਹੜੀ ਪ੍ਰਮੋਸ਼ਨ ਚੱਲਦੀ ਹੈ ਉਹ ਇੱਦਾਂ ਇੰਸ਼ੋਰੈਂਸ ਕੰਮ ਕਰਦੀ ਹੈ। ਅਸੀਂ ਸੁਪਰ ਵੀਜ਼ਾ ਵਾਸਤੇ ਫਾਈਲ ਰੈਡੀ ਕਰਵਾ ਲਈ, ਜੇ ਸਾਲ ਦੇ ਦੇਤੇ ਜਾਂ ਮੰਥਲੀ ਕਰਤੇ, ਮੰਥਲੀ ਵੀ ਦੇਤੇ, ਮੰਥਲੀ 2 ਕਿਸ਼ਤਾਂ ਦੇਤੀਆਂ। ਉਦੋਂ ਬਾਅਦ ਜਦ ਉਹਨਾਂ ਨੇ ਆਉਣਾ, ਭਾਵੇਂ ਅਗਲੇ ਸਾਲ ਆਉਂਦੇ ਨੇ
ਇੰਸ਼ੋਰੈਂਸ ਉਦੋਂ ਹੀ ਸ਼ੁਰੂ ਹੋਊਗੀ ਜਦ ਉਹਨਾਂ ਨੇ ਆਉਣਾ। ਇਹਦਾ ਮਤਲਬ ਇਹ ਨਹੀਂ ਵੀ ਅੱਜ ਆਪਾਂ ਪੈਸੇ ਦੇ ਤੇ 30 ਤਰੀਕ ਤੱਕ ਉਦੋਂ ਬਾਅਦ ਅੱਜ ਹੀ ਇੰਸ਼ੋਰੈਂਸ ਸ਼ੁਰੂ ਹੋ ਗਈ। ਇੰਸ਼ੋਰੈਂਸ ਉਦੋਂ ਸ਼ੁਰੂ ਹੋਣੀ ਜਦ ਉਹਨਾਂ ਨੇ ਆਉਣਾ। ਉਦੋਂ ਪਹਿਲਾਂ ਆਪਾਂ ਤਰੀਕਾ ਚੇਂਜ ਕਰਨੀ, ਅੱਗੇ ਪਿੱਛੇ ਕਰਨੀ, ਕੋਈ ਇਸ਼ੂ ਨਹੀਂ ਹੈਗਾ, ਆਪਾਂ ਸਾਰਾ ਕੁਝ ਉਹ ਕਰ ਸਕਦੇ ਹਾਂ। ਪਰ ਬਿਲਕੁਲ ਜਦੋਂ ਇੰਸ਼ੋਰੈਂਸ ਉਦੋਂ ਹੀ ਸ਼ੁਰੂ ਹੋਊਗੀ ਉਹ ਪ੍ਰਮੋਸ਼ਨ ਦਾ ਫਾਇਦਾ ਚੱਕ ਸਕਦੇ ਨੇ, ਪਰ ਜਦੋਂ ਇੰਸ਼ੋਰੈਂਸ ਉਦੋਂ ਹੀ ਸ਼ੁਰੂ ਹੋਣੀ ਜਦੋਂ ਉਹਨਾਂ ਨੇ ਆਉਣਾ ਜੀ। ਅੱਛਾ ਜੀ, ਇੱਕ ਇਹਦੇ ਨਾਲ ਇਹ ਦੱਸਿਓ ਬਈ ਇਹ ਜਿਹੜਾ $918 ਤਾਂ ਇੱਕ ਖਾਸ ਕਵਰੇਜ ਲਈ ਹੈ, ਜੇ ਕਿਸੇ ਨੇ ਵੱਧ ਕਵਰੇਜ ਲੈਣੀ ਹੈ ਉਹਦੇ ਡਿਸਕਾਊਂਟ ਉਹਦੇ ਵੱਲ ਨੂੰ ਵੀ ਜਾਊਗਾ ਜਾਂ ਇਹ ਘੱਟ ਮਨੀ ਲਈ ਡਿਸਕਾਊਂਟ? ਨਹੀਂ ਜੀ ਨਹੀਂ, ਬਿਲਕੁਲ। ਤਾਂ ਹੀ ਬਾਈ ਜੀ ਕੋਈ ਕਿਸੇ ਨੇ 2 ਲੱਖ ਦੀ ਕਰਾਉਣੀ ਹੈ, 1.5 ਲੱਖ ਦੀ ਕਰਾਉਣੀ ਹੈ, ਇਹ ਤਾਂ ਇੱਕ ਕੰਪਨੀ ਨਾਲ ਹੈ। ਬਾਕੀ ਆਪਣੇ ਕੋਲ ਆਪਾਂ ਪਹਿਲੇ ਮੋਢੀ ਹਾਂ ਜਿਹੜਾ ਔਨਲਾਈਨ ਪਲੈਟਫਾਰਮ ਸ਼ੁਰੂ ਕੀਤਾ ਸੀ, ਇਸੇ ਕਰਕੇ ਆਪਾਂ ਉਹਲਾ ਹੀ ਚੱਕਿਆ। ਜਿਹਦਾ ਕੰਮ ਆਪਾਂ ਕਹਿੰਦੇ ਵੀ ਕਈ ਵਾਰੀ ਸਿੱਧਾ ਗੱਲਾਂ ਸਾਡੀਆਂ ਸਿੱਧੀਆਂ ਨੇ, ਜਾਂ ਕੋਈ ਇਹ ਨਹੀਂ ਹੈਗਾ ਵੀ ਕੋਈ ਉਹ ਆਪਾਂ ਕਰ ਦਈਏ ਵੀ ਔਨਲਾਈਨ ਜਾਓ, ਤੁਸੀਂ ਔਨਲਾਈਨ ਕੰਪੇਅਰ ਕਰੋ ਇੱਕ ਕਲਿੱਕ 'ਤੇ ਹੀ। ਇਹ ਨਹੀਂ ਵੀ ਹਰੇਕ ਥਾਂ 'ਤੇ ਕਿਸੇ ਦਾ ਕੁਛ ਕਹਿਣੇ ਹੁੰਦਾ ਨਹੀਂ ਹੈਗਾ। ਪਰ ਜੇ ਤੁਸੀਂ thinkinsure.ca 'ਤੇ ਜਾਓ, ਏਜ ਪਾਓ, ਉੱਥੇ ਰਾਈਟ ਵੀ ਉਹਨਾਂ ਦੱਸੋ ਵੀ ਹੈਲਥ ਇਸ਼ੂ ਹੈਗਾ ਯੈਸ ਜਾਂ ਨੋ, ਜੇ ਲੱਖ ਦੀ ਕਵਰੇਜ ਲੈਣੀ ਹੈ, ਵੱਧ ਦੀ ਕਵਰੇਜ ਲੈਣੀ ਹੈ, ਜਦ ਹੀ ਸਾਰਾ ਕੰਪੇਅਰ ਕਰ ਸਕਦੇ ਹੋ ਤੁਸੀਂ ਉੱਥੇ ਹੀ। ਅਤੇ ਇੱਕ ਤੁਸੀਂ ਜਿਹੜੀ ਡਿਸੇਬਿਲਟੀ ਇੰਸ਼ੋਰੈਂਸ 'ਤੇ ਬੜਾ ਜ਼ੋਰ ਦਿੰਦੇ ਹੁੰਦੇ ਹੋ ਜੀ, ਉਹਦੇ ਬਾਰੇ ਵੀ ਸਮਝਾਇਓ ਥੋੜ੍ਹਾ ਜਿਹਾ। ਹਾਂਜੀ ਬਿਲਕੁਲ, ਡਿਸੇਬਿਲਟੀ ਹੈ ਡਿਸੇਬਲ। ਜੇ ਆਪਾਂ ਨੂੰ ਸੱਟ ਲੱਗ ਗਈ, ਕੁਛ ਵੀ ਹੋ ਗਿਆ, ਅਸੀਂ ਕੰਮ 'ਤੇ ਨਹੀਂ ਜਾ ਸਕਦੇ ਕਿਉਂਕਿ ਆਪਾਂ 24 ਘੰਟੇ ਭੱਜੇ ਫਿਰਦੇ ਹਾਂ ਪਰਿਵਾਰ ਖਾਤਰ, ਬਿੱਲਾਂ ਖਾਤਰ ਬਿੱਲ ਦੇਣੇ ਨੇ, ਆਪਾਂ ਨੂੰ ਚਿੰਤਾ ਰਹਿੰਦੀ ਹੈ। ਪਰ ਜੇ ਸੱਟ ਪੇਟ ਲੱਗ ਗਈ, ਆਪਾਂ ਨੂੰ 24 ਘੰਟੇ ਕਿਤੇ ਵੀ ਘਰੇ ਬਾਹਰ ਅੰਦਰ ਆਪਣੇ ਪੇ ਚੈੱਕ ਪ੍ਰੋਟੈਕਟ ਕਰੋ, ਕਿਉਂਕਿ ਜੇ ਅੱਜ ਕੱਲ੍ਹ ਦੇ ਹਾਲਾਤ 'ਚ ਆਪਾਂ ਨੂੰ ਪਤਾ ਜੇ ਪੇ ਚੈੱਕ 3 ਮਹੀਨੇ 6 ਮਹੀਨੇ ਨਹੀਂ ਆਉਂਦਾ ਤਾਂ ਕੀ ਬਣੂਗਾ। ਉਸ ਹਿਸਾਬ ਨਾਲ ਆਪਾਂ ਡਿਸੇਬਿਲਟੀ ਦੀ ਆਪਾਂ ਨੂੰ ਇੰਸ਼ੋਰੈਂਸ ਕਰਾਉਣੀ ਚਾਹੀਦੀ ਹੈ ਲੋੜ ਮੁਤਾਬਕ, ਜਿੰਨੀਆਂ ਸਾਨੂੰ ਕਿਸ਼ਤ ਸਾਡੀ ਬੁੱਕਲ 'ਚ ਰਹੇ, ਸਾਨੂੰ ਕਿਸ਼ਤ ਨਾ ਹਾਰਡ ਕਰੇ। ਇਸ ਕਰਕੇ ਡਿਸੇਬਿਲਟੀ ਹਰੇਕ ਵੀ ਕਿਸੇ ਨੇ ਡਿਸੇਬਿਲਟੀ ਅਤੇ ਕ੍ਰਿਟੀਕਲ ਕੋਈ ਬਿਮਾਰੀ ਹੁੰਦੀ ਹੈ, ਡਿਸੇਬਿਲਟੀ ਕੋਈ ਸੱਟ ਹੈ, ਡਿਸੇਬਿਲਟੀ ਸੱਟ ਦੀ ਵੀ ਹੈ ਅਤੇ ਸਿਕਨੈਸ ਦੀ ਵੀ ਆਪਾਂ ਐਡ ਕਰ ਸਕਦੇ ਹਾਂ। ਅਤੇ ਸੁਪਰਵੀਜ਼ੇ ਦੀ ਜਿਹੜੀ ਗੱਲ ਪ੍ਰਮੋਸ਼ਨ ਦੀ ਚੱਲਦੀ ਆ, ਕੁਛ ਹੋਰ ਸਵਾਲ ਹੋਣਗੇ ਜਿਹੜੇ ਕਾਮਨ ਤੁਹਾਡੇ ਤੱਕ ਪਹਿਲਾਂ ਆਉਂਦੇ ਰਹਿੰਦੇ ਨੇ, ਉਹਨਾਂ ਨੂੰ ਵੀ ਥੋੜ੍ਹਾ ਜਿਹਾ ਐਡਰੈਸ ਕਰ ਦਿਓ। ਹਾਂਜੀ ਬਿਲਕੁਲ, ਸਾਰਿਆਂ ਨਾਲ ਪਹਿਲਾਂ ਤਾਂ ਇਹੀ ਪੁੱਛਦੇ ਜਿੱਦਾਂ ਤੁਸੀਂ ਕਹਿੰਦੇ ਵੀ ਇੰਨੀ ਸਸਤੀ ਕਾਹਤੋਂ ਹੈ। ਮੈਂ ਕਹਿੰਦਾ ਵੀ ਸਸਤੀ ਇਹਦਾ ਮਤਲਬ ਕੌਂਟਰੈਕਟ 2 ਕਾਰਨ ਹੁੰਦੇ ਇੰਸ਼ੋਰੈਂਸ ਸਸਤੀ ਹੈ, ਇੱਕ ਤਾਂ ਏਜ ਕਰਕੇ ਅਤੇ ਇੱਕ ਸਿਹਤ ਕਰਕੇ। ਜੇ ਸਿਹਤ ਵਧੀਆ ਤਾਂ ਹੀ ਕਿਹਾ ਵੀ 60 ਤੋਂ ਥੱਲੇ ਹੈ, ਅਤੇ ਸਿਹਤ ਵਧੀਆ ਅਤੇ 60 ਤੱਕ ਹੈਗੀ ਸਿਹਤ, ਇਸੇ ਕਰਕੇ ਹੀ ਉਹ $918 ਦੀ ਹੈ। ਜੇ ਕਿਸੇ ਦੀ ਹੁਣ ਏਜ 65 ਸਾਲ ਹੈ ਅਤੇ ਹੁਣ ਕੋਈ ਦਵਾਈ ਲੈਂਦੇ ਨੇ ਜਾਂ ਨਹੀਂ ਦਵਾਈ ਲੈਂਦੇ 1200 ਦੀ ਹੋ ਗਈ, ਜੇ ਫਿਰ ਉਸ ਤੋਂ ਬਾਅਦ ਜੇ ਕੋਈ ਦਵਾਈ ਲੈਂਦੇ ਨੇ ਹੋਰ ਮਹਿੰਗੀ ਹੋ ਗਈ। ਇਸ ਕਰਕੇ ਵੀ ਇਹ ਸਿਰਫ ਜਿਹੜੀਆਂ ਕੰਪਨੀਆਂ ਨੇ ਇਹੀ ਸਿਰਫ ਸੁਪਰਵੀਜ਼ਾ ਹੀ ਟਰੈਵਲ ਇੰਸ਼ੋਰੈਂਸ ਹੀ ਸੈੱਲ ਕਰਦੀਆਂ ਨੇ, ਹੋਰ ਇਹ ਕੁਛ ਨਹੀਂ ਕਰਦੀਆਂ, ਨਾ ਲਾਈਫ ਇੰਸ਼ੋਰੈਂਸ ਨਾ ਹੋਰ ਕੋਈ ਇੱਧਰ ਉੱਧਰ। ਉਹਨਾਂ ਦਾ ਫੋਕਸ ਇਸ 'ਤੇ ਹੀ ਹੈ। ਉਹਨਾਂ ਨੂੰ ਇਹ ਪਤਾ ਨਾਲੇ ਜਿਹੜੀਆਂ ਵੱਡੀਆਂ ਕੰਪਨੀਆਂ ਵੱਧ ਪੈਸੇ ਚਾਰਜ ਕਰਦੀਆਂ ਨੇ, ਇਹ ਥੋੜ੍ਹਿਆਂ ਪੈਸਿਆਂ 'ਚ ਵੱਧ ਕਵਰੇਜ ਦਿੰਦੇ ਆ। ਤਾਂ ਨਾਲੇ ਇਹ ਕੁਐਸਚਨ ਆਉਂਦਾ ਵੀ ਸ਼ੁਰੂ ਕਦੋਂ ਹੋਊਗੀ, ਸ਼ੁਰੂ ਦਾ ਆਪਾਂ ਕਹਿ ਤਾ ਵੀ ਜਦੋਂ ਆਉਣਗੇ ਉਦੋਂ ਹੀ ਸ਼ੁਰੂ ਹੋਣੀ ਹੈ। ਜੇ ਕੈਂਸਲ ਕਿੱਦਾਂ, ਜੇ ਨਹੀਂ ਵੀਜ਼ਾ ਲੱਗਦਾ ਤਾਂ ਬਿਲਕੁਲ ਰੀਫੰਡ ਹੋ ਜਾਂਦੀ ਹੈ। ਜੇ ਮੰਥਲੀ ਪੇਮੈਂਟ ਦੀ ਸੈਟਅਪ ਕੀਤੀ ਹੈ ਤਾਂ ਮੰਥਲੀ ਪੇਮੈਂਟ ਨਹੀਂ ਮੁੜਦੀ, ਪਰ ਰੀਫੰਡ ਹੋ ਜਾਂਦਾ ਜੇ ਵੀਜ਼ਾ ਡਿਕਲਾਈਨ ਹੋ ਗਿਆ। ਉਦੋਂ ਬਾਅਦ ਜੇ ਤਰੀਕਾਂ ਚੇਂਜ ਕਰਨੀਆਂ ਕੋਈ ਇਸ਼ੂ ਨਹੀਂ, ਫ੍ਰੀ ਤਰੀਕਾਂ ਚੇਂਜ ਆਪਾਂ ਕਰ ਸਕਦੇ ਹਾਂ। ਅੱਗੇ ਪਿੱਛੇ ਜਦੋਂ ਵੀ ਆਉਣਾ ਤਰੀਕਾਂ ਚੇਂਜ ਹੋ ਸਕਦੀਆਂ। ਬਾਕੀ ਕੋਈ ਇਹਨਾਂ ਦਾ ਜਿਹੜੀਆਂ ਇਹ ਇਹਦੇ 'ਚ ਕਵਰ ਕੀ ਹੁੰਦਾ ਇਹ ਵੀ ਪੁੱਛਦੇ ਵੀ ਮੇਨ ਕਵਰੇਜ ਕੀ ਹੈਗੀ ਹੈ। ਇਹਦੇ 'ਚ ਕਵਰੇਜ ਹੈ ਡਾਕਟਰ ਦੇ ਜਾਣਾ, ਵਾਕ ਇਨ ਜਾਣਾ, ਹਸਪਤਾਲ ਜਾਣਾ, ਆਪਾਂ ਨੂੰ ਐਮਰਜੈਂਸੀ ਆ ਗਈ, ਐਂਬੂਲੈਂਸ ਦੀ ਕਵਰੇਜ ਹੈ, ਫੀਜੀਓ ਹੈ, ਕਾਇਰੋ ਹੈ, ਸਾਰੀਆਂ ਚੀਜ਼ਾਂ ਦੇ ਵਿੱਚ ਕਵਰ ਹੈ। ਦਵਾਈਆਂ $1,00,000 ਤੱਕ ਕਵਰ ਹੈ, ਹਸਪਤਾਲ ਜਾਣਾ $1,00,000 ਤੱਕ ਕਵਰੇਜ ਹੈ। ਜਿਹੜੀ ਐਮਰਜੈਂਸੀ ਵਿਜ਼ਿਟ ਹੈਗੀ ਜਦ ਤੱਕ ਮੁੱਕਦੀ ਨਹੀਂ ਉਦੋਂ ਤੱਕ ਇੰਸ਼ੋਰੈਂਸ ਚੱਲਦੀ ਰਹਿੰਦੀ, ਜਦ ਤੱਕ ਆਪਾਂ ਡਾਕਟਰ ਕੋਲ ਚਲੇ ਗਏ ਜਾਂ ਹਸਪਤਾਲ ਚਲੇ ਗਏ, ਜਦ ਤੱਕ ਕੋਈ ਚੀਜ਼ ਦਾ ਇਲਾਜ ਨਹੀਂ ਹੁੰਦਾ ਉਦੋਂ ਤੱਕ ਇਹਦੀ ਕਵਰੇਜ ਚੀਜ਼ ਦੀ ਹੈਗੀ ਆ। ਪਰ ਇਹ ਹੈ ਵੀ ਰੇਟ ਦੇ ਹਿਸਾਬ ਨਾਲ ਜੇ ਆਪਾਂ ਦੇਖਦੇ ਹਾਂ, ਜੇ ਪ੍ਰਾਈਸਾਂ ਕੰਪੇਅਰ ਕਰਦੇ ਹਾਂ ਬਹੁਤ ਹੀ ਵਧੀਆ ਪ੍ਰਾਈਜ਼ ਹੈ। ਪਰ ਇਹ ਹੈ ਵੀ ਬਾਕੀ ਸਾਰੀਆਂ ਆਪਣੇ ਕੋਲ ਆਪਸ਼ਨ ਹੈਗੀਆਂ। ਹਾਂ ਕਿ ਇਹਦੀ ਸਿਹਤ ਵਧੀਆ, ਕਿਸੇ ਵਾਸਤੇ 95% ਲੋਕਾਂ ਵਾਸਤੇ ਪਾਲਿਸੀ ਫਿੱਟ ਹੁੰਦੀ ਹੈ। ਜੇ ਕਿਸੇ ਨੂੰ ਕੋਈ ਸਪੈਸ਼ਲ ਕੋਈ ਇਸ਼ੂ ਹੈਗਾ ਨਹੀਂ ਫਿੱਟ ਹੁੰਦੀ ਤਾਂ ਆਪਾਂ ਉਹਨਾਂ ਨੂੰ ਦੱਸਦੇ ਬਾਕੀ ਕੰਪਨੀਆਂ ਵੀ ਹੈਗੀਆਂ ਆਪਣੇ ਕੋਲ, ਸਾਰਿਆਂ ਨਾਲ ਡੀਲ ਕਰਦੇ ਕਿਉਂਕਿ ਔਨਲਾਈਨ ਹੀ ਨੇ। ਇਹ ਵੀ ਨਹੀਂ ਵੀ ਆਪਾਂ ਉੱਦਾਂ ਕਹਿੰਦੇ ਵੀ ਮੂੰਹ ਜ਼ਬਾਨੀ, ਸਿਰਫ thinkinsure.ca ਜਾ ਕੇ ਦੇਖੋ, ਏਜ ਪਾਓ ਅਤੇ ਉੱਥੇ ਕੰਪੇਅਰ ਕਰ ਲਓ ਜੀ। ਧੰਨਵਾਦ ਜੀ, ਸ਼ੁਭ ਸ਼ਾਮਾਂ। ਅਤੇ ਅਖੀਰ 'ਚ ਫ਼ੋਨ ਨੰਬਰ 604-828-7213 thinkinsure.ca ਵੈਬਸਾਈਟ 'ਤੇ ਸਾਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ। ਪਰਮਿੰਦਰ ਸਿੰਘ ਥਿੰਦ ਐਕਸੈਸਿਬਲ ਨੇ, ਜਦ ਮਰਜ਼ੀ ਫ਼ੋਨ ਕਰੋ।
ਸ਼ੁਭ ਸ਼ਾਮਾ ਜੀ, ਥੈਂਕ ਯੂ। ਹਾਂਜੀ ਬਿਲਕੁਲ ਜੀ, ਨਾਲੇ ਜਿਹੜੀ ਪ੍ਰਮੋਸ਼ਨ ਆ ਅਪ੍ਰੈਲ 30 ਤੱਕ ਹੀ ਹੈ ਜੀ। ਅਪ੍ਰੈਲ 30 ਤੋਂ ਪਹਿਲਾਂ 11:59 ਤੋਂ ਸਾਨੂੰ ਪਹਿਲਾਂ ਜੇ ਫੋਨ ਆ ਗਿਆ ਤਾਂ ਆਹੀ ਪ੍ਰਾਈਸਿਸ ਰਹਿਣਗੇ ਜਿਹੜੀਆਂ ਆਪਾਂ ਡਿਸਕਸ ਕਰਦੇ ਹਾਂ। ਬਾਕੀ ਸਾਨੂੰ ਫੋਨ ਕਰਕੇ ਪ੍ਰਾਈਸਿਸ ਲੈ ਸਕਦੇ ਹਾਂ। ਵੈਬਸਾਈਟ 'ਤੇ ਜਿਹੜੀ ਸਪੈਸ਼ਲ ਡਿਸਕਾਊਂਟ ਦੀ ਪ੍ਰਾਈਸਿਸ ਨਹੀਂ ਹੈਗੀ, ਉਹ ਸਾਨੂੰ ਫੋਨ 'ਤੇ, ਕਿਉਂਕਿ ਜਿਹੜੀਆਂ ਪ੍ਰਾਈਸਿਸ ਨੇ ਸਿਰਫ ਲਿਮਿਟਡ ਟਾਈਮ ਵਾਸਤੇ, ਵੀ ਕੈਨਟ ਚੇਂਜ ਦ ਕੈਲਕੂਲੇਟਰ। ਅਤੇ ਇਹ ਹੈ ਵੀ ਬਾਕੀ ਕੋਈ ਵੀ ਤੁਹਾਡੀ ਏਜ ਹੈ, ਸਾਨੂੰ ਪੁੱਛਣਾ ਜਾਂ ਕਿਸੇ ਨੇ ਆਉਣਾ, ਬਿਲਕੁਲ ਫੋਨ ਕਰੋ, ਤੁਹਾਨੂੰ ਉਹਨਾਂ ਦੇ ਸਿਹਤ ਦੇ ਹਿਸਾਬ ਨਾਲ ਪ੍ਰਾਈਸ ਅਸੀਂ ਦੱਸ ਕੇ ਦੇ ਸਕਦੇ ਹਾਂ। ਅਪ੍ਰੈਲ 30 ਤੱਕ ਹੀ ਸਪੈਸ਼ਲ ਹੈ ਜੀ। 604 828 7213। ਧੰਨਵਾਦ ਗਿੱਲ ਸਾਹਿਬ, ਥੈਂਕ ਯੂ। ਵੈਨਕੂਵਰ ਏਅਰਪੋਰਟ 'ਤੇ ਜਿੰਨੇ ਵੀ ਟੈਕਸੀ ਚਾਲਕ ਨੇ, ਸਾਰਿਆਂ ਨੇ ਬੇਨਤੀ ਕੀਤੀ ਹੈ ਕਿ ਵਿਸਾਖੀ ਦੇ ਨਾਲ, ਖਾਲਸਾ ਸਾਜਨਾ ਦਿਵਸ ਦੇ ਨਾਲ ਹਰੇਕ ਸਾਲ ਲੰਗਰ ਉੱਥੇ ਵਰਤਾਇਆ ਜਾਂਦਾ। ਜਿਹੜਾ ਟੈਕਸੀ ਹੋਲਡਿੰਗ ਏਰੀਆ, ਜਿੱਥੇ ਟੈਕਸੀਜ਼ ਵੇਟ ਕਰਦੀਆਂ ਨੇ, ਉਡੀਕਦੀਆਂ ਨੇ, ਅਤੇ ਉੱਥੇ ਨਗਰ ਕੀਰਤਨ ਜਦ ਹੋ ਜਾਂਦੇ ਨੇ ਦੋਨੇ ਹੀ, ਉਸ ਤੋਂ ਬਾਅਦ ਫਿਰ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ। ਕੱਲ੍ਹ ਵੀ ਸੀ, ਕੱਲ੍ਹ ਮੈਂ ਭੁੱਲ ਗਿਆ, ਮਾਫੀ ਦੋਸਤੋ। ਅਤੇ ਅੱਜ ਵੀ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ। ਏਅਰਪੋਰਟ 'ਤੇ ਜਾਂਦੇ ਹੋ, ਨੇੜੇ ਤੇੜੇ ਹੋ, ਜ਼ਰੂਰ ਜਾ ਕੇ ਲੰਗਰ ਛਕ ਕੇ ਆਇਓ। ਨਾਲੇ ਟੈਕਸੀਆਂ ਵੇਖ ਕੇ ਆਇਓ ਕਿੱਥੇ ਖੜ੍ਹਦੀਆਂ ਨੇ, ਕਿੰਨੀ ਮਿਹਨਤ ਹੈ, ਘਰ ਘਰ ਤੁਹਾਨੂੰ ਕਿਵੇਂ ਪਹੁੰਚਾਉਂਦੇ ਨੇ। ਜਿੰਨੇ ਵੀ ਵੈਨਕੂਵਰ ਏਅਰਪੋਰਟ 'ਤੇ ਕੰਮ ਕਰਦੇ ਮਿੱਤਰ ਨੇ, ਸਾਰਿਆਂ ਨੇ ਰਲ ਕੇ ਇਸ ਨੂੰ ਲੰਗਰ ਦੀ ਸੇਵਾ ਕਰ ਰਹੇ ਨੇ। ਦੂਸਰੀ ਗੱਲ ਜਿਹੜੀ ਸਾਡੀਆਂ ਬੇਟੀਆਂ ਲਈ ਹੈ, ਇੱਕ ਬਹੁਤ ਵੱਡਾ ਇਵੈਂਟ ਜਿਹੜਾ ਕੱਲ੍ਹ ਨੂੰ ਅਤੇ ਪਰਸੋਂ ਨੂੰ ਕੀਤਾ ਜਾ ਰਿਹਾ ਐਵਸਫੋਰਡ ਇੰਟਰਨੈਸ਼ਨਲ ਏਅਰਪੋਰਟ 'ਤੇ 9 ਤੋਂ ਲੈ ਕੇ 7:30 ਤੱਕ। ਸਰ ਅਮਰਜੀਤ ਸਿੰਘ ਟੰਡਵਾੜ ਉਹਨਾਂ ਨੇ A1 ਪ੍ਰਮੋਸ਼ਨ ਵਾਲਿਆਂ ਨੇ ਭੇਜਿਆ। ਗਰਲਜ਼ ਫਲਾਈ 2 ਵੈਬਸਾਈਟ ਹੈ, girlsfly2.ca। ਇਹ ਸਪੈਸੀਫਿਕਲੀ ਜਿਹੜੇ ਹੈ ਜਿਨ੍ਹਾਂ ਵੀ ਬੱਚੀਆਂ ਦਾ ਮਨ ਹੈ ਕਿ ਉਹ ਡਿਫੈਂਸ ਵਾਲੇ ਪਾਸੇ, ਐਵੀਏਸ਼ਨ ਦੇ ਵਿੱਚ, ਐਰੋਸਪੇਸ ਦੇ ਵਿੱਚ, ਮਰੀਨ ਅਤੇ ਡਿਫੈਂਸ ਦੇ ਵਿੱਚ ਜਿਨ੍ਹਾਂ ਦਾ ਮਨ ਹੈ, ਉਹਨਾਂ ਲਈ ਇੱਕ ਬਹੁਤ ਵਧੀਆ ਇਨਫੋਰਮੇਸ਼ਨ ਦਾ ਇਹ ਇਵੈਂਟ ਹੈ। ਗਰਲਜ਼ ਫਲਾਈ 2 ਕੱਲ੍ਹ ਨੂੰ 9 ਵਜੇ ਤੋਂ ਲੈ ਕੇ 5:30 ਤੱਕ, ਕੱਲ੍ਹ ਅਤੇ ਪਰਸੋਂ ਐਵਸਫੋਰਡ ਇੰਟਰਨੈਸ਼ਨਲ ਏਅਰਪੋਰਟ 'ਤੇ। ਵੱਡੀਆਂ ਕੰਪਨੀਆਂ ਇਸ ਨੂੰ ਸਪੋਂਸਰ ਕਰ ਰਹੀਆਂ ਨੇ, ਅਤੇ ਜਿਹੜੇ ਵੀ ਉੱਥੇ ਫਸਟ ਟਾਈਮ ਫਲਾਇਰ ਹੋਣਗੇ, ਜਿਨ੍ਹਾਂ ਨੇ ਜਾਣਾ ਹੈ, ਜਿਨ੍ਹਾਂ ਨੂੰ ਹੈਲੀਕਾਪਟਰ ਦੀ ਰਾਈਡ ਵੀ ਕੱਲ੍ਹ ਨੂੰ ਮਿਲ ਸਕਦੀ ਹੈ, ਫ੍ਰੀ ਰਾਈਡ। ਅਤੇ ਕੋਈ ਵੀ ਕਿਸੇ ਵੀ ਉਮਰ ਦਾ ਹੋਵੇ ਅਤੇ ਹੈਲੀਕਾਪਟਰ ਦੀ ਰਾਈਡ ਜਿਹੜਾ ਉੱਥੇ ਰਜਿਸਟਰ ਕਰੇਗਾ ਜਾਏਗਾ, ਉਸ ਨੂੰ ਮਿਲੇਗਾ। girlsfly2.ca 'ਤੇ ਜਾਣਕਾਰੀ ਲੈ ਲਿਓ। ਗਰਲਜ਼ ਫਲਾਈ 2। ਹੁਣ ਮੇਰੇ ਨਾਲ ਮਨਿੰਦਰ ਸਿੰਘ ਗਿੱਲ ਨੇ, ਮੁੱਖ ਸੇਵਾਦਾਰ, ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਤੋਂ। ਪਿੱਛੇ ਜੇ ਚੋਣ ਹੋਈ ਸੀ, ਚੋਣ ਹੋਣ ਤੋਂ ਬਾਅਦ ਸੇਵਾ ਜਿਹੜੀ ਮਨਿੰਦਰ ਸਿੰਘ ਗਿੱਲ ਨੂੰ ਅਤੇ ਸਾਰੀ ਉਹਨਾਂ ਦੀ ਸਲੇਟ ਨੂੰ ਐਬਸਫੋਰਡ ਦੇ ਖਾਲਸਾ ਦੀਵਾਨ ਸੁਸਾਇਟੀ ਦੇ ਮੈਂਬਰਾਂ ਨੇ ਦਿੱਤੀ, ਅਤੇ ਉਸ ਸੇਵਾ ਸ਼ੁਰੂ ਕਰਨ ਤੋਂ ਲੈ ਕੇ ਹੁਣ ਤੱਕ ਆਲਮੋਸਟ ਮੇਰਾ ਖਿਆਲ ਮਹੀਨੇ ਦੇ ਨੇੜੇ ਹੋ ਗਿਆ ਸ਼ਾਇਦ। ਅਤੇ ਮਨਿੰਦਰ ਸਿੰਘ ਗਿੱਲ ਅੱਜ ਨਾਲ ਨੇ ਮੇਰੇ, ਉਹ ਦੱਸਣਗੇ ਕਿ ਜਦ ਸ਼ੁਰੂ ਕੀਤੀ ਸੇਵਾ ਉਸ ਸਮੇਂ, ਕਿਉਂਕਿ ਸਾਰਾ ਕੁਝ ਲਿਖਤ ਪੜ੍ਹਤ 'ਚ ਹੁੰਦਾ ਵੀ ਇੱਥੇ ਕੀ ਸੀ, ਕਿਹੜੀ ਚੀਜ਼ ਦਾ ਕੀ ਸੀ, ਅਤੇ ਕਿੱਥੇ ਮੁਸ਼ਕਿਲ ਸੀ, ਕਿੱਥੇ ਨਹੀਂ ਸੀ, ਤਾਂ ਉਹ ਜਾਣਕਾਰੀ ਦੇਣ ਲਈ ਮੇਰੇ ਨਾਲ ਨੇ ਮਨਿੰਦਰ ਸਿੰਘ ਗਿੱਲ ਜੀ। ਸਵਾਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਅੰਕਲ। ਹਾਂਜੀ, ਹੁਣ ਕਿੰਨੀ ਤਾਰੀਖ ਨੂੰ ਸੇਵਾ ਜਿਹੜੀ ਆਰੰਭ ਹੋਈ ਜੀ ਤੁਹਾਡੀ ਜਿਹੜੀ ਸੇਵਾਦਾਰਾਂ ਦੀ ਕਮੇਟੀ ਆ? ਹਾਂਜੀ ਅੰਕਲ, ਆਪਾਂ ਨੂੰ ਇਲੈਕਸ਼ਨ ਹੋਈ ਸੀ ਆਪਣੀ ਮਾਰਚ 5 ਨੂੰ, ਤੇ ਉਸ ਤੋਂ ਬਾਅਦ 2 ਹਫ਼ਤਿਆਂ ਪਿੱਛੋਂ ਸਾਨੂੰ ਮਾਰਚ 19 ਨੂੰ ਟ੍ਰਾਂਜੀਸ਼ਨ ਡੇ ਸੀਗਾ ਜੀ ਆਪਣੇ। ਸੋ ਹੁਣ ਤਕਰੀਬਨ 5-6 ਹਫ਼ਤੇ ਹੋ ਚੱਲੇ ਜਿਹਨੂੰ ਆਪਾਂ ਨੂੰ ਚਾਰਜ ਮਿਲਿਆ ਨੂੰ। ਮਨਿੰਦਰ, ਬਾਹਰ ਤੋਂ ਵੇਖ ਕੇ ਜਦ ਚੋਣ ਤੁਸੀਂ ਲੜਦੇ ਹੋ, ਚਲੋ ਇਹਦੇ ਵਿੱਚ ਨਹੀਂ, ਤੁਸੀਂ ਵੱਡੇ ਹੋਏ ਹੋ ਉਸ ਗੁਰੂ ਘਰ ਦੇ ਵਿੱਚ, ਕਿਉਂਕਿ ਬਹੁਤ ਚਿਰਾਂ ਦੇ ਪਰਿਵਾਰ ਜਾਂਦਾ। ਸਰਦਾਰ ਸਤਨਾਮ ਸਿੰਘ ਗਿੱਲ ਖੁਦ ਸੇਵਾ ਕਰਦੇ ਨੇ, ਤੁਸੀਂ ਵੀ ਜਾਂਦੇ ਹੋ। ਅਤੇ ਮੈਨੂੰ ਇਹ ਦੱਸਿਓ ਵੀ ਜਦ ਸੇਵਾ ਸ਼ੁਰੂ ਹੋਈ ਅਤੇ ਉਦੋਂ ਪਹਿਲਾਂ ਕੈਂਪੇਨ ਦੇ ਵਿੱਚ ਬਹੁਤ ਵਾਅਦੇ ਕੀਤੇ ਗਏ ਬਈ ਉੱਥੇ, ਕਿਉਂਕਿ ਜਿਹੜੀ ਸੇਵਾਦਾਰ ਪਹਿਲਾਂ ਸੇਵਾ ਕਰ ਰਹੇ ਸੀ ਉਹਨਾਂ ਨੇ ਬਹੁਤ ਕੁਝ ਦੱਸਿਆ ਵੀ ਇੱਥੇ ਇਹ ਆ, ਇੱਥੇ ਇਹ ਆ, ਇੰਨਾ ਸਾਡਾ ਪੈਸਾ ਧੇਲਾ ਪਿਆ ਅਤੇ ਇੰਨਾ ਕੁਛ ਪਿਆ, ਇੰਨਾ ਸਮਾਨ ਪਿਆ ਹੈ,
ਤੇ ਜਿਹੜੀ ਬਿਲਡਿੰਗ ਦੇ ਵਿੱਚ ਆਹ ਕੰਮ ਹੋ ਗਿਆ। ਜਦ ਹੁਣ ਤੁਸੀਂ ਸ਼ੁਰੂ ਕੀਤਾ ਤੇ ਕੀ ਮਹਿਸੂਸ ਕੀਤਾ ਫਿਰ? ਹਾਂਜੀ ਅੰਕਲ, ਮੇਰਾ ਮੇਨ ਮੁੱਦਾ ਇਹ ਹੈ ਤੁਹਾਨੂੰ ਦੱਸਣ ਦਾ ਵੀ ਅਸੀਂ ਕਿਹਾ ਸੀਗਾ ਵੀ ਟਰਾਂਸਪੇਰੈਂਟ ਹੋ ਕੇ ਸਭ ਕੁਝ ਦੱਸਾਂਗੇ ਜੀ। ਸੋ ਦੈਟ ਇਜ਼ ਵਾਟ ਆਮ ਹੀਅਰ ਇਹ ਦੱਸਣ ਆਏ ਸੀਗੇ ਜੀ। ਸੋ ਆਪਣੀ ਸੋਸਾਇਟੀ ਦੀ ਹਿਸਟਰੀ ਵਿੱਚ ਭਾਵੇਂ ਇਲੈਕਸ਼ਨ ਹੋਏ ਭਾਵੇਂ ਸਿਲੈਕਸ਼ਨ ਹੋਏ, ਆਪਣੀ ਜਦੋਂ ਆਊਟਗੋਇੰਗ ਕਮੇਟੀ ਇਨਕਮਿੰਗ ਕਮੇਟੀ ਨੂੰ ਜਿਹੜੀ ਚੀਜ਼ਾਂ ਹੈਂਡਓਵਰ ਕਰਦੇ ਨੇ, ਇਟਸ ਬੀਨ ਵੈਰੀ ਸਮੂਥ ਟ੍ਰਾਂਜੀਸ਼ਨ ਚੱਲਦਾ ਆ ਰਿਹਾ ਜੀ। ਤੇ ਇੰਨੇ ਸਾਲਾਂ ਦੇ ਪਿੱਛੇ ਜੋ ਮੋਢੇ ਨਾਲ ਮੋਢਾ ਜੋੜ ਕੇ ਤੇ ਹੱਥ ਮਿਲਾ ਕੇ ਟ੍ਰਾਂਜੀਸ਼ਨ ਹੁੰਦਾ ਰਿਹਾ ਜੀ। ਅਨਫੋਰਚੂਨੇਟਲੀ ਆਪਣੀ ਅਫਸੋਸ ਇਹ ਹੈ ਜੀ ਸਾਡੇ ਨਾਲ ਸਭ ਤੋਂ ਉਲਟੀ ਹੋ ਰਿਹਾ ਜੀ। ਜਿੰਨੀਆਂ ਚੀਜ਼ਾਂ ਅਸੀਂ ਹਜੇ ਤੱਕ ਗੁਰਦੁਆਰੇ ਦੀ ਪ੍ਰਾਪਰਟੀ ਦੀ ਐਕਸੈਸ ਲੈਣ ਨੂੰ ਜਾਂ ਆਪਣੇ ਰੈਗੂਲੇਟਰੀ ਇਨਫੋਰਮੇਸ਼ਨ ਲੈਣ ਲਈ ਸਾਨੂੰ ਹਜੇ ਤੱਕ ਵੀ ਬੈਟਲ ਕਰਨਾ ਪੈ ਰਿਹਾ ਜੀ। ਅੱਛਾ। ਸੋ ਅਸੀਂ ਮਲਟੀਪਲ ਅਟੈਂਪਟਸ ਕੀਤੀਆਂ ਜੀ। ਆਪਣੀ ਜਿਹੜੀ ਆਊਟਗੋਇੰਗ ਕਮੇਟੀ ਨੂੰ ਆਈ ਜੀ, ਫੋਨ ਕਾਲ ਵੀ ਕੀਤੇ, ਈਮੇਲਸ ਵੀ ਕੀਤੀਆਂ, ਟੈਕਸਟ ਅਸੀਂ ਪਰਸਨਲੀ ਵੀ ਮਿਲੇ ਆ ਤੇ ਕਹਿੰਦੇ ਕੋਈ ਨਾ ਦੇ ਦਿੰਦੇ ਆ ਜੀ, ਡੋਂਟ ਵਰੀ ਦੇ ਦਿੰਦੇ ਆ। ਤੇ ਕਾਫੀ ਡਿਲੇਜ਼ ਤੇ ਹਜੇ ਤੱਕ ਤੁਹਾਨੂੰ ਸਾਹਮਣੇ ਹੈ ਜੀ, ਇਲੈਕਸ਼ਨ ਹੋਈ ਨੂੰ 8 ਹਫ਼ਤੇ ਹੋ ਚੱਲੇ ਤੇ ਹਜੇ ਵੀ ਅਸੀਂ ਇਸੇ ਕੰਮ 'ਚ ਉਲਝੇ ਪਏ ਆ ਜੀ। ਸਾਡੇ ਜਿੰਨੀਆਂ ਪਲਾਨਸ ਸੀਗੇ, ਜਿੰਨੇ ਅਸੀਂ ਪ੍ਰੋਗਰਾਮਾਂ ਦੇ ਪਲਾਨ ਸੀਗੇ, ਸਾਡੀ ਐਨਰਜੀ ਇਸੇ ਕੰਮਾਂ 'ਚ ਵੇਸਟ ਹੋ ਰਹੀ ਹੈ ਜੀ ਹਜੇ। ਸੋ ਮੇਰੇ ਮੂਹਰੇ ਲਿਸਟ ਹੀ ਹੈ ਜੀ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜਿਹੜੀਆਂ ਚੀਜ਼ਾਂ ਆਪਾਂ ਨੂੰ ਮਿਲਣੀਆਂ ਚਾਹੀਦੀਆਂ ਮੇਰੀ ਗੁਰਦੁਆਰੇ ਦੀ ਪ੍ਰਾਪਰਟੀਆਂ ਨੇ ਵੀ ਉਹ ਹਜੇ ਤੱਕ ਨਹੀਂ ਸਾਨੂੰ ਮਿਲ ਰਹੀਆਂ ਜੀ। ਅੱਛਾ ਜੀ, ਹਾਂਜੀ ਦੱਸੋ। ਸੋ ਸਭ ਤੋਂ ਪਹਿਲੀ ਚੀਜ਼ ਹੈਗੀ ਆਪਣੀ BC ਸੁਸਾਇਟੀਜ਼ ਆਨਲਾਈਨ। ਇਹ ਹੈਗੀ ਆਪਣੀ ਜਿਹੜੀ ਵਿਕਟੋਰੀਆ ਹੈਂਡਲ ਹੋ ਰਹੀ ਹੈ ਜੀ ਗਵਰਨਮੈਂਟ ਤੋਂ, BC ਗਵਰਨਮੈਂਟ, ਜਿੱਥੇ ਆਪਣੀ ਕਾਰਪੋਰੇਟ ਰਜਿਸਟਰੀ ਸੁਸਾਇਟੀ ਰਜਿਸਟਰ ਹੁੰਦੀ ਹੈ ਜੀ, ਜਿੱਥੇ ਸਾਰੇ ਡਾਇਰੈਕਟਰਾਂ ਦੀ ਇਨਫੋਰਮੇਸ਼ਨ ਅਪਡੇਟ ਕਰਨੀ ਹੁੰਦੀ ਹੈ ਜੀ। ਜਦੋਂ ਟ੍ਰਾਂਜੀਸ਼ਨ ਹੋ ਜੇ ਪਹਿਲੀ ਚੀਜ਼ ਇਹ ਹੁੰਦੀ ਹੈ ਜੀ, ਉਹ ਡਾਇਰੈਕਟਰਸ ਬੋਰਡ ਆਫ ਡਾਇਰੈਕਟਰਸ ਅਪਡੇਟ ਹੋ ਕੇ ਉਹੀ ਇਨਫੋਰਮੇਸ਼ਨ ਆਪਾਂ ਗਾਹਾਂ ਬੈਂਕ ਨੂੰ ਦੇਣੀ ਹੁੰਦੀ ਹੈ ਜੀ। ਉਹੀ ਗਾਣਾ ਆਪਾਂ ਦੇਣੀ ਹੁੰਦੀ ਹੈ ਮੈਰਿਜ ਰਜਿਸਟਰ ਵਾਲਿਆਂ ਨੂੰ ਜਾਂ ਇਮੀਗ੍ਰੇਸ਼ਨ ਕੈਨੇਡਾ ਨੂੰ ਵੀ ਆਹ ਲਓ ਜੀ ਆਪਣੇ ਨਵੇਂ ਡਾਇਰੈਕਟਰ ਚੇਂਜ ਹੋ ਗਏ। ਠੀਕ। ਇਸੇ ਆਪਣੀ ਬੋਰਡ ਆਫ ਡਾਇਰੈਕਟਰਸ ਅਪਡੇਟ ਕਰਨ ਨੂੰ ਸਾਨੂੰ ਹਫ਼ਤਾ ਲੱਗ ਗਿਆ ਜੀ, ਜਸਟ ਬਿਕਾਜ਼ ਨਾ ਸਾਨੂੰ ਪਾਸਵਰਡ ਦਿੱਤੇ ਗਏ ਤੇ ਵਿੱਚ ਵਿਚਾਲੇ ਹੋਰ ਗੁਰਦੁਆਰੇ ਦੇ ਐਡਰੈਸ ਵੀ ਚੇਂਜ ਕੀਤੇ ਗਏ, ਈਮੇਲਾਂ ਵੀ ਚੇਂਜ ਕੀਤੀਆਂ ਗਈਆਂ। ਸੋ ਸਾਨੂੰ ਲਾਇਰ ਰਾਹੀਂ ਚਿੱਠੀ ਪਾਉਣੀ ਪਈ ਜੀ BC ਸੁਸਾਇਟੀ ਆਨਲਾਈਨ ਨੂੰ ਵੀ ਦਿਸ ਇਜ਼ ਆਪਣੀ ਇਲੈਕਸ਼ਨ ਹੋਈ ਹੈ ਜੀ, ਆਹ ਨਵੀਂ ਸਲੇਟ ਆਈ, ਆਹ ਲੋ ਇਲੈਕਸ਼ਨ ਰਿਜ਼ਲਟ, ਤਾਂ ਉਹਨਾਂ ਨੇ ਜਾ ਕੇ ਚੇਂਜ ਕੀਤਾ ਜੀ। ਸੋ ਵਨਸ ਅਗੇਨ ਜੇ ਸਮੂਥ ਟ੍ਰਾਂਜੀਸ਼ਨ ਹੁੰਦਾ ਸਾਨੂੰ ਕੋਈ ਲੀਗਲ ਲੈਟਰ ਲਾਇਰ ਤੋਂ ਪਾਉਣੀ ਨਾ ਪੈਂਦੀ, ਰਾਈਟ। ਅੱਛਾ। ਦੂਸਰੀ ਗੱਲ ਆਈ ਆਪਣੀ ਈਮੇਲਸ। ਆਪਣੇ ਗੁਰਦੁਆਰੇ ਦੀ ਈਮੇਲ ਚੱਲਦੀ ਆ ਰਹੀ ਹੈ ਪਿਛਲੇ 10-15 ਸਾਲ ਤੋਂ ਤੇ ਇਟ ਇਜ਼ ਵਿਦ ਸਾਰੀ ਰੈਗੂਲੇਟਰੀ ਬਾਡੀ ਜਿਹੜੇ ਆਪਣੀ ਇਮੀਗ੍ਰੇਸ਼ਨ ਕੈਨੇਡਾ, ਸਰਵਿਸ ਕੈਨੇਡਾ, CRA ਜਾਂ ਹੋਰ ਤਰ੍ਹਾਂ ਦੀ ਜਿੰਨੇ ਆਪਣੇ ਸੁਸਾਇਟੀ ਹੁੰਦੀਆਂ ਚੰਡੀਗੜ੍ਹ ਇਮੀਗ੍ਰੇਸ਼ਨ ਨਾਲ, ਉਹੀ ਈਮੇਲ ਚੱਲਦੀ ਆਉਂਦੀ ਹੈ ਜਿਹੜੀ ਆਪਾਂ ਨੂੰ ਵੀ ਪਤਾ ਵੀ ਈਮੇਲ ਦੀ ਕਾਫੀ ਜ਼ਿਆਦਾ ਪਾਵਰ ਹੁੰਦੀ ਹੈ, ਜਿਹਦੇ ਵਿੱਚ ਗੁਰਦੁਆਰੇ ਦਾ ਸਿਗਨੇਚਰ ਹੁੰਦਾ ਜੀ, ਜਿਹੜੀ ਗੁਰਦੁਆਰੇ ਦੀ ਰੈਪੂਟੇਸ਼ਨ ਹੁੰਦੀ ਹੈ ਜੀ। ਤੇ ਜੇ ਸਾਨੂੰ ਉਹ ਈਮੇਲ ਨਾ ਮਿਲੇ ਦੇयर ਇਜ਼ ਅ ਲੋਟ ਆਫ ਅਬਿਊਜ਼ ਹੋ ਸਕਦੀ ਹੈ ਈਮੇਲ ਦੀ। ਅਬਿਊਜ਼ ਦਾ ਮਤਲਬ ਇਹ ਆ ਵੀ ਰੋਂਗਫੁਲੀ ਵਰਤੀ ਜਾ ਸਕਦੀ ਹੈ ਜੇ ਸਾਡੇ ਕੋਲ ਨਾ ਹੋਵੇ। ਸੋ ਆਪਾਂ ਆਪਦੇ ਵੱਲੋਂ ਕੋਸ਼ਿਸ਼ ਕੀਤੀ ਹੈ ਸਾਰੀ ਜਿੰਨੀ ਰੈਗੂਲੇਟਰੀ ਬਾਡੀਜ਼ ਦੀ ਈਮੇਲ ਮੈਨੂੰ ਲੱਭੀ, ਮੈਂ ਉਹਨਾਂ ਨੂੰ ਦੱਸਿਆ ਵੀ ਸਾਡੇ ਕੋਲੇ ਈਮੇਲ ਇਹ ਹੈ ਨਹੀਂ ਕਿ ਐਕਸੈਸ, ਇਹ ਜੇ ਵਰਤੀ ਗਈ ਤਾਂ ਫਰੋਜਨਲੀ ਵਰਤੀ ਗਈ ਹੈ। ਬਟ ਜੇ ਸਾਨੂੰ ਈਮੇਲ ਮਿਲ ਜੇ ਐਟ ਲੀਸਟ ਵੀ ਕੈਨ ਸੋਸਾਇਟੀ ਦੀ ਅਫੇਅਰਸ ਅਸੀਂ ਹੈਂਡਲ ਕਰ ਸਕੀਏ ਚੰਗੇ ਤਰੀਕੇ ਨਾਲ। ਸੋ ਉਹ ਈਮੇਲ ਦਾ ਐਕਸੈਸ ਹਲੇ ਤੱਕ ਮਿਲਿਆ ਨਹੀਂ, ਪਾਸਵਰਡ ਨਹੀਂ ਮਿਲਿਆ? ਨਹੀਂ ਜੀ, ਮਿਲਿਆ ਨਹੀਂ ਜੀ। ਸੋ ਮੈਂ ਫੋਨ ਕਾਲ ਵੀ ਕੀਤੇ, ਪਰਸਨਲੀ ਗੱਲਾਂ ਵੀ ਹੋਈਆਂ ਜੀ ਪਿਛਲੀ ਆਊਟਗੋਇੰਗ ਕਮੇਟੀ ਨਾਲ, ਉਹ ਕਹਿੰਦੇ ਮੇਰੇ ਕੋਲ ਐਕਸੈਸ ਹੈ ਨਹੀਂਗਾ। ਜਦੋਂ ਅਸੀਂ ਪਾਸਵਰਡ ਰੀਸੈਟ ਕਰਨ ਦੀ ਇਟਸ ਅ ਸਿੰਪਲ ਈਮੇਲ, ਹੌਟਮੇਲ ਈਮੇਲ ਆ, ਜਦੋਂ ਰੀਸੈਟ ਕਰੀਦਾ ਉੱਤੇ ਆ ਜਾਂਦਾ ਵੀ ਆਹ ਫੋਨ ਨੰਬਰ ਨੂੰ ਅਸੀਂ ਪਿੰਨ ਭੇਜ ਦਾਂਗੇ, ਉਹ ਹੋ ਜਾਂਦੀ ਹੈ ਰੀਸੈਟ ਵਿਦਿਨ 30 ਸੈਕਿੰਡਸ। ਯੈਸ। ਕੋਈ ਮਿਲਣ ਦੀ ਲੋੜ ਨਹੀਂ, ਕੋਈ ਈਮੇਲ ਦੀ ਲੋੜ ਨਹੀਂ, ਉਹਦਾ ਮੈਨੂੰ ਸਿੱਧਾ ਟੈਕਸਟ ਭੇਜ ਦਿਓ ਵੀ ਆਹ ਪਾਸਵਰਡ ਆ। ਬਟ ਸੱਚ ਅ ਸਿੰਪਲ ਥਿੰਗ ਉਹ ਵੀ ਸਾਨੂੰ ਅਜੇ ਤੱਕ ਮਿਲ ਨਹੀਂ ਰਿਹਾ, ਕਹਿੰਦੇ ਵੀ ਸਾਡੀ ਪਰਸਨਲ ਈਮੇਲਾਂ ਦੇ ਵਿੱਚ। ਸੋ ਈਮੇਲ ਮੇਰੇ ਹਿਸਾਬ ਨਾਲ ਇਜ਼ ਦ ਬਿਗੇਸਟ ਥਿੰਗ। As a professional, you can use email for many personal ਚੀਜ਼ਾਂ ਲਈ ਵਰਤ ਸਕਦੇ ਹੋ, which is not correct. Society ਦੀ ਈਮੇਲ ਹੈ, ਗੁਰਦੁਆਰੇ ਦੀ ਪ੍ਰਾਪਰਟੀ ਆ, ਪਿਛਲੇ 10-15 ਸਾਲਾਂ ਤੋਂ ਇਹੀ ਈਮੇਲ ਚੱਲਦੀ ਆ ਰਹੀ ਹੈ। ਅਸੀਂ ਨਵੀਂ ਈਮੇਲ ਤਾਂ ਬਣਾ ਵੀ ਲਈ, ਬਟ ਜਿੱਥੇ ਸਾਰੀ ਰੈਗੂਲੇਟਰੀ ਬਾਡੀਜ਼ ਕੋਲੇ ਆਹ ਈਮੇਲ ਸੀਗੀ ਉਹ ਸਭ ਤੋਂ ਪਾਵਰਫੁਲ ਹੁੰਦੀ ਹੈ ਜੀ, ਰਾਈਟ। ਤੇ ਫਿਰ ਉਹਨਾਂ ਨੂੰ ਤੁਸੀਂ ਅਪਡੇਟ ਕਰਤਾ ਵੀ ਸਾਡੀ ਨਵੀਂ ਜਿਹੜੀ ਸੇਵਾਦਾਰਾਂ ਦੀ ਸੁਸਾਇਟੀ ਦੀ ਹੁਣ ਈਮੇਲ ਹੈ, ਜਿਹੜੀ ਪਹਿਲੀ ਈਮੇਲ ਹੈ ਉਹ ਮਨਿੰਦਰ ਦਿੱਤੀ ਕਿਉਂ ਨਹੀਂ ਜਾ ਰਹੀ? ਉਹ ਤਾਂ ਗੁਰਦੁਆਰਾ ਸਾਹਿਬ ਦੀ ਪ੍ਰਾਪਰਟੀ ਹੈ। ਹਾਂਜੀ, ਆ ਕੇ ਇਹੀ ਤਾਂ ਅਸੀਂ ਪੁੱਛਦੇ ਹਾਂ। ਉਹ ਕਹਿੰਦੇ ਵੀ ਸਾਡੀ ਪਰਸਨਲ ਈਮੇਲਾਂ ਦੇ ਵਿੱਚ ਜਾਂ ਮੇਰੇ ਕੋਲ ਐਕਸੈਸ ਹੈ ਨਹੀਂ, ਉਹ ਤਾਂ ਅਸੀਂ ਬੰਦ ਕਰਤੀ। ਪਰਸਨਲ ਕੀ ਹੋ ਸਕਦਾ ਗੁਰੂ ਘਰ ਦੀ ਪ੍ਰਾਪਰਟੀ 'ਚ? ਪਰਸਨਲ ਕੀ ਹੋ ਗਿਆ? ਜਦ ਤੁਸੀਂ ਸੇਵਾ ਮੁਕਤ ਹੋ ਗਏ, ਤੁਹਾਨੂੰ ਸੰਗਤ ਨੇ ਫਤਵਾ ਦਿੱਤਾ, ਤੁਸੀਂ ਗੁਰਦੁਆਰਾ ਸਾਹਿਬ ਦੀ ਸੇਵਾ 'ਚ ਨਹੀਂ ਹੈ, ਤਾਂ ਸਾਰੀਆਂ ਚੀਜ਼ਾਂ ਚਾਬੀਆਂ ਦੇ ਨਾਲ ਸਾਰਾ ਕੁਝ ਜਿੱਦਣ ਟ੍ਰਾਂਜੀਸ਼ਨ ਦਾ ਡੇ ਆ ਉਦੋਂ ਸਭ ਕੁਝ ਦੇਣਾ ਚਾਹੀਦਾ ਹੈ। ਹਾਂਜੀ ਅੰਕਲ, ਦੈਟਸ ਦੀ ਐਗਜ਼ੈਕਟ ਥਿੰਗ। ਪਰਸਨਲ ਤਾਂ ਹੋਣਾ ਨਹੀਂ ਚਾਹੀਦਾ ਜੀ ਕੁਛ ਵਿੱਚ। ਇਟ ਸ਼ੁੱਡ ਬੀ ਆਲ ਸੋਸਾਇਟੀ ਦੇ ਅਫੇਅਰਸ ਰਿਲੇਟਡ ਹੋਣੀਆਂ ਚਾਹੀਦੀਆਂ ਗੱਲਾਂ, ਈਮੇਲਾਂ ਪ੍ਰੋਫੈਸ਼ਨਲ ਹੋਣੀਆਂ ਚਾਹੀਦੀਆਂ ਜੀ। ਸੋ ਪਰਸਨਲ ਤਾਂ ਹੋਣੀ ਨਹੀਂ ਚਾਹੀਦੀ ਕੋਈ।
ਸੋ ਇਹੀ ਗੱਲ ਸਾਨੂੰ ਥੋੜੀ ਸਮਝ ਨਹੀਂ ਆ ਰਹੀ ਵੀ ਕੀ ਲੁਕਾਇਆ ਜਾ ਰਿਹਾ ਜੀ, ਰਾਈਟ। ਹੁਣ ਅਸੀਂ ਤਾਂ ਸੰਗਤ ਨੂੰ ਅਸੀਂ ਆਪ ਦੀ ਕਮੇਟੀ ਦੇ ਵਿੱਚ ਗੱਲ ਕਰ ਲਾਂਗੇ, 100 ਬੰਦੇ ਹੋਰ ਦੱਸ ਦਿਆਂਗੇ, ਪਰ ਸਾਨੂੰ ਆਹ ਰੇਡੀਓ ਤੇ ਤਾਂ ਆਉਣਾ ਪਿਆ ਦੱਸਣ ਨੂੰ ਵੀ ਆਪਣੀ ਕਮਿਊਨਿਟੀ ਬਹੁਤ ਵੱਡੀ ਆ ਜੀ। ਲੋਕ ਕਹਿਣਗੇ ਸਾਨੂੰ ਤਾਂ ਪਤਾ ਨਹੀਂ ਸੀ ਕੀ ਹੋ ਰਿਹਾ ਸੀਗਾ। ਸੋ ਵੀ ਵਾਂਟ ਟੂ ਬੀ ਟ੍ਰਾਂਸਪੇਰੈਂਟ, ਵੀ ਸਾਰੇ ਸੰਗਤ ਨੂੰ ਪਤਾ ਲੱਗੇ ਕੀ ਹੋ ਰਿਹਾ ਜੀ। ਤੇ ਗਵਰਨਮੈਂਟ ਦੇ ਆਫਿਸਿਸ ਦੇ ਵਿੱਚ ਜਿੱਥੋਂ ਈਮੇਲ ਤੁਸੀਂ ਚੇਂਜ ਕਰਕੇ ਭੇਜਦੇ ਹੋ, ਸੇ ਅੰਬੈਸੀ ਨੂੰ ਭੇਜਣੀ ਆ ਦਿੱਲੀ ਚ, ਕੈਨੇਡੀਅਨ ਅੰਬੈਸੀ ਨੂੰ, ਉਹ ਕੀ ਮਹਿਸੂਸ ਕਰਨਗੇ ਸਾਡੀ ਕਮਿਊਨਿਟੀ ਲਈ ਵੀ ਅਸੀਂ ਗੁਰਦੁਆਰਿਆਂ ਲਈ ਆਹ ਕੁਛ ਕਰਦੇ ਆ? ਹਾਂਜੀ, ਆ ਕੇ ਕਾਫੀ ਅਫਸੋਸ ਵਾਲੀ ਗੱਲ ਆਈ ਵੀ ਉਹ ਕਹਿਣਗੇ ਅਸੀਂ ਕਿਹੜੀ ਈਮੇਲ ਮੰਨੀਏ। ਉਹ ਸਾਡੀ ਈਮੇਲ ਕਿਹੜਾ ਵੀ ਉਹ ਲੈ ਲੈਣਗੇ ਵੀ ਚੱਲ ਠੀਕ ਹੈ ਮਨਿੰਦਰ ਸਿੰਘ ਦੀ ਈਮੇਲ ਮੰਨ ਲੈਂਦੇ ਆ। ਉਹਨਾਂ ਨੇ ਕਹਿਣਾ ਵੀ ਨੋ ਜਿਹੜੀ ਪੁਰਾਣੀ ਚੱਲਦੀ ਆ ਰਹੀ ਹੈ ਉਹ ਤਾਂ ਸਹੀ ਹੋਣੀ ਚਾਹੀਦੀ ਹੈ। ਉਹਨਾਂ ਨੇ ਕਹਿਣਗੇ ਤਾਂ ਫਿਰ ਜਿਹੜਾ ਮਰਜ਼ੀ ਬਣਾ ਕੇ ਈਮੇਲ ਕਰ ਸਕਦਾ ਵੀ ਉਹ ਗਲਤ ਸੀ, ਆ ਨਵੀਂ ਆ। ਤੇ ਇਸ ਤੋਂ ਅੱਗੇ ਹਾਂਜੀ, ਤੇ ਗਾਂ ਵਾਲੀ ਚੀਜ਼ ਹੈਗੀ ਜੀ, ਸੰਗਤ ਨੂੰ ਇਹ ਕਿਹਾ ਗਿਆ ਸੀਗਾ ਆਪਣੇ ਬੈਂਕ ਅਕਾਊਂਟ ਬਾਰੇ ਵੀ ਆਪਣੇ ਇੰਨੇ ਬੈਲੈਂਸ ਸੀਗੇ, ਇਲੈਕਸ਼ਨ ਵੇਲੇ ਅਸੀਂ ਐਂ ਛੱਡ ਕੇ ਜਾ ਰਹੇ ਹਾਂ, ਲੋਨ ਫ੍ਰੀ ਆ ਜੀ। ਮੈਂ ਸੰਗਤ ਨੂੰ ਇਹ ਦੱਸਣਾ ਚਾਹੁੰਦਾ ਜੀ, ਆਪਾਂ ਨੂੰ 1,30,000 ਕਿਹਾ ਗਿਆ ਸੀਗਾ ਰੇਡੀਓ ਤੇ ਵੀ 1,30,000 ਆ ਜੀ ਇਸ ਮੌਕੇ ਅਸੀਂ ਛੱਡ ਕੇ ਜਾ ਰਹੇ ਹਾਂ ਜੀ ਬੈਲੈਂਸ। ਬਟ ਸਾਨੂੰ ਐਕਸੈਸ ਮਿਲਿਆ ਜਾ ਕੇ ਅਪ੍ਰੈਲ 6 ਨੂੰ 2.5 ਹਫ਼ਤੇ ਬਾਅਦ, ਬਿਕਾਜ਼ ਨੰਬਰ 1 ਆਪਣੀ ਜਿਹੜੀ ਕਾਰਪੋਰੇਟ ਰਜਿਸਟਰੀ ਨਹੀਂ ਮਿਲੀ, ਉਹਦੇ ਕਰਕੇ ਸਾਨੂੰ ਬੈਂਕ 'ਚ ਕਾਫੀ ਜ਼ਿਆਦਾ ਡਿਲੇ ਆਈ, ਗੋਲਕ ਦੇ ਪੈਸੇ ਨਾ ਜਮ੍ਹਾਂ ਅਸੀਂ ਕਰ ਸਕੇ। ਸੋ ਉਸ ਕਰਕੇ ਹੁਣ ਜਿਵੇਂ ਜਿੱਦਣ ਅਸੀਂ ਅਪ੍ਰੈਲ 6 ਨੂੰ ਐਕਸੈਸ ਮਿਲੀ, ਪਹਿਲੀ ਚੀਜ਼ ਲੌਗਇਨ ਕਰਕੇ ਦੇਖਿਆ ਜੀ -$1,833 ਸੀਗੇ ਜੀ। ਸੋ ਕੋਈ 1,30,000 ਨਹੀਂ, -$1,800 ਸੀ ਅਕਾਊਂਟ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਜੀ। ਤੇ ਜਿਸ ਵਿੱਚ ਹਜੇ ਆਊਟਸਟੈਂਡਿੰਗ ਬਿੱਲ ਵੀ ਕਾਫੀ ਰਹਿੰਦੇ ਸੀਗੇ ਜਿਹੜੇ ਸਾਨੂੰ ਬਾਅਦ 'ਚ ਇਨਹੈਰਿਟ ਕਰਕੇ ਸਾਨੂੰ ਹੁਣ ਪੇ ਕਰਨੇ ਪੈ ਰਹੇ ਜੀ। ਜਿਵੇਂ ਗਵਰਨਮੈਂਟਾਂ ਜਦੋਂ ਲਾਏ ਸੀਗੇ ਬਲੈਕਵੁੱਡ ਜਿਹੜੀ ਬਿਲਡਿੰਗ ਸਪਲਾਈਜ਼ ਵਾਲੇ ਆ ਜੀ, ਉਹਨਾਂ ਤੋਂ $13,000 ਦਾ ਉਹ ਬਿੱਲ ਰਹਿੰਦਾ ਸੀਗਾ ਜੀ। ਉੱਤੋਂ ਦੀ ਇੱਕ ਸੀਗਾ ਜਿਹੜਾ ਆਪਣੇ ਇਲੈਕਸ਼ਨ ਵਾਲਾ ਅਫੀਸ਼ੀਅਲ ਹੈਗਾ ਰੌਨ, ਜਿਹੜਾ ਕੋਰਟ ਅਪੁਆਇੰਟਡ ਅਫੀਸ਼ੀਅਲ ਸੀਗਾ, $45,000 ਉਹਦਾ ਬਿੱਲ ਸੀਗਾ ਜੀ। ਉੱਤੋਂ ਦੀ ਹੋਰ ਛੋਟੇ ਮੋਟੇ ਬਿੱਲ ਇਕੱਠੇ ਕਰਕੇ $10,000 ਸੀਗਾ। ਸੋ ਟੋਟਲ $60,000 ਸਾਨੂੰ ਬਾਅਦ ਦੇ ਵਿੱਚ ਪੇ ਕਰਨੇ ਪੈ ਰਹੇ। ਸੋ ਟੋਟਲ ਜੇ ਆਪਾਂ ਸੋਚੀਏ ਨੈਗੇਟਿਵ ਆਪਣੇ ਓਵਰਡਰਾਫਟ ਅਕਾਊਂਟ ਗਿਆ ਬਈ $70,000 ਆਲਮੋਸਟ, ਤੇ 130 ਦੇਣਾ ਸੀ ਤੇ 2 ਲੱਖ ਦੇ ਘਾਟੇ 'ਚ ਚਲੇ ਗਈ ਗੱਲ ਫਿਰ ਜੀ। ਹਾਂਜੀ, ਘਾਟਾ ਹੀ ਸਾਨੂੰ 70,000 ਤੱਕ ਮਿਲਿਆ ਆਲਮੋਸਟ। ਸੋ 1 ਲੱਖ 1,30,000 ਉਹ ਕਹਿ ਰਹੇ ਸੀ ਬੈਲੈਂਸ। ਮੇਰੇ ਪ੍ਰੋਗਰਾਮ 'ਚ ਕਿਹਾ ਵੀ 1,30,000 ਦੇਵਾਂਗੇ ਅਸੀਂ, ਬੈਂਕ ਸਾਡੇ ਕੋਲ ਬੈਲੈਂਸ ਆ, ਪਲੱਸ 70,000 1,30,000 ਉਹ ਨਹੀਂ ਮਿਲਿਆ, 70,000 ਤੁਸੀਂ ਹੋਰ ਦੇ ਰਹੇ ਹੋ, 2 ਲੱਖ ਦਾ ਘਾਟਾ ਹੋ ਗਿਆ ਫਿਰ। ਹਾਂਜੀ ਅੰਕਲ, ਹਾਂਜੀ। ਸੋ ਦੈਟ ਇਜ਼ ਹੁਣ ਅਸੀਂ ਜਿਵੇਂ ਕੀ ਕਹਿੰਦੇ ਹੋਲ ਡਿਗ ਕਰ ਲਿਆ ਜੀ। ਹੁਣ ਹੋਲ ਦੇ ਡਿਗ ਬਾਹਰ ਨਿਕਲਣ ਦੇ ਲਈ ਸਾਨੂੰ ਕਾਫੀ ਜ਼ਿਆਦਾ ਕੰਮ ਕਰਨਾ ਪਏਗਾ ਜੀ। ਹਾਂਜੀ। ਅੱਛਾ, ਹੋਰ ਕੀ ਮੁਸ਼ਕਲ ਮਨਿੰਦਰ ਆਈ ਫਿਰ? ਹਾਂਜੀ ਅੰਕਲ, ਸੋ ਇੱਕ ਹੈਗਾ ਆਪਣਾ ਫੇਸਬੁੱਕ ਪੇਜ ਜੀ। ਹੁਣ ਅਸੀਂ ਫੇਸਬੁੱਕ ਪੇਜ ਤਾਂ ਨਵਾਂ ਬਣਾ ਲਾਂਗੇ, ਪਰ ਜਿਹੜਾ 10 ਸਾਲਾਂ ਤੋਂ ਚੱਲਦਾ ਆ ਰਿਹਾ ਜੀ, ਜਿਹਦੇ ਵਿੱਚ ਥਾਊਜ਼ੈਂਡਸ ਆਫ ਫਾਲੋਅਰਸ ਨੇ, ਜਿਹੜੇ ਆਪਾਂ ਜੇ ਕੋਈ ਮੈਸੇਜ ਭੇਜਣਾ ਸਾਰੀ ਸੰਗਤ ਨੂੰ ਜਾਵੇ, ਉਹ ਵੀ ਫੇਸਬੁੱਕ ਪੇਜ ਦਾ ਪਾਸਵਰਡ ਨਹੀਂ ਦਿੱਤਾ ਜਾ ਰਿਹਾ ਜੀ। ਉਹ ਵੀ ਰੀਸੈਟ ਕਰਨ ਦੇ ਲਈ ਅੰਕਲ 30 ਸਕਿੰਟ ਲੱਗਦੇ। ਆਪਾਂ ਸਾਰਿਆਂ ਕੋਲ ਫੇਸਬੁੱਕ ਹੈਗਾ ਜੀ, ਇੱਕ ਪਿੰਨ ਭੇਜਦੇ ਆ, ਟੈਂਪਰੇਰੀ ਪਾਸਵਰਡ ਰੀਸੈਟ ਡਨ, ਪਰ ਉਹ ਵੀ ਕਹਿੰਦੇ ਕੋਈ ਅਸੀਂ ਦੇ ਦਾਂਗੇ, ਸਾਡੇ ਕੋਲ ਐਕਸੈਸ ਹੈ ਨਹੀਂ। ਪਰ ਜਦੋਂ ਅਸੀਂ ਉਹਦੀ ਇਨਫੋਰਮੇਸ਼ਨ ਦੇਖੀ ਦੀ ਆ, ਉਹਦੇ ਸ਼ਰੇਆਮ ਫੋਨ ਲਿਖੇ ਹੁੰਦੇ ਆ, ਨਾਂ ਲਿਖਿਆ ਹੁੰਦਾ ਵੀ ਕਿਹਦੇ ਕੋਲ ਐਕਸੈਸ ਆਈ। ਸੋ ਮੈਂ ਕਿਸੇ ਨਾਂ ਨਹੀਂ ਲੈਂਦਾ, ਪਰ ਆਪਣੀ ਆਊਟਗੋਇੰਗ ਕਮੇਟੀ ਨੂੰ ਨਹੀਂ ਦੇ ਰਹੀ ਜੀ। ਹੁਣ ਸਾਨੂੰ ਫੇਸਬੁੱਕ ਨਵਾਂ ਬਣਾ ਲਿਆ ਜੀ, ਜਿਹਦੇ ਵਿੱਚ ਸਾਡੇ ਕੋਲ 100-150 ਫਾਲੋਅਰ ਨੇ। ਜੇ ਮੈਸੇਜ ਭੇਜਣਾ ਵੀ ਆ, ਉਹ ਤਾਂ ਬੰਦੇ ਜਾਣਦੇ ਆਪਣੇ ਵਿੱਚ ਵੀ ਕੀ ਹੋ ਰਿਹਾ। ਆਪਣੀ ਮੁੱਦਾ ਇਹ ਹੈ ਵੀ ਸਾਰੀ ਸੰਗਤ ਨੂੰ ਪਤਾ ਲੱਗੇ ਵੀ ਕੀ ਹੋ ਰਿਹਾ, ਕਿਹੜੇ ਪ੍ਰੋਗਰਾਮਸ ਆ ਰਹੇ ਨੇ। ਸਾਨੂੰ ਪੇਜ ਉਹ ਹੋਵੇ ਜਿਹੜਾ ਪੁਰਾਣਾ ਚੱਲਦਾ ਆ ਰਿਹਾ, ਸਾਰੇ ਫਾਲੋਅਰਸ ਕਰ ਰਹੇ ਨੇ। ਆਪਾਂ ਕਹਿ ਨਹੀਂ ਸਕਦੇ ਵੀ ਪੇਜ ਆਪਾਂ ਵਰਤਦੇ ਨਹੀਂ ਜਾਂ ਸਾਨੂੰ ਐਕਸੈਸ ਨਹੀਂ ਹੈਗੀ ਕਰਕੇ। ਆਪਾਂ ਜੇ ਹੁਣ ਲੌਗਇਨ ਕਰਕੇ ਦੇਖੀਏ, ਪਿਛਲੇ ਹਫ਼ਤੇ 4 ਦਿਨ ਹੋਏ ਨੇ ਜਦੋਂ ਕਿਸ ਨੇ ਪੋਸਟ ਪਾਈ ਸੀਗੀ, ਹੁਕਮਨਾਮੇ ਦੀ ਫੋਟੋ ਪਾਈ ਸੀਗੀ ਪੋਸਟ, ਤੇ ਉਹ ਵੀ ਕੋਈ ਨਾ ਕੋਈ ਰੈਗੂਲਰਲੀ ਅਪਡੇਟ ਕਰ ਰਹੇ ਆ ਇਸੇ ਵਕਤ। ਸੋ ਆਪਣੀ ਲਾਸਟ ਚੀਜ਼ ਇਹ ਸੀਗੀ ਜੀ ਵੀ ਜੇ ਜਿੰਨੇ ਆਪਣੇ ਕੋਲ ਗੁਰਦੁਆਰੇ ਦੇ ਕੈਮਰੇ ਨੇ, ਗੁਰਦੁਆਰੇ ਦੇ ਕੰਪਿਊਟਰ ਸੀਗੇ, ਜਿੰਨੇ ਸਾਰੇ ਲੈਟਰਸ ਇਸ਼ੂ ਕਰੀਦੇ ਨੇ, ਭਾਵੇਂ ਇਮੀਗ੍ਰੇਸ਼ਨ ਨੂੰ, ਭਾਵੇਂ ਕੈਮਰੇ ਦੇਖਣਾ ਪਵੇ ਕੀ ਹੋ ਰਿਹਾ ਸੀਗਾ, ਆਪਾਂ ਨੂੰ Day 1 ਤੇ ਮਾਰਚ 19 ਨੂੰ ਸਭ ਕੁਝ ਵਾਈਪ ਕਲੀਨ ਸੀਗਾ ਜੀ। ਜਿਵੇਂ ਕੋਈ ਬ੍ਰੈਂਡ ਨਿਊ ਕੈਮਰੇ ਲੱਗੇ ਹੁੰਦੇ ਆ, ਬ੍ਰੈਂਡ ਨਿਊ ਕੰਪਿਊਟਰ ਦਿੱਤੇ ਹੁੰਦੇ ਆ ਜੀ। ਵੈਰੀ ਗੁੱਡ। ਆਈ ਨਹੀਂ ਵੀ ਸਾਨੂੰ ਕੋਈ ਹਿਸਟਰੀ ਮਿਲੀ ਆ ਜਾਂ ਕੋਈ ਲੈਟਰ ਜਿਹੜੇ ਬੱਲੇ ਕਰਾਤੀ। ਹਾਂਜੀ, ਤੇ ਸੋ ਜੇ ਸੋਚੀਏ ਜੇ ਕੰਪਿਊਟਰ ਦੇ ਡਾਕੂਮੈਂਟਸ ਹੋਣ, ਤੁਹਾਨੂੰ ਪਤਾ ਲੱਗੇ ਵੀ ਕੀ ਇਸ਼ੂ ਹੋਇਆ ਸੀਗਾ। ਐਂ ਤਾਂ ਨਹੀਂ ਵੀ ਅਸੀਂ ਕੋਈ ਡੂ ਐਨੀਥਿੰਗ ਵਿਦ ਇਟ, ਪਰ ਸਾਨੂੰ ਐਟਲੀਸਟ ਪਤਾ ਹੋਵੇ ਕਿਵੇਂ ਕਿਸ ਤਰ੍ਹਾਂ ਦੇ ਲੈਟਰ ਇਸ਼ੂ ਕਰੀਦੇ ਆ, ਜਾਂ ਕੈਮਰਿਆਂ 'ਚ ਕੀ ਹੋ ਰਿਹਾ ਸੀਗਾ। ਜੇ ਕੋਈ ਸਾਨੂੰ ਆ ਕੇ ਕਹਿ ਦੇਵੇ ਮੇਰੀ ਮਾਰਚ 18 ਨੂੰ ਕੋਈ ਗੱਡੀ 'ਚ ਕੋਈ ਲੈ ਕੇ ਚੱਕ ਕੇ, ਆਪਾਂ ਐਟਲੀਸਟ ਕੈਮਰਾ ਦੇਖ ਸਕੀਏ। ਪਰ ਆਪਣੇ ਵੱਲੋਂ everything was wiped clean and you can see that it was wiped clean. ਅੱਛਾ ਮਨਿੰਦਰ, ਸਭ ਤੋਂ ਵੱਡੀ ਗੱਲ ਜਿਹੜੀ ਦੇਖਣ ਵਾਲੀ ਹੈ ਉਹ ਇਹ ਹੈ ਬਈ ਜਿਹੜੇ
ਪਿਛਲੇ ਸਮਿਆਂ ਦੇ ਵਿੱਚ ਅੰਬੈਸੀ ਨੂੰ ਲੈਟਰ ਭੇਜੇ ਗਿਆ ਰਿਕਮੈਂਡੇਸ਼ਨ ਤੇ ਵਿਜ਼ਿਟ ਵੀਜ਼ੇ ਤੇ ਕਿੰਨੇ ਬੰਦੇ ਆਏ ਉਹ ਤੁਸੀਂ ਐਕਸੈਸ ਕਰ ਸਕਦੇ ਹੋ, ਉਹਨਾਂ ਨੂੰ ਰਿਕੁਐਸਟ ਕਰਕੇ ਪੁੱਛ ਸਕਦੇ ਹੋ ਬੀਇੰਗ ਏ ਪ੍ਰੈਜ਼ੀਡੈਂਟ, ਬਈ ਮੈਂ ਹੁਣ ਪ੍ਰੈਜ਼ੀਡੈਂਟ ਪਿਛਲਾ ਤੁਹਾਨੂੰ ਦੱਸ ਸਕਦੇ ਆ ਉਹ? ਹਾਂਜੀ ਆਕੀ, ਸੋ ਦੇ ਹੈਵ ਗਿਵਨ ਮੀ ਸਮ ਇਨਫੋਰਮੇਸ਼ਨ, ਵੀ ਕਈ ਥੋੜੀ ਇਨਫੋਰਮੇਸ਼ਨ ਉਹਨਾਂ ਨੇ ਦਿੱਤੀ ਆਈ, ਸੋ ਆਮ ਸਟਿਲ ਆਪਣੀ ਇਨਵੈਸਟੀਗੇਸ਼ਨ ਵੀ ਥੋੜੀ ਉਹਨਾਂ ਵੱਲੋਂ ਚੱਲ ਰਹੀ, ਆਪਾਂ ਨੇ ਕੋਈ ਇਸ਼ੂ ਕੀਤੀ। देयर आर सम क्वेश्चन ਸਾਨੂੰ ਪੁੱਛ ਰਹੇ ਨੇ ਵੀ ਆਹ ਬੰਦਾ ਹੈਗਾ ਜਾਂ ਕਿਵੇਂ ਆ, ਸੋ I don't have full details and backup ਤੁਹਾਡੇ ਸਾਹਮਣੇ ਹੁਣ ਪੇਸ਼ ਕਰਨ ਲਈ, so I will book some time ਜੋ ਥੋੜੀ ਮੋਟੀ ਹੋ ਜੇ ਬੈਕਅਪ, ਬਟ ਯੈਸ ਉਹ ਸਾਰੀ ਇਨਫੋਰਮੇਸ਼ਨ ਹੌਲੀ ਹੌਲੀ ਦੇ ਰਹੇ ਨੇ। ਤੇ ਜਦ ਵੀ ਤੁਸੀਂ ਆਪਣੇ ਵੱਲੋਂ, ਕਿਉਂਕਿ ਤੁਹਾਡਾ ਸਲੋਗਨ ਸੀ ਕਿ ਮੈਂ ਪਾਰਦਰਸ਼ੀ ਰਹਿਣਾ, ਟਰਾਂਸਪੇਰੈਂਟ ਰਹਿਣਾ, ਜਦ ਮਰਜ਼ੀ ਤੁਸੀਂ ਜਾਣਕਾਰੀ ਜਦ ਦੇਣੀ ਚਾਹੋ ਤਾਂ ਤੁਸੀਂ ਆ ਕੇ ਜਾਣਕਾਰੀ ਇਸ ਪ੍ਰੋਗਰਾਮ ਤੇ ਦੇਣੀ ਆ, ਸੰਗਤ ਨੂੰ ਅਪਡੇਟ ਕਰਨਾ ਹੈ, ਸੰਗਤ ਤੇ ਗੁਰੂ ਨੂੰ ਜਵਾਬ ਦੇ ਹੋ ਤੁਸੀਂ। ਜਿਹੜਾ ਜਿਵੇਂ ਕੋਈ ਕਰ ਗਿਆ ਉਹਨੂੰ ਡਿੱਗ ਕਰਕੇ ਵੱਧ ਤੋਂ ਵੱਧ ਜਿੰਨੀ ਇਨਫੋਰਮੇਸ਼ਨ ਤੁਹਾਨੂੰ ਮਿਲੇ ਉਹ ਜ਼ਰੂਰ ਦੇਣੀ ਆ ਕੱਲ੍ਹ ਨੂੰ, ਕਿਉਂਕਿ ਕੱਲ੍ਹ ਨੂੰ ਕੋਈ ਨਵੀਂ ਚੀਜ਼ ਆਉਂਦੀ ਆ, ਤੁਸੀਂ ਕਹੋ ਤੇ ਸੰਗਤ ਪੁੱਛੇ, ਤੁਸੀਂ ਦੱਸੀ ਨਾ ਹੋਵੇ, ਤੁਸੀਂ ਉਸ ਜਗ੍ਹਾ 'ਚ ਨਹੀਂ ਆਉਣਾ, ਤੁਸੀਂ ਇਸ ਨੂੰ ਕਲੀਅਰ ਰੱਖਣਾ ਪਲੀਜ਼। ਹਾਂਜੀ ਅੰਕਲ ਜੀ ਜ਼ਰੂਰ, ਤਾਂ ਹੀ ਧੰਨਵਾਦ ਤੁਹਾਡਾ ਵੀ ਅੰਕਲ ਜੀ, ਬਹੁਤ ਬਹੁਤ ਜਿਹੜਾ ਤੁਸੀਂ ਸਮਾਂ ਦਿੱਤਾ। ਸਾਡਾ ਮੁੱਦਾ ਇਹ ਵੀ ਸਾਰਾ ਟਰਾਂਸਪੇਰੈਂਟ ਰਹਿ ਕੇ ਕੋਈ ਗੱਲ ਪਿੱਛੇ ਨਹੀਂ ਹੋਣੀ ਚਾਹੀਦੀ, ਆਫਿਸ ਨਹੀਂ ਗੱਲਾਂ ਰਹਿਣੀਆਂ ਚਾਹੀਦੀਆਂ, ਪੋਸਟ ਵੀ ਸੰਗਤ ਦਾ ਗੁਰਦੁਆਰਾ ਵਾ, ਸੰਗਤ ਨੂੰ ਪਤਾ ਹੋਣਾ ਚਾਹੀਦਾ ਕੀ ਹੋ ਰਿਹਾ ਤੇ ਕਿਵੇਂ ਚੱਲ ਰਿਹਾ ਜੀ। ਧੰਨਵਾਦ। ਤੇ ਹੋਰ ਕੋਈ ਗੱਲ ਕਰਨੀ ਹੋਵੇ? ਯੈਸ ਹਾਂਜੀ ਅੰਕਲ, ਇਦੋਂ ਅੱਗੇ ਮੈਂ ਆਪਣੇ ਬੋਰਡ ਆਫ ਡਾਇਰੈਕਟਰ ਤੇ ਆਪਣੇ ਜਸਵਿੰਦਰ ਕੌਰ ਆਂਟੀ ਨੇ ਉਹ ਥੋੜੇ ਅੱਗੇ ਦੱਸਣਗੇ ਜੀ। ਠੀਕ ਹੈ ਜੀ। ਹੈਲੋ, ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ। ਹਾਂਜੀ ਹਾਂਜੀ, ਮੇਰਾ ਨਾਮ ਜਸਵਿੰਦਰ ਕੌਰ ਗਰੇਵਾਲ, ਮੌਜੂਦਾ ਕਮੇਟੀ ਮੈਂਬਰ ਇਹਦਾ ਡਾਇਰੈਕਟਰ ਜੀ। ਹਾਂਜੀ, ਸਾਨੂੰ ਇਹਨਾਂ ਨੇ ਜਨਵਰੀ 23 2023 ਨੂੰ $4500 ਇਹਨਾਂ ਨੇ US ਦਾ ਕਢਾਇਆ TD ਬੈਂਕ ਦੇ ਵਿੱਚੋਂ, ਜਿਹਦੇ ਵਿੱਚ ਇਹਨਾਂ ਨੇ ਸਾਨੂੰ ਹਜੇ ਤੱਕ ਕੋਈ ਕਲੀਅਰਿਫਿਕੇਸ਼ਨ ਨਹੀਂ ਦਿੱਤੀ ਕਿ ਵੀ ਉਹ ਕਾਹਦੇ ਲਈ ਯੂਜ਼ ਕੀਤਾ। ਕਹਿੰਦੇ ਅਸੀਂ ਫਰੇਟ ਲਈ ਯੂਜ਼ ਕੀਤਾ ਸੀਗਾ, ਵੀ ਫਰੇਟ ਜਦੋਂ ਗੁੰਮ ਦਾ ਆ ਵੀ ਉਹਨਾਂ ਦੇ ਫਰੇਟ ਪੇ ਕਰਨਾ ਸੀ, TD ਬੈਂਕ ਪੇ ਨਹੀਂ ਸੀ ਕਰਦੀ, ਰੋਇਲ ਬੈਂਕ ਚੋਂ ਡਰਾਫਟ ਬਣਾ ਕੇ ਪੇ ਕਰਨਾ ਸੀ, ਪਰ ਉਹਦੀ ਸਾਨੂੰ ਕਾਪੀ ਨਹੀਂ ਦਿੱਤੀ ਇਹਨਾਂ ਨੇ ਕੋਈ ਵੀ। ਅੱਛਾ ਜੀ। ਤੇ ਬਾਕੀ ਉਹਨੇ ਕਹਿੰਦੇ ਲੋਨ ਪੇ ਕੀਤਾ, ਨਾ ਇਹਨਾਂ ਨੇ ਕੋਈ ਲੋਨ ਦੀ ਡਿਟੇਲ ਦਿੱਤੀ ਆ ਵੀ ਪਿਛਲੇ ਕਿੰਨੇ ਸਾਲਾਂ ਤੋਂ ਕਦੋਂ ਲੋਨ ਲਿਆ, ਕਿੰਨੇ ਦਾ ਲਿਆ, ਕਿੰਨਾ ਰਹਿੰਦਾ ਸੀ, ਕਿੰਨਾ ਪੇ ਕੀਤਾ। ਪਹਿਲਾਂ ਟ੍ਰਾਂਜੈਕਸ਼ਨ ਵੀ ਹੁੰਦੇ ਰਹੇ ਆ, ਪਰ ਇਹੋ ਜਿਹਾ ਟ੍ਰਾਂਜੈਕਸ਼ਨ ਤਾਂ ਕੋਈ ਕਦੇ ਹੋਇਆ ਹੀ ਨਹੀਂਗਾ ਵੀ ਸਾਨੂੰ ਤਾਂ ਇਹ ਡਾਰਕ ਛੱਡ ਕੇ ਗਏ ਆ, ਕੋਈ ਰਾਹ ਹੀ ਨਹੀਂ ਹੈਗਾ ਕੋਈ ਗਾਹਾਂ ਜਾਣ ਨੂੰ। ਚਲੋ ਰਾਹ ਤਾਂ ਗੁਰੂ ਪਾਤਸ਼ਾਹ ਨੇ ਦਿਖਾਉਣਾ ਜੀ, ਜਾਂ ਸੇਵਾ ਕਰਨੀ ਆ, ਪਰ ਜਿਹੜੀਆਂ ਚੀਜ਼ਾਂ ਮਿਲਣੀਆਂ ਚਾਹੀਦੀਆਂ ਸੀ ਉਹ ਤਾਂ ਮਿਲਣੀਆਂ ਚਾਹੀਦੀਆਂ ਸੀ ਨਾ। ਆ ਤਾਂ 1 ਮਹੀਨੇ 10 ਦਿਨਾਂ ਦੇ ਵਿੱਚ ਇੰਨਾ ਕੁਛ ਲੱਭਿਆ, ਹਜੇ ਗਾਹਾਂ ਪਤਾ ਨਹੀਂ ਕੀ ਕੁਛ ਲੱਭੂਗਾ। ਚਲੋ ਕੋਈ ਨਾ, ਜਿਹੜੀ ਚੀਜ਼ ਤੁਹਾਨੂੰ ਪਤਾ ਲੱਗ ਰਹੀ ਹੈ ਜੀ ਉਹ ਲੱਭਣ ਦੀ ਕੋਸ਼ਿਸ਼ ਕਰੋ, ਸਾਰੀ ਟੀਮ ਰਲ ਕੇ ਆਪਣੇ ਵੱਲੋਂ ਕੰਮ ਕਰੋ ਤੇ ਸੰਗਤ ਨੂੰ ਜ਼ਰੂਰ ਦੱਸਿਓ ਆ ਕੇ, ਜਦ ਵੀ ਤੁਹਾਨੂੰ ਕੋਈ ਚੀਜ਼ ਦਾ ਪਤਾ ਲੱਗਦਾ ਜ਼ਰੂਰ ਦੱਸਣਾ ਜੀ। ਹਾਂਜੀ, ਰਜਿੰਦਰ ਗਰੇਵਾਲ ਵੀਰ ਜੀ, ਜਨਰਲ ਸੈਕਟਰੀ, ਤੁਹਾਡੇ ਨਾਲ ਗੱਲ ਕਰਾਇਓ ਜੀ। ਹਾਂਜੀ ਗਿੱਲ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਗਰੇਵਾਲ ਸਾਹਿਬ, ਬਹੁਤ ਚਿਰਾਂ ਦੇ ਤੁਸੀਂ ਸੇਵਾ ਦੇ ਵਿੱਚੋਂ ਨੇੜੇ ਹੋ, ਤੁਸੀਂ ਇਸ ਨੂੰ ਵੇਖਦੇ ਹੋ, ਇਹ ਇਸ ਵਾਰ ਬਦਲਾਅ ਕਿਉਂ ਇਸ ਤਰ੍ਹਾਂ ਆ ਰਿਹਾ, ਕਿਉਂ ਨਹੀਂ ਇਨਫੋਰਮੇਸ਼ਨ ਦਿੱਤੀ ਜਾ ਰਹੀ ਜੀ? ਇਹ ਦੇਖੋ ਜੀ, ਬੈਟਰ ਤਾਂ ਉਹੀ ਦੱਸ ਸਕਦੇ ਆ ਜਤਿੰਦਰ ਸਿੰਘ ਗਿੱਲ, ਜਿਨ੍ਹਾਂ ਨੇ ਕਿ ਇੱਕ ਕਿਸਮ ਦਾ ਸਮਝ ਲਓ ਕਿ ਕਬਜ਼ਾ ਹੀ ਕੀਤਾ ਹੋਇਆ ਸੀ ਪਿਛਲੇ ਕਿੰਨੇ ਸਾਲਾਂ ਤੋਂ। ਬਾਕੀ ਤੁਹਾਨੂੰ ਬਾਕੀ ਸਾਰੀਆਂ ਗੱਲਾਂ ਦਾ ਪਤਾ ਕਿ ਇਹਨਾਂ ਨੇ ਸਾਨੂੰ ਪਿਛਲੇ 5 ਸਾਲ ਕੇਸਾਂ ਦੇ ਵਿੱਚ ਵੀ ਉਲਝਾਈ ਰੱਖਿਆ, ਤੇ ਸੋ ਇਹਦਾ ਕਾਰਨ ਇਹੀ ਸੀ ਕਿ ਇਹ ਕਬਜ਼ਾ ਨਹੀਂ ਛੱਡਣਾ ਚਾਹੁੰਦੇ। ਸੋ ਹੁਣ ਵੀ ਉਹਨਾਂ ਦਾ ਇਹੀ ਆ ਵੀ ਜਿਹੜਾ ਹੁਣ ਮਨਿੰਦਰ ਸਿੰਘ ਗਿੱਲ ਨੇ ਤੁਹਾਨੂੰ ਦੱਸਿਆ ਵੀ ਸਾਡੇ ਗੁਰਦੁਆਰਾ ਸਾਹਿਬ ਦੀ ਪ੍ਰਾਪਰਟੀ ਨੂੰ ਜਿਹੜਾ ਉਹ ਕੈਪਚਰ ਕਰੀ ਬੈਠੇ ਆ। ਸੋ ਇਸ ਲਈ ਅਸੀਂ ਬਾਰ-ਬਾਰ ਉਹਨਾਂ ਨੂੰ ਬੇਨਤੀਆਂ ਵੀ ਕੀਤੀਆਂ ਨੇ ਕਿ ਸਾਨੂੰ ਤੁਸੀਂ ਜਿਹੜੀ ਗੁਰਦੁਆਰਾ ਸਾਹਿਬ ਸਾਨੂੰ ਸਮੂਥਲੀ ਕੰਮ ਕਰਨ ਦਿਓ, ਕਿਉਂਕਿ ਅਸੀਂ 1 ਮਹੀਨੇ ਤੋਂ ਇਹਨਾਂ ਚੀਜ਼ਾਂ ਦੇ ਵਿੱਚ ਹੀ ਉਲਝੇ ਪਏ ਆ ਜੀ, ਕਿਉਂਕਿ ਅਸੀਂ ਅੱਗੇ ਹੋਰ ਕੰਮ ਕਰ ਹੀ ਨਹੀਂ ਸਕਦੇ। ਸੋ ਥੋੜੀ ਜਿਹੀ ਤੁਹਾਨੂੰ ਇਨਫੋਰਮੇਸ਼ਨ ਜਿੰਨੀ ਕਿ ਸਾਡੇ ਕੋਲੇ ਆਈ ਹੈ ਜੀ, ਇਹਨਾਂ ਨੇ ਗੁੰਬਦ ਲਵਾਏ ਨੇ ਗੁਰਦੁਆਰਾ ਸਾਹਿਬ ਦੇ ਉੱਪਰ, ਸ਼ਾਇਦ ਤੁਸੀਂ ਦੇਖੇ ਹੋਣ ਜੀ। ਇਹਨਾਂ ਨੇ ਸਾਨੂੰ ਦੱਸਿਆ ਸੀਗਾ ਵੀ $28 ਲੱਖ ਦੇ ਇਹ ਗੁੰਬਦ ਜਿਹੜੇ ਆ ਆਏ ਨੇ ਇੰਡੀਆ ਤੋਂ ਜੀ। 28 ਲੱਖ ਰੁਪਏ ਦੇ ਇੰਡੀਆ ਤੋਂ ਰੁਪਈਆਂ ਦੇ, ਜਿਹੜਾ ਕਿ ਅਸੀਂ ਫਾਈਂਡ ਆਊਟ ਕੀਤਾ, ਜੋ ਸਾਨੂੰ ਜਿੰਨਾ ਕਿ ਸਾਨੂੰ ਲੱਭਿਆ, ਇਹਨਾਂ ਨੇ $84,524 ਗੁੰਬਦਾਂ ਵਾਸਤੇ ਭੇਜੇ ਆ ਜੀ। ਜਿਹੜੇ ਕਿ ਗੁੰਬਦ ਦੇ ਕਹਿੰਦੇ ਆ ਵੀ 28 ਲੱਖ ਦੇ ਆ, ਤਾਂ ਮੇਰੇ ਹਿਸਾਬ ਦੇ ਨਾਲ ਜਿਹੜਾ $84,524 ਦੇ ਤਕਰੀਬਨ 50 ਲੱਖ ਤੋਂ ਰੁਪਈਆ ਉੱਪਰ ਬਣਦਾ ਜੀ। ਸੋ
ਜੇ 28 ਲੱਖ ਦੇ ਆਏ ਆ ਤਾਂ ਉਸ ਹਿਸਾਬ ਨਾਲ $36,000 ਜਿਹੜਾ ਉਹ ਓਵਰ ਭੇਜਿਆ ਗਿਆ ਕਿ ਉਹ ਪਤਾ ਨਹੀਂ ਕਿਹਦੇ ਨਾਂ ਤੇ ਗਿਆ, ਕਿੱਥੇ ਗਿਆ। ਪਰ ਸਾਡੇ ਕੋਲ ਇੱਕੋ ਹੀ ਚੀਜ਼ ਹੈਗੀ ਆ ਜੋ ਇਹਨਾਂ ਨੇ ਦਿੱਤੀ ਆ। ਸਾਡੇ ਕੋਲ ਰੈਕਡ ਹੈਗਾ ਮਹਿਲ ਕਲਾਂ ਬੈਂਕ ਦਾ, ਉੱਥੇ ਪੈਸੇ ਗਏ ਆ ਜੀ ਇੱਕ ਅਕਾਊਂਟ ਦੇ ਵਿੱਚ। ਅੱਛਾ ਜੀ। 2 ਵਾਰੀ ਪੈਸੇ ਭੇਜੇ ਆ, ਇੱਕ ਵਾਰੀ $30,000 ਭੇਜਿਆ ਜੀ, ਇੱਕ ਵਾਰੀ ਇਹਨਾਂ ਨੇ ਭੇਜਿਆ ਹੈਗਾ $54,524। ਅੱਛਾ ਜੀ। ਸੋ ਇਹ ਚੀਜ਼ਾਂ ਜਦੋਂ ਸਾਨੂੰ ਲੱਭ ਰਹੀਆਂ ਨੇ, ਅਸੀਂ ਇਹਨੂੰ ਬਾਰ-ਬਾਰ ਬੇਨਤੀ ਕੀਤੀ ਹੈ ਕਿ ਸਾਡੇ ਨਾਲ ਆ ਕੇ ਬੈਠ ਕੇ ਤੁਸੀਂ ਸਾਨੂੰ 2 ਹਫ਼ਤੇ ਦਾ ਜਿਹੜਾ ਇਲੈਕਸ਼ਨ ਤੋਂ ਬਾਅਦ ਟਾਈਮ ਸੀਗਾ ਵੀ ਸਾਡੇ ਨਾਲ ਬੈਠ ਕੇ ਸਾਨੂੰ ਪੂਰੀ ਜਿਹੜੀ ਪੋਜੀਸ਼ਨ ਆ ਉਹ ਤਰੀਕੇ ਨਾਲ ਦੇ ਕੇ ਜਾਵੋ। ਸੋ ਬਾਕੀ ਤੁਹਾਨੂੰ ਮਨਿੰਦਰ ਸਿੰਘ ਗਿੱਲ ਨੇ ਜੋ ਗੱਲਾਂ ਦੱਸੀਆਂ ਕਿ ਹੈਪੀ ਜਤਿੰਦਰ ਸਿੰਘ ਗਿੱਲ ਵੱਲੋਂ ਫਿਲਹਾਲ ਸਾਨੂੰ ਅੱਜ ਕੱਲ੍ਹ ਕਰਕੇ ਲਾਰੇ ਲਾਏ ਜਾ ਰਹੇ ਨੇ, ਅਸੀਂ ਤੁਹਾਨੂੰ ਦਿੰਨੇ ਆ, ਮੇਰੀ ਇਹਦੇ 'ਚ ਪਰਸਨਲ ਆ। ਸੋ ਮੈਨੂੰ ਤਾਂ ਇਹ ਗੱਲ ਦੀ ਸਮਝ ਨਹੀਂ ਲੱਗਦੀ ਵੀ ਇਹ ਗੁਰਦੁਆਰਾ ਸਾਹਿਬ ਦੀ ਪ੍ਰਾਪਰਟੀ ਆ ਕਿ ਜਾਂ ਇਹਨਾਂ ਦੀ ਓਨ ਸੀ, ਜਿਹੜੇ ਕਹਿੰਦੇ ਮੇਰੇ ਪਰਸਨਲ ਨੇ ਵਿੱਚ ਉਹਦੇ। ਪਰ ਗਰੇਵਾਲ ਸਾਹਿਬ, ਤੁਹਾਡਾ ਬੇਟਾ ਵਕੀਲ ਹੈ, ਗੱਲ ਕਰਕੇ ਪੁਲਿਸ ਨੂੰ ਵੈਬਸਾਈਟ ਤੇ ਈਮੇਲ ਦੀ ਤੁਸੀਂ ਕੰਪਲੇਂਟ ਕਰ ਸਕਦੇ ਹੋ ਵੀ ਅਸੀਂ ਸੇਵਾਦਾਰ ਆ ਪ੍ਰੈਜ਼ੀਡੈਂਟ ਹੈ, ਵੀ ਸਾਡਾ ਕੋਈ ਅਨਆਥੋਰਾਈਜ਼ਡ ਇਸ ਨੂੰ ਈਮੇਲ ਨੂੰ ਤੇ ਫੇਸਬੁੱਕ ਨੂੰ ਵਰਤ ਰਿਹਾ। ਅਸੀਂ ਵੀਰ ਜੀ ਉਹ ਵਕੀਲ ਦੀ ਸਲਾਹ ਲਈ ਸੀ, ਉਹਦੇ ਲਈ ਅਸੀਂ ਇਹਦੇ ਲਈ ਨੈਕਸਟ ਸਟੈਪ ਜਿਹੜਾ ਅਸੀਂ ਕੋਰਟ 'ਚ ਜਾ ਰਹੇ ਹਾਂ ਛੇਤੀ। ਪਰ ਇਹ ਤਾਂ ਖਲਜਾਗਣ ਆ ਨਾ ਜੀ, ਸੇਵਾ ਤਾਂ ਹੋ ਨਹੀਂ ਰਹੀ। ਇਹ ਕਿਹੜੇ ਕੰਮਾਂ ਦੇ ਵਿੱਚ ਇਹ ਤਾਂ ਫਿਰ ਮੁਸ਼ਕਲ ਆਏ ਤਾਂ ਮਤਲਬ ਟੋਟਲੀ। ਇਹ ਜਿਹੜੀ ਪੁਲਿਸ ਦੀ ਤੁਸੀਂ ਗੱਲ ਕੀਤੀ ਹੈ, ਪੁਲਿਸ ਵੈਸੇ ਜ਼ਿਆਦਾਤਰ ਕ੍ਰਿਮੀਨਲ ਚਾਰਜ ਨੂੰ ਲੈਂਦੀ ਹੈ ਜੀ, ਕਿਉਂਕਿ ਇਹ ਫਿਰ ਸਿਵਲ ਮੈਟਰ ਆ ਜਾਂਦੇ ਆ। ਸਿਵਲ ਮੈਟਰ ਦੇ ਵਿੱਚ ਸਾਨੂੰ ਫਿਰ ਕੋਰਟ ਦੇ ਵਿੱਚ ਜਾਣਾ ਪੈਣਾ। ਮੈਂ ਜਤਿੰਦਰ ਸਿੰਘ ਗੱਲ ਨੂੰ ਵਰਬਲੀ ਇਹ ਗੱਲ ਕਹਿ ਵੀ ਦਿੱਤੀ ਆ ਕਿ ਅਸੀਂ ਕੋਰਟ ਦੇ ਵਿੱਚ ਜ਼ਰੂਰ ਜਾਵਾਂਗੇ, ਤੁਸੀਂ ਜੇ ਸਾਡੇ ਨਾਲ ਨਹੀਂ ਸਾਨੂੰ ਦਿੰਦੇ। ਸੋ ਪਰ ਅਸੀਂ ਕੋਰਟ ਦੇ ਵਿੱਚ ਇਸ ਲਈ ਜਾਣਾ ਨਹੀਂ ਸੀ ਚਾਹੁੰਦੇ ਕਿ ਸਾਡੇ ਗੁਰਦੁਆਰਾ ਸਾਹਿਬ ਨੇ ਬੜਾ ਨੁਕਸਾਨ ਪਿਛਲੇ 5 ਸਾਲਾਂ ਦੇ ਵਿੱਚ ਝੱਲਿਆ, ਜਿਹਦਾ ਕਿ ਟੋਟਲ $7,61,000 ਜੋ ਸੀ ਅਸੀਂ ਉਹ ਵਕੀਲਾਂ ਦੀ ਪਾਕਟ ਦੇ ਵਿੱਚ ਪਾ ਦਿੱਤਾ ਗੁਰਦੁਆਰੇ ਨੇ। ਗੁਰਦੁਆਰਾ ਸਾਹਿਬ ਦੀ ਗੋਲਕ ਚੋਂ ਹਾਂਜੀ, ਸੰਗਤਾਂ ਦੇ ਪੈਸੇ $7,60,000 $7,61,000 ਦੀ $7,61,000 3/4 ਮਿਲੀਅਨ। ਹਾਂਜੀ। ਸੋ ਅਸੀਂ ਨਹੀਂ, ਹੁਣ ਵੀ ਅਸੀਂ ਬਾਰ-ਬਾਰ ਵੀ ਮੈਂ ਆਪਦੇ ਤੌਰ ਤੇ ਬੇਨਤੀ ਕੀਤੀ ਹੈ ਕਿ ਅਸੀਂ ਜਾਣਾ ਨਹੀਂ ਚਾਹੁੰਦੇ, ਪਲੀਜ਼ ਸਾਨੂੰ ਨਾ। ਅਸੀਂ ਸੰਗਤਾਂ ਦੀ ਵੀ ਹੁਣ ਰਾਏ ਲੈ, ਸੰਗਤ ਸਾਨੂੰ ਹੁਣ ਸਾਡੇ ਤੇ ਪ੍ਰੈਸ਼ਰ ਕਰ ਰਹੀ ਹੈ ਕਿ ਤੁਸੀਂ ਜ਼ਰੂਰ ਜਾਵੋ ਜੀ। ਹੁਣ ਜੇ ਉਹ ਕਿਸੇ ਤਰੀਕੇ ਨਾਲ ਵੀ ਠੀਕ ਨਹੀਂ ਆ ਰਹੇ ਤਾਂ ਤੁਹਾਨੂੰ ਜਾਣਾ ਪੈਣਾ। ਸੋ ਗਿੱਲ ਸਾਹਿਬ, ਤੁਸੀਂ ਆਪਦੇ ਵੱਲੋਂ ਵੀ ਬੇਨਤੀ ਉਹਨਾਂ ਨੂੰ ਕਰ ਦਿਓ ਜੇ ਸਾਨੂੰ ਇਸ ਰਾਹ ਤੇ ਨਾ ਤੁਰਿਆ ਜਾਵੇ। ਪਰ ਅਸੀਂ ਬੇਨਤੀਆਂ ਕਰ ਰਹੇ ਹਾਂ ਜੀ, ਹੁਣ ਸੁਣ ਰਹੇ ਆ ਉਹ। ਫਿਰ ਉਹਨਾਂ ਪਰਸਨਲੀ ਫੋਨ ਕਰਕੇ ਮੈਂ ਆਪਣੇ ਜਤਿੰਦਰ ਸਿੰਘ ਗਿੱਲ ਉਹਨਾਂ ਨੂੰ ਬੇਨਤੀ ਕਰਾਂਗਾ ਵੀ ਇਹ ਇਸ ਤਰ੍ਹਾਂ ਨਹੀਂ ਹੈ। ਜਦ ਸੰਗਤ ਨੇ ਦੱਸਤਾ ਜਿਹੜਾ ਕੋਈ ਜਿੱਤ ਹੋ ਗਈ, ਹਾਰ ਹੋ ਗਈ, ਤੁਸੀਂ ਸੇਵਾ 'ਚ ਰਹੋ, ਅਗਲੀ ਵਾਰ ਵੋਟਾਂ ਪੈਣਗੀਆਂ ਫੇਰ ਕਰ ਦਿਓ ਟਰਾਈ। ਉਹ 'ਚ ਕਿਹੜੀ ਗੱਲ ਆ, ਜੇ ਚੰਗੇ ਤੁਸੀਂ ਕੰਮ ਕੀਤੇ ਦੁਬਾਰਾ ਕੌਮ ਫੇਰ ਜਿਤਾ ਦੂ ਤੁਹਾਨੂੰ। ਇੱਕ ਮੇਰਾ ਪੁਆਇੰਟ ਹੋਰ ਆ ਜੀ, ਇਹਨਾਂ ਨੇ ਸਾਨੂੰ ਨਵੇਂ ਜਿਹੜੇ ਵੋਟਰ ਬਣੇ ਸੀ ਉਹਨਾਂ ਦੇ 645 ਵੋਟਰਾਂ ਦੇ ਫਾਰਮ ਦੇ ਕੇ ਗਏ ਆ ਸਾਨੂੰ। ਜੋ ਅਸੀਂ ਫਾਈਂਡ ਆਊਟ ਕੀਤੇ ਆ ਉਹਦੇ ਵਿੱਚੋਂ ਸਿਰਫ 45 ਜਿਹੜੇ ਫਾਰਮ ਨੇ ਉਹ ਹੀ ਠੀਕ ਨੇ, ਬਾਕੀ ਸਾਰੇ ਜਿਹੜੇ ਆ ਫਾਰਮ ਉਹ ਇਨਕੰਪਲੀਟ ਨੇ। ਹਾਂਜੀ 274 ਸੌਰੀ 645 ਨਹੀਂ 274 ਸਾਨੂੰ ਮਿਲਿਆ, ਇਹ 645 ਕਹਿੰਦੇ ਸੀ। ਇਹ ਫਾਰਮ ਕਿਹੜੇ ਨੇ ਜੀ? ਜਿਨ੍ਹਾਂ ਨੇ ਨਵੀਆਂ ਵੋਟਾਂ ਬਣੀਆਂ ਜੀ, ਜਿਹੜੀਆਂ ਬਾਅਦ ਜਿਹੜੇ 18 ਤੋਂ ਬਾਅਦ ਜਦੋਂ ਤੋਂ ਇਹਨਾਂ ਨੇ ਜਿਹੜੇ ਨਵੇਂ ਵੋਟਰ ਬਣੇ ਨੇ ਫਾਰਮ ਭਰ ਕੇ, ਉਹ ਸਾਨੂੰ ਇਹ ਲਿਸਟ ਦੇ ਕੇ ਗਏ ਆ। ਉਹਦੇ ਵਿੱਚੋਂ ਸਿਰਫ ਜਿਹੜੇ ਆ 45 ਜਿਹੜੇ ਫਾਰਮ ਨੇ ਉਹ ਰਾਈਟ ਨੇ, ਬਾਕੀ ਸਾਰੇ ਜਿਹੜੇ ਆ ਜੀ ਉਹਨਾਂ ਦੇ ਵਿੱਚ ਉਹ ਇਨਕੰਪਲੀਟ ਨੇ। ਤੇ ਇਹ ਆਪਦੇ ਰੈਕਡ ਦੇ ਵਿੱਚ ਇਹ 274 ਵੋਟਾਂ ਬਣਾਈ ਫਿਰਦੇ ਸੀ। ਧੰਨਵਾਦ ਜੀ, ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਜੀ। ਥੋੜਾ ਜਿਹਾ ਹੋਰ ਦੋ, ਇੱਕ ਮਾੜੀ ਜੀ ਗੱਲ ਹੋਰ ਆ, ਦੱਸੋ। ਇੱਕ ਇਹਨਾਂ ਨੇ 28 ਜਨਵਰੀ ਦੇ ਐਂਡ ਤੇ ਇੱਕ $10,000 ਦੀ ਚੈੱਕ ਦਿੱਤੀ ਆ ਜੀ ਬਲਵੰਤ ਸਿੰਘ ਇੱਥੇ ਲਾਂਗਰੀ ਹੁੰਦੇ ਸੀਗੇ, ਉਹਨਾਂ ਦੀ ਬੇਟੀ ਨੂੰ, ਜਿਹਦੇ ਤੇ ਲਿਖ ਕੇ ਦਿੱਤੀ ਆ ਵੀ ਐਡਵਾਂਸ ਚੈੱਕ ਆ ਇਹ। ਉਹਦੇ ਬਾਰੇ ਅਸੀਂ ਇਹਨਾਂ ਤੋਂ ਬਾਰ-ਬਾਰ ਪੁੱਛਿਆ ਪਰ ਇਹ ਸਾਨੂੰ ਦੱਸ ਨਹੀਂ ਰਹੇ, ਜਾਂ ਲਾਰੇ ਲਾਉਂਦੇ ਰਹਿੰਦੇ ਆ, ਕੱਲ ਨੂੰ ਦੱਸਦੇ ਆ, ਅੱਜ ਦੱਸਦੇ ਆ, ਅਸੀਂ ਕੱਲ ਨੂੰ ਆਵਾਂਗੇ, ਪਰਸੋਂ ਨੂੰ ਆਵਾਂਗੇ, ਅਸੀਂ ਪਤਾ ਕਰਦੇ ਆ। ਸੋ ਇਹੋ ਜਿਹੀਆਂ ਗੱਲਾਂ ਜਿਹੜੀਆਂ ਇਹ ਕਰ ਰਹੇ ਨੇ। ਸੋ ਗਿੱਲ ਸਾਹਿਬ, ਬੜੀ ਹੈਰਾਨੀ ਦੀ ਗੱਲ ਆ ਕਿ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਦੇ ਵਿੱਚ ਜਦੋਂ ਇਹੋ ਜਿਹੇ ਅਸੀਂ ਇਹਨੂੰ ਪਾਰਦਰਸ਼ੀ ਤਰੀਕੇ ਨਾਲ ਚਲਾਉਣਾ ਚਾਹੁੰਦੇ ਆ ਤੇ ਸਾਨੂੰ ਮੁਸ਼ਕਿਲਾਂ ਦਾ ਜਿਹੜਾ ਸਾਹਮਣਾ ਬਹੁਤ ਬੁਰੀ ਤਰ੍ਹਾਂ ਕਰਨਾ ਪੈ ਰਿਹਾ ਜੀ ਹੁਣ। ਧੰਨਵਾਦ ਜੀ, ਤੁਸੀਂ ਸੇਵਾ ਕਰਦੇ ਰਹੋ, ਸੰਗਤ ਨਾਲ ਹੈ, ਗੁਰੂ ਦਾ ਸਥਾਨ ਹੈ, ਗੁਰਦੁਆਰਾ ਸਾਹਿਬ ਹੈ, ਤੇ ਜਿਹਨੇ ਚੰਗਾ ਕਰਨਾ ਚੰਗੀ ਸੋਭਾ ਹੈ, ਮਾੜਾ ਕਰਨਾ ਮਾੜਾ, ਇਹਦਾ ਹਿਸਾਬ ਇਹ ਸਰਬਸ਼ਕਤੀਮਾਨ ਦਾਤਾ ਹੈ ਇੱਥੇ ਹੀ ਕਰ ਦਿੰਦਾ, ਕਿਤੇ ਜਾਣ ਨਹੀਂ ਬਾਹਲਾ ਦੂਰ ਦਿੰਦਾ। ਧੰਨਵਾਦ, ਤੁਸੀਂ ਅਪਡੇਟ ਕੀਤੀ ਹੈ ਜੀ।
ਓਕੇ ਥੈਂਕ ਯੂ ਜੀ ਗਿੱਲ Thank you ਸਾਹਿਬ। ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨਿੰਦਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਕੋਈ ਮੈਂ ਇੱਕ ਹੋਰ ਚੀਜ਼ ਤੁਹਾਨੂੰ ਜੀ। ਕਲੈਰੀਫਾਈ ਜੀ ਕਰ ਦਵਾਂ ਜੀ। ਜੀ, ਅਸੀਂ ਲੀਗਲ ਲੈਟਰ ਰਾਹੀਂ ਸਾਨੂੰ ਅੰਕਲ ਚਲ ਕੈਮਰੇ ਨਹੀਂ ਮਿਲੇ, ਕੰਪਿਊਟਰ ਨਹੀਂ ਮਿਲੇ, ਚਲੋ ਬੈਂਕ ਅਕਾਊਂਟ ਆਪਾਂ ਦੱਸ ਦਿਆਂਗੇ ਵੀ ਕੀ ਮਿਲਿਆ, ਪਰ ਜਿਹੜੀ ਮੇਨ ਚੀਜ਼ਾਂ ਨੇ ਜਿਵੇਂ ਕਹਿ ਲਓ ਈਮੇਲ ਹੋ ਗਈ ਜਾਂ ਫੇਸਬੁੱਕ ਪੇਜ ਹੋ ਗਿਆ, ਜੇ ਗਲਤ ਰੀਜ਼ਨ ਲਈ ਵਰਤੀਆਂ ਜਾਂਦੀਆਂ ਨੇ ਜੀ, ਸਾਨੂੰ ਭੁਗਤਣੀ ਪੈਣੀਆਂ, ਰਾਈਟ। ਵੀ ਸੋਸਾਇਟੀ ਦੀ ਪੇਜ ਆ, ਸੋਸਾਇਟੀ ਦੀ ਈਮੇਲ ਆ, ਵੀ ਤੁਸੀਂ ਤੁਹਾਡੇ ਯੂ ਗਾਈਜ਼ ਸ਼ੁੱਡ ਹੈਵ ਇਟ, ਰਾਈਟ, ਤੁਹਾਡੇ ਕਬਜ਼ੇ 'ਚ ਹੋਣੀ ਚਾਹੀਦੀ ਹੈ ਜੀ। ਸੋ ਅਸੀਂ ਹੈਡ ਟੂ ਲਾਇਰ ਦੀ ਐਡਵਾਈਸ ਵੀ ਲਈ ਆ 2-3 ਵਾਰ, ਪੁੱਛਣ ਤੋਂ ਪਹਿਲਾਂ ਵੀ ਵੀ ਡੋਨਟ ਵਾਂਟ ਟੂ ਗੋ ਕੋਰਟ। ਸਾਡਾ ਕੋਈ ਚਾਹ ਨਹੀਂਗਾ ਵੀ ਲੀਗਲ ਵੀ ਪੈਸੇ ਲੱਗਣ ਵੀ ਲੀਗਲ ਤੇ। ਅਸੀਂ ਤੁਹਾਡੇ ਸਾਹਮਣੇ ਅੰਕਲ ਅਸੀਂ ਨਹੀਂ ਲਾ ਰਹੇ, ਰਾਈਟ। ਸਾਨੂੰ ਹੁਣ ਦ ਪ੍ਰੋਪਰ ਵੇ ਟੂ ਗੋ ਥਿੰਗਸ, ਤੁਹਾਨੂੰ ਤੁਸੀਂ ਆਪ ਵੀ ਕਹਿ ਕੇ ਜਾਂ ਪੁਲਿਸ ਹੋ ਗਈ ਜਾਂ ਲੀਗਲ ਹੋ ਗਈ, ਵੀ ਈਮੇਲ ਹੋ ਗਈ, ਫੇਸਬੁੱਕ ਹੋ ਗਈ, ਲੈਣ ਦੇ ਲਈ ਇਨ ਕੈਨੇਡਾ ਦ ਓਨਲੀ ਪ੍ਰੋਪਰ ਵੇ ਇਜ਼ ਟੂ ਰਿਕੁਐਸਟ ਇਟ ਥਰੂ ਕੋਰਟ, ਰਾਈਟ। ਹੁਣ ਇਸ ਲਈ ਅਸੀਂ ਨਹੀਂ ਲਾ ਰਹੇ। ਸੋ ਇਟ ਇਜ਼ ਵਾਟ ਇਟ ਇਜ਼। ਮੈਂ ਇਸੇ ਗੱਲ ਐਂਡ ਤੇ ਕਹਿਣਾ ਚਾਹੁੰਦਾ ਵੀ ਅਸੀਂ ਲੀਗਲ ਪੈਸੇ ਨਹੀਂ ਲਾਉਣਾ ਚਾਹੁੰਦੇ, ਬਟ ਇਟ ਇਜ਼ ਵੀ ਸਾਨੂੰ ਲਾਉਣੇ ਪੈ ਰਹੇ ਨੇ। ਕੋਈ ਗੱਲ ਨਹੀਂ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਲਓ ਜੀ, ਇਹ ਤੁਸੀਂ ਹੁਣ ਸੁਣ ਕੇ ਹਟੇ ਹੋ, ਜਿਹੜੀਆਂ ਗੱਲਾਂ ਦੱਸ ਕੇ ਹਟੇ ਨੇ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਜਿਵੇਂ ਸੰਗਤ ਨੇ ਕਹਿ ਦਿੱਤਾ ਹੈ, ਸੰਗਤ ਨੇ ਫਤਵਾ ਦੇਤਾ, ਜਿੱਤ ਹਾਰ ਹੋ ਗਈ ਤੇ ਬਸ ਮੂਵ ਔਨ ਹੋਵੋ। ਨਵੀਂ ਅਗਲੀ ਬਹੁਤ ਜ਼ਿੰਦਗੀ 'ਚ ਬਹੁਤ ਕੁਝ ਕਰਨਾ, ਇਹ ਝਗੜਿਆਂ 'ਚ ਕੋਈ ਫਾਇਦਾ ਨਹੀਂ। ਜਿਉਂ ਹੀ ਸਰੀ RCMP ਤੇ ਸਰੀ ਪੁਲਿਸ ਦੇ ਬਾਰੇ ਸਾਡੇ ਸੋਲਿਸਿਟਰ ਜਨਰਲ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਰਿਕਮੈਂਡ ਕਰਦੇ ਹਾਂ ਕਿ ਸਰੀ ਪੁਲਿਸ ਸਰਵਿਸ ਹੋਵੇ। ਇਹਦੇ 'ਤੇ ਬਾਜ਼ਾਰ ਬਹੁਤ ਗਰਮ ਹੈ, ਅਫਵਾਹਾਂ ਬੜੀਆਂ ਚੱਲ ਰਹੀਆਂ ਨੇ, ਪਰ ਅਸਲ ਕਹਾਣੀ ਕੀ ਹੈ? ਸਾਡੇ ਨਿਊਜ਼ ਡਾਇਰੈਕਟਰ ਸਮੀਰ ਕੌਸ਼ਲ ਜੀ ਮੇਰੇ ਨਾਲ ਸ਼ਾਮਲ ਨੇ, ਉਹ ਗੱਲਬਾਤ ਕਰਨੀ ਚਾਹੁੰਦੇ ਨੇ। ਕੌਸ਼ਲ ਸਾਹਿਬ, ਸਵਾਗਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸ਼ੁਕਰੀਆ ਗਿੱਲ ਸਾਹਿਬ ਜੀ। ਅਪਡੇਟ ਕੀ ਹੈ ਜੀ? ਜਿਹੜਾ ਸਵੇਰ ਤੋਂ ਹੀ ਰੌਲਾ ਪਿਆ ਹੋਇਆ, ਔਰ ਸੋਲਿਸਿਟਰ ਜਨਰਲ ਉਹਨਾਂ ਨੇ ਸਵੇਰੇ ਅੱਜ ਅਨਾਉਂਸ ਕੀਤੀ ਹੈ ਗੱਲ ਕਿ ਸੂਬੇ ਸਰਕਾਰ ਦੇ ਵੱਲੋਂ ਰਿਕਮੈਂਡ ਕੀਤਾ ਜਾ ਰਿਹਾ ਹੈ, ਔਰ ਹਾਈਲੀ ਰਿਕਮੈਂਡ ਕੀਤਾ ਜਾ ਰਿਹਾ ਕਿ ਸਰੀ ਦੇ ਵਿੱਚ ਜਿਹੜੀ ਸਰੀ ਸਿਟੀ ਆਫ ਸਰੀ ਹੈ ਉਹਨੂੰ ਸਰੀ ਪੁਲਿਸ ਸਰਵਿਸ ਦੀ ਟ੍ਰਾਂਜੀਸ਼ਨ ਦੇ ਨਾਲ ਹੀ ਜਾਣਾ ਚਾਹੀਦਾ ਹੈ। ਉਹਦੇ ਉਹਨਾਂ ਨੇ ਕਈ ਕਾਰਨ ਵੀ ਦੱਸੇ, ਔਰ ਇਹ ਕਿਹਾ ਕਿ 500 ਸਫ਼ਿਆਂ ਦੀ ਰਿਪੋਰਟ ਜਿਹੜੀ ਉਹ ਡਾਇਰੈਕਟਰ ਨੇ ਬਣਾ ਕੇ ਦਿੱਤੀ ਹੈ ਜੀ। ਇਸ ਅਨਾਉਂਸਮੈਂਟ ਤੋਂ ਬਾਅਦ ਸਰੀ ਦੇ ਮੌਜੂਦਾ ਮੇਅਰ ਬ੍ਰੈਂਡਾ ਲੌਕ ਜਿਹੜੇ ਹੈ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ, ਔਰ ਉਹਨਾਂ ਦੇ ਵੱਲੋਂ ਦੱਸਿਆ ਗਿਆ, ਕਹਿੰਦੇ ਜਿਹੜੀ 500 ਪੇਜਿਸ ਦੀ ਰਿਪੋਰਟ ਸੂਬਾ ਸਰਕਾਰ ਕਹਿ ਰਹੀ ਹੈ ਕਿ ਅਸੀਂ ਬਣਾਈ ਹੈ, ਉਹ ਕਹਿੰਦੇ ਮੈਨੂੰ ਕਿਸੇ ਨੇ ਨਹੀਂ ਭੇਜੀ, ਮੈਨੂੰ ਤਾਂ ਸਵੇਰੇ ਜਦੋਂ ਇਹ ਅਨਾਉਂਸਮੈਂਟ ਹੋਈ ਉਦੋਂ ਪਤਾ ਲੱਗਾ, ਉਦੋਂ ਮੈਂ ਫੋਨ ਕੀਤਾ, ਉਹਨਾਂ ਕੋਲੋਂ ਰਿਪੋਰਟ ਮੰਗਾਈ, ਔਰ ਉਹਨਾਂ ਨੇ ਰਿਪੋਰਟ ਦਿਖਾਈ। ਕਹਿੰਦੇ ਸਾਰੀ ਰਿਪੋਰਟ ਜਿਹੜੀ ਹੈ ਰਿਡੈਕਟ ਕੀਤੀ ਹੋਈ ਹੈ, ਮਤਲਬ ਕਾਲੇ ਉਹਦੇ ਤੇ ਉਹਨੂੰ ਛੁਪਾਇਆ ਹੋਇਆ, ਲਕੋਇਆ ਹੋਇਆ ਬਹੁਤ ਸਾਰੇ ਪੇਜਿਸ ਨੂੰ। ਉਹ ਕਹਿੰਦੇ ਮੇਰੇ ਕੋਲ ਤਾਂ ਰਿਪੋਰਟ ਵੀ ਪੂਰੀ ਨਹੀਂ ਹੈ ਜਿਹੜੀ ਇਹ ਪੜ੍ਹਨ ਨੂੰ ਕਹਿ ਰਹੇ ਆ, ਇਸ ਰਿਪੋਰਟ ਨੂੰ ਪੜ੍ਹੋ। ਕਹਿੰਦੇ ਅਸੀਂ ਅੱਜ ਵੀ ਉੱਥੇ ਹੀ ਖੜੇ ਹਾਂ ਕਿ ਸਰੀ ਦੇ ਵਿੱਚ ਸਰੀ RCMP ਹੋਣੀ ਚਾਹੀਦੀ ਹੈ। ਔਰ ਜਦੋਂ ਉਹਨਾਂ ਤੋਂ ਇਹ ਸਵਾਲ ਪੁੱਛੇ ਗਏ ਕਿ ਤੁਹਾਨੂੰ ਤਾਂ ਇਹ ਕਿਹਾ ਜਾ ਰਿਹਾ ਕਿ ਤੁਸੀਂ ਟੇਬਲ ਦੇ ਉੱਤੇ ਬੈਠੋ ਸੂਬਾ ਸਰਕਾਰ ਨਾਲ, ਤਾਂ ਤੁਸੀਂ ਕੀ ਕਹਿੰਦੇ ਹੋ? ਉਹ ਕਹਿੰਦੇ ਬੈਠੀਏ ਤਾਂ ਜੇ ਸਾਡੇ ਨਾਲ ਬਹਿਣ ਦੇ, ਕੋਈ ਗੱਲ ਕਰਨ, ਸਾਨੂੰ ਕਹਿੰਦੇ ਪ੍ਰੋਪਰ ਇਨਫੋਰਮੇਸ਼ਨ ਨਹੀਂ ਦੇ ਰਹੇ। ਔਰ ਇੱਕ ਉਹਨਾਂ ਨੇ ਸ਼ਬਦ ਬੋਲਿਆ, ਕਹਿੰਦੇ ਸੋਲਿਸਿਟਰ ਜਨਰਲ ਜਿਹੜੇ ਹੈ ਉਹ ਏਦਾਂ ਸਰੀ ਦੇ ਲੋਕਾਂ ਨੂੰ ਡੀਲ ਕਰ ਰਹੇ ਜਿਵੇਂ ਸ਼ਤਰੰਜ ਦੀ ਚਾਲ ਵਿਛਾਈ ਹੋਵੇ, ਚੈਸ ਬੋਰਡ ਵਿਛਾਇਆ ਹੋਵੇ। ਉਹਨਾਂ ਨੂੰ ਮੈਂ ਪੁੱਛਿਆ, ਮੈਂ ਕਿਹਾ ਕੀ ਇਹਦੇ ਪਿੱਛੇ ਕੀ ਕਾਰਨ ਹੈ? ਤੁਸੀਂ ਜਿਹੜੀ ਪੋਲਿਟਿਕਸ ਦੀ ਗੱਲ ਕਰ ਰਹੇ ਹੋ, ਕੀ ਇਹਦੇ ਤੋਂ BC NDP ਕੁਝ ਖੱਟਣਾ ਚਾਹੁੰਦੀ ਹੈ, ਕੀ ਕੁਝ ਲੈਣਾ ਚਾਹੁੰਦੀ ਹੈ? ਕਿਉਂਕਿ ਕਈ ਥਾਵਾਂ ਤੇ ਇਦਾਂ ਦੀ ਗੱਲਾਂ ਆ ਰਹੀਆਂ ਕਿ ਇਹਦੇ ਨਾਲ ਕਈ ਤਰ੍ਹਾਂ ਦੇ ਜਿਹੜੇ ਨਿਸ਼ਾਨੇ ਆ ਉਹ ਵਿਨਣ ਦੀ ਕੋਸ਼ਿਸ਼ ਕੀਤੀ ਗਈ ਹੈ। ਆਉਣ ਵਾਲੇ ਸਮੇਂ ਜਦੋਂ ਇਲੈਕਸ਼ਨ ਆਣੀ ਹੈ ਉਹਦਾ ਕੋਈ ਫਾਇਦਾ BC NDP ਲੈਣ ਦੀ ਕੋਸ਼ਿਸ਼ ਕਰੇਗੀ। ਖੈਰ ਇਹ ਗੱਲਾਂ ਅਲੱਗ ਆ, ਉਹ ਇਸ ਗੱਲ ਦੇ ਵਿੱਚ ਨਹੀਂ ਪਏ। ਉਹਨਾਂ ਤੋਂ ਮੈਂ ਵੀ ਸਵਾਲ ਪੁੱਛਿਆ ਕਿ ਕੀ ਇਹ ਮੈਟਰ ਜਾ ਕੇ ਕੋਰਟ ਦੇ ਵਿੱਚ ਖਤਮ ਹੋਏਗਾ? ਉਹ ਕਹਿੰਦੇ ਅਸੀਂ ਕੁਝ ਨਹੀਂ ਕਹਿ ਸਕਦੇ, ਆਪਸ਼ਨ ਸਾਰੀਆਂ ਓਪਨ ਹੈ। ਦੂਜੇ ਪਾਸੇ ਜਿਹੜੇ ਸਾਬਕਾ ਮੇਅਰ ਸਿਟੀ ਆਫ ਸਰੀ ਦੇ ਡਗ ਮਕੈਲਮ, ਉਹਨਾਂ ਦੇ ਵੱਲੋਂ ਔਰ ਉਹਨਾਂ ਦੀ ਸੇਫ ਸਰੀ ਕੋਲੀਜਨ ਦੀ ਪੂਰੀ ਟੀਮ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ, ਜਿੱਥੇ ਉਹਨਾਂ ਨੇ ਵੀ ਮੇਰੇ ਨਾਲ ਗੱਲ ਕੀਤੀ, ਔਰ ਉਹਨਾਂ ਨੇ ਵੀ ਇਹ ਗੱਲ ਕਹੀ, ਕਹਿੰਦੇ ਜੀ ਅਸੀਂ ਬਹੁਤ ਖੁਸ਼ ਹਾਂ ਕਿ ਇਹ ਜਿਹੜੀ ਰეკਮੈਂਡੇਸ਼ਨ ਸੂਬਾ ਸਰਕਾਰ ਨੇ ਭੇਜੀ ਹੈ ਕਲੀਅਰ ਕਰਦੀ ਹੈ ਕਿ ਸਰੀ ਦੇ ਵਿੱਚ ਸਰੀ ਦਾ ਭਵਿੱਖ ਜਿਹੜਾ ਪੁਲਿਸ ਦਾ ਉਹ ਸਰੀ ਪੁਲਿਸ ਸਰਵਿਸ ਹੀ ਹੈ, ਔਰ ਇਹ ਬਹੁਤ ਵਧੀਆ ਫੋਰਸ ਹੈ। ਉਹਨਾਂ ਨੇ ਇਹ ਦੱਸਿਆ ਕਿ 400 ਬੰਦਾ ਭਰਤੀ ਹੋ ਗਿਆ, ਔਰ ਕਹਿੰਦੇ ਸਭ ਤੋਂ ਵੱਡਾ ਜਿਹੜਾ ਇੱਕ ਪੁਆਇੰਟ ਦੱਸਿਆ ਜਾ ਰਿਹਾ ਸੀ ਸਰੀ ਦੇ ਮੇਅਰ ਬ੍ਰੈਂਡਾ ਲੌਕ ਦੇ ਵੱਲੋਂ ਕਿ ਫਾਈਨੈਂਸ਼ੀਅਲ ਬੜਾ ਬਰਡਨ ਪਏਗਾ ਲੋਕਾਂ ਤੇ। ਉਹ ਕਹਿੰਦੇ ਕਿ ਫਾਈਨੈਂਸ਼ੀਅਲ ਬਰਡਨ ਵੀ ਸੂਬਾ ਸਰਕਾਰ ਨੇ ਚੱਕਣ ਦੀ ਗੱਲ ਕੀਤੀ ਹੈ ਕਿ ਜੇ ਕਹਿੰਦੇ ਹੁਣ ਸੂਬਾ ਸਰਕਾਰ ਚੱਕ ਰਹੀ ਹੈ ਤਾਂ ਅਸੀਂ ਉਮੀਦ ਕਰਦੇ ਹਾਂ ਕਿ ਇੱਕ ਹਫ਼ਤੇ ਦੇ ਵਿੱਚ ਜਿਹੜੀ ਸਰੀ ਦੀ ਮੇਅਰ ਔਰ ਪੂਰੀ ਕਾਉਂਸਲ ਹੈ ਉਹ ਇਸ ਗੱਲ ਦੇ ਉੱਤੇ ਹਾਮੀ ਭਰ ਦੇਗੀ, ਔਰ ਸਰੀ ਪੁਲਿਸ ਸਰਵਿਸ ਨੂੰ ਹੀ ਪੁਲਿਸ ਆਫ ਜੁਰਿਸਡਿਕਸ਼ਨ ਬਣਾਉਣ ਵਾਲੇ ਪਾਸੇ ਤੁਰਨਗੇ। ਲੇਕਿਨ ਲੱਗ ਰਿਹਾ ਗਿੱਲ ਸਾਹਿਬ ਕਿ ਇਹ ਰੌਲਾ ਹਜੇ ਮੁੱਕਣ ਵਾਲਾ ਨਹੀਂ, ਇਹ ਰੌਲਾ ਹਜੇ ਕਾਫੀ ਲੰਬਾ ਚੱਲੇਗਾ।
ਕੌਸ਼ਲ ਸਾਹਿਬ, ਇਹਨੂੰ ਫਾਈਨ ਲਾਈਨਸ ਦੇ ਵਿੱਚ ਜੇ ਦੇਖਿਆ ਜਾਵੇ, ਕਿਉਂਕਿ ਅਗਲੇ ਸਾਲ ਇਲੈਕਸ਼ਨ ਆ, ਅਗਲੇ ਸਾਲ ਤੋਂ ਪਹਿਲਾਂ ਵੀ ਹੋ ਸਕਦੀ ਹੈ, ਹੋ ਸਕਦਾ ਇਸੇ ਫਾਲ 'ਚ ਇਲੈਕਸ਼ਨ ਹੋ ਜਾਵੇ। ਮੈਨੂੰ ਲੱਗਦਾ ਇਹ ਸਿਚੁਏਸ਼ਨ ਡਿਫਿਊਜ਼ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਸੂਬਾ ਸਰਕਾਰ ਵੱਲੋਂ। ਜੇ ਰਿਕਮੈਂਡੇਸ਼ਨ ਦੀ ਜਗ੍ਹਾ ਉਹ ਕਹਿੰਦੇ ਵੀ ਅਸੀਂ ਇੰਸਟਰਕਸ਼ਨਾਂ ਦਿੰਦੇ ਹਾਂ, ਮੈਨੂੰ ਲੱਗਦਾ ਉਹਨਾਂ ਦਾ ਇਹ ਪੋਰਟਫੋਲੀਓ ਹੈ ਨਹੀਂ, ਕਿਉਂਕਿ ਸ਼ਹਿਰ ਦਾ ਪੋਰਟਫੋਲੀਓ ਹੈ। ਤੇ ਪਰ ਹਲੇ ਵੀ ਕਲੀਅਰ ਨਹੀਂ ਹੈ, ਹਲੇ ਤਾਂ ਉਹਨੇ ਸਿਫਾਰਿਸ਼ਾਂ ਕੀਤੀਆਂ ਨਾ ਸੋਲਿਸਿਟਰ ਜਨਰਲ ਨੇ। ਰਿਕਮੈਂਡੇਸ਼ਨ ਦਾ ਮਤਲਬ ਇਹ ਹੈ। हाँ बिल्कुल, कोई डिसीजन नहीं अजे बनया जी। हालांकि दोनों तरह आपको अपने बयान दे रही हैं, लेकिन क्योंकि ये लोकल पुलिस एक्ट जो BC का पुलिस एक्ट है, उस दे विच साफ तौर पर लिखा कि पुलिस रखने का या पुलिस किहड़ी रखनी है, अधिकार म्यूनसिपैलिटी के कोल है। सो म्यूनसिपैलिटी के कोल अधिकार है ਜਿਹੜਾ ਐਟ ਦ ਐਂਡ ਆਫ ਦਾ ਡੇ ਬਾਲ ਗੇਮ म्यूनसिपैलिटी ਕੋਲ ਹੈ। ਪਰ ਇਹ ਵਾਕਈ ਇੱਕ ਪੋਲੀਟੀਕਲ ਗੇਮ ਬਣ ਚੁੱਕੀ ਹੈ। ਫੁੱਟਬਾਲ ਸਰੀ ਦੇ ਲੋਕਾਂ ਨੂੰ ਸਮਝਿਆ ਜਾ ਰਿਹਾ ਇਸ ਵੇਲੇ, ਕਿਉਂਕਿ ਦੋਹੇ ਧਿਰਾਂ ਇਸ ਵੇਲੇ ਬੜਾ ਬੋਝ ਕੇ ਕਦਮ ਰੱਖ ਰਹੀਆਂ। ਜਿਵੇਂ ਤੁਸੀਂ ਦੱਸਿਆ ਕਿ ਇਲੈਕਸ਼ਨ ਹੋਣੇ ਆ, ਪਰ ਮੈਂ ਸਵੇਰੇ ਅੱਜ ਇਹ ਗੱਲ ਕਰ ਰਿਹਾ ਸੀ, ਭਾਵੇਂ ਖਰਬੂਜਾ ਛੁਰੀ ਤੇ ਡਿੱਗੇ, ਭਾਵੇਂ ਛੁਰੀ ਖਰਬੂਜੇ ਤੇ ਕੱਟਣਾ ਜਿਹੜਾ ਉਹ ਖਰਬੂਜੇ ਨੇ ਹੁੰਦਾ, ਇਹ ਸਰੀ ਦੇ ਲੋਕਾਂ ਦਾ ਉਹੀ ਹਾਲ ਹੋ ਰਿਹਾ ਕਿ ਟੈਕਸ ਇਹਨਾਂ ਨੇ ਭਰੀ ਜਾਣੇ ਆ, ਪੁਲਿਸ ਜਿਹੜੀ ਮਰਜ਼ੀ ਆਵੇ। ਲੇਕਿਨ ਇਹਦੇ 'ਚ ਆਪੋ ਆਪਣੇ ਨਿਸ਼ਾਨੇ, ਆਪੋ ਆਪਣੇ MLAs ਦੀਆਂ ਸੀਟਾਂ, ਆਪੋ ਆਪਣੇ ਜਿਹੜੇ ਤਰੀਕਾਕਾਰ ਨੇ ਉਹ ਘੜੇ ਜਾ ਰਹੇ ਨੇ, ਲੇਕਿਨ ਇਹਦਾ ਹਰਜਾਨਾ ਜਿਹੜਾ ਉਹ ਸਰੀ ਦੇ ਲੋਕਾਂ ਨੂੰ ਭਰਨਾ ਪੈ ਰਿਹਾ। ਬਿਲਕੁਲ ਜੀ, ਧੰਨਵਾਦ ਬਹੁਤ ਬਹੁਤ ਕੌਸ਼ਲ ਸਾਹਿਬ, ਤੁਸੀਂ ਸ਼ਾਮਲ ਹੋਏ, ਧੰਨਵਾਦ ਬਹੁਤ ਬਹੁਤ, ਸ਼ੁਕਰੀਆ ਜੀ, ਥੈਂਕ ਯੂ। ਸਮੀਰ ਕੌਸ਼ਲ ਸਾਡੇ ਨਿਊਜ਼ ਡਾਇਰੈਕਟਰ ਗੱਲਬਾਤ ਕਰ ਰਹੇ ਸੀ। ਦੋਨੇ ਪ੍ਰੈਸ ਕਾਨਫਰੰਸਾਂ ਹੋਈਆਂ। ਚਲੋ ਬਾਕੀ ਤਾਂ ਸਮਾਂ ਦੱਸੇਗਾ, ਕਿਉਂਕਿ ਇਹ ਜਿਹੜੀ ਪੋਲੀਟੀਕਲ ਸਟੇਟਮੈਂਟਸ ਹੁੰਦੀਆਂ ਉਹਨੂੰ ਤੁਸੀਂ ਲਾਈਨਾਂ ਦੇ ਵਿੱਚ ਵੇਖ ਸਕਦੇ ਹੋ। ਰਾਜਨੀਤਿਕ ਬੰਦੇ ਨੇ ਚਾਰੇ ਕਾਰਨਰਾਂ ਖੂੰਜਿਆਂ ਦੇ ਵਿੱਚੋਂ ਇੱਕ ਖੂੰਜਾ ਖਾਲੀ ਰੱਖਣਾ ਭੱਜਣ ਲਈ ਸਦਾ। ਉਹਨੇ ਸਟੇਟਮੈਂਟ ਉਹੋ ਜਿਹੀ ਦੇਣੀ ਹੈ, ਉਹਨੇ ਰਸਤਾ escaping ਰਾਊਟ ਆਪਣਾ ਇੱਕ ਵਾਰ ਜ਼ਰੂਰ ਰੱਖਣਾ। ਸੋ ਇਹ ਇਸ ਤਰ੍ਹਾਂ ਹੀ ਹੈ। ਹੁਣ ਜਿਹੜਾ ਇਸ ਨੂੰ ਐਨ ਲਾਈਨ ਦੇ ਵਿੱਚ ਦੇਖ ਰਹੇ ਹੋ, ਰਿਕਮੈਂਡੇਸ਼ਨ ਨੂੰ ਇਸ ਤਰ੍ਹਾਂ ਦੇਖ ਰਹੇ ਨੇ ਵੀ ਅਸੀਂ ਤਾਂ ਸਿਫਾਰਿਸ਼ ਕੀਤੀ ਹੈ ਸਰੀ ਨੂੰ ਕਿ ਤੁਸੀਂ ਸਰੀ ਪੁਲਿਸ ਲੈ ਆਓ ਅਤੇ ਤੁਹਾਨੂੰ $30 ਮਿਲੀਅਨ ਦੇ ਦਾਂਗੇ, ਤੁਹਾਡਾ ਖਰਚਾ ਦੇ ਦਾਂਗੇ। ਹੁਣ ਬਰਿੰਡਾ ਲੌਕ ਹੋਣੀ ਮੇਅਰ ਕਹਿ ਰਹੇ ਨੇ, ਕਹਿੰਦੇ ਨੋ, ਅਸੀਂ RCMP ਸਾਡੇ ਲਈ ਚੰਗੇ ਆ। ਹੁਣ ਇਹ ਕੋਰਟ 'ਚ ਚਲੇ ਜਾਊ ਕੇਸ, ਚੱਲੋ, ਸਿਚੁਏਸ਼ਨ ਪਤਾ ਨਹੀਂ ਕਿੱਧਰ ਨੂੰ ਜਾਏਗੀ। ਅਤੇ ਵੋਟਾਂ ਜਿਹੜੀਆਂ ਨੇ ਅਗਲੇ ਸਾਲ ਨੇ, ਉਹ ਤਾਂ ਪਰ ਕੁਛ ਵੀ ਪੋਸੀਬਿਲਿਟੀ ਹੈ। ਮੁੱਖ ਮੰਤਰੀ ਡੇਵਿਡ ਈਬੀ ਆਪਣਾ ਮੈਂਡੇਟ ਲੈਣ ਦੇ ਲਈ ਹੋ ਸਕਦਾ ਹੈ ਪਤਝੜ ਦੇ ਵਿੱਚ ਵੀ ਵੋਟਾਂ ਪਵਾ ਦੇਣ। ਅਤੇ ਜਦ ਤੱਕ ਕਿ 5-4 ਮਹੀਨੇ ਇਹ ਰੌਲੇ ਕਚੌਲੇ 'ਚ ਨਿਕਲ ਜਾਣੇ ਨੇ, ਵੋਟਾਂ ਪੈ ਜਾਣਗੀਆਂ, ਉਹਦੇ ਬਾਅਦ ਫਿਰ ਚੱਲ ਦੇਖੀ ਜਾਊ। ਫਿਰ ਅਗਲੇ 4 ਸਾਲ ਕਿਹੜੇ ਰਾਜੇ ਦੀ ਪਰਜਾ ਜਾਨੂੰ, ਤਾਂ ਉਈਓ 17 ਤੋਂ ਲੈ ਕੇ ਜੇ 21-23 'ਚ ਹੁੰਦੀ ਆ, 27 ਤੱਕ 10 ਸਾਲ ਦੀ ਹੋ ਜਾਣੀ ਹੈ, ਐਂਟੀ ਇਨਕੰਬੈਂਸੀ ਹੋ ਜਾਣੀ ਹੈ, ਅਤੇ 27 ਤੋਂ ਬਾਅਦ ਕੀ ਪਤਾ ਕਿੱਧਰ ਨੂੰ ਜਾਣੀ ਹੈ ਕਹਾਣੀ। ਸੋ ਇਹ ਕਲੀਅਰਟੀ ਨਹੀਂ ਹੈ ਇਹਦੇ ਵਿੱਚ, ਜੇ ਤੁਸੀਂ ਇਹਨੂੰ ਪੂਰਾ ਦੇਖਦੇ ਹੋ। ਬਿਲਕੁਲ ਲੋਕਾਂ ਦਾ ਫਤਵਾ ਨਾਲ ਹੈ। ਸਰੀ ਪੁਲਿਸ ਦੇ ਹੱਕ ਦੇ ਵਿੱਚ ਲੋਕਾਂ ਨੇ ਬਹੁਤ ਕੰਮ ਕੀਤਾ ਹੋਇਆ। RCMP ਦੇ ਹੱਕ ਦੇ ਵਿੱਚ ਵੀ ਲੋਕ ਖੜ੍ਹੇ ਨੇ, ਪੁਲਿਸ ਦੇ ਲਈ ਵੀ। ਅਤੇ ਸਰੀ ਦੀ ਪੁਲਿਸ ਚਾਹੀਦੀ ਆ ਆਪਣੀ। ਬਹੁਤ ਫੈਕਟਰਸ ਨੇ ਜਿਹੜੇ RCMP ਐਡੇ ਵੱਡੇ ਸ਼ਹਿਰ 'ਚ ਕਿਤੇ ਨਹੀਂ ਹੋ ਰਹੀ, ਕੈਨੇਡਾ ਦੇ ਵਿੱਚ। ਅਤੇ ਇੱਕ ਇਹਦੇ ਵਿੱਚੋਂ ਹੋਰ ਵੀ ਚੀਜ਼ ਆ ਸਕਦੀ ਹੈ, ਹੋ ਸਕਦਾ BC ਸੂਬਾ ਆਪਣੀ ਪੁਲਿਸ ਵੱਲ ਨੂੰ ਜਾਵੇ, ਜਿਵੇਂ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਹੈ, ਉਸ ਤਰ੍ਹਾਂ ਸੂਬੇ ਦੀ ਪੁਲਿਸ ਵੀ ਹੈ ਅਤੇ ਉਹਦੇ ਨਾਲ ਨੈਸ਼ਨਲ ਪੁਲਿਸ ਵੀ, RCMP ਵੀ ਓਨਟਾਰੀਓ ਦੇ ਵਿੱਚ ਕੰਮ ਕਰਦੀ ਹੈ, ਪਰ ਉਹਨਾਂ ਦੀ OPP ਵੀ ਹੈ। OPP ਦੇ ਥੱਲੇ ਫਿਰ ਉਹਨਾਂ ਦੀਆਂ ਜਿਹੜੀਆਂ ਨੇ ਮਿਊਨਸਿਪਲ ਪੁਲਿਸਿਸ ਫੇਰ ਨੇ, ਜਿਵੇਂ ਪੀਲ ਪੁਲਿਸ ਹੈ ਬਰੈਂਪਟਨ ਅਤੇ ਮਿਸਿਸਾਗਾ ਦੀ। ਸੋ ਹਲੇ ਕੁਛ ਨਹੀਂ ਕਹਿ ਸਕਦੇ ਕਿੱਧਰ ਨੂੰ ਜਾਣਾ। ਪਰ ਇਸ ਵਿਸ਼ੇ 'ਤੇ ਮੈਂ ਮੇਰੇ ਖਿਆਲ ਨਾ ਇਸ ਨੂੰ ਛੇੜਾਂ, ਅਤੇ ਇੱਕ ਪਰ ਕਾਲਰ ਨੇ ਉਹਨਾਂ ਦੀ ਗੱਲ ਸੁਣ ਕੇ ਫਿਰ ਆਪਾਂ ਮੇਰਾ ਪਿੰਡ ਮੇਰੇ ਖੇਤ ਨੂੰ ਸ਼ੁਰੂ ਕਰਦੇ ਹਾਂ। ਅਜੈਬ ਸਿੰਘ ਜੀ। ਗਿੱਲ ਸਾਹਿਬ, ਮੈਂ ਕਹਿਣਾ ਸੀ ਵੀ ਜਿਹੜੇ ਮੇਅਰ ਲਈ ਬਹੁਤ ਐਡਾਂ ਚੱਲਦੀਆਂ ਸੀ, ਬੜੇ ਫਿਕਰਮੰਦ ਸੀ। ਇੱਕ ਬਾਈ ਜੀ ਆਟੋਵਾ ਤੋਂ, ਇੱਕ ਬੀਬਾ ਜੀ ਵਿਕਟੋਰੀਆ ਤੋਂ ਆ ਰਹੇ ਸੀ, ਬੜੀਆਂ ਐਡਾਂ ਆਪਣੇ ਵੀ ਚੱਲੀਆਂ। ਵਧੀਆ ਗੱਲ ਇਹ ਹੋਈ ਸੀ, ਤੁਹਾਡੀ ਕਾਲ ਵੀ ਹੋ ਗਈ ਸੀ ਇੱਕ ਵਾਰੀ ਇੰਟਰਵਿਊ ਬੜੇ ਚਿਰਾਂ ਬਾਅਦ MP ਸਾਹਿਬ ਨਾਲ ਤੁਹਾਡੀ, ਮੇਰਾ ਖਿਆਲ ਉਹ ਇੱਕ ਇੰਟਰਵਿਊ ਵੀ ਹੋ ਗਈ ਸੀ, ਗੱਲਬਾਤ ਤੁਹਾਡੀ ਹੋ ਗਈ ਸੀ, ਤੁਹਾਨੂੰ ਕਾਲ ਕਰ ਲਈ ਸੀ। ਤੁਹਾਡੇ ਕੋਲ ਹੁਣ ਨੰਬਰ ਹੈਗਾ ਜੀ, ਉਹਨਾਂ ਨੂੰ ਮਾੜਾ ਜਿਹਾ ਲਿਆਓ ਤਾਂ ਯਾਰ, ਤੇ ਵੀ ਉਹਦੇ ਬਾਰੇ ਕੀ ਕਹਿੰਦੇ ਆ। ਉਹ ਬਹੁਤ ਆਪਣਾ ਮੇਅਰ ਦੇ ਲਈ ਜਾਂ ਸਿਟੀ ਆਫ ਸਰੀ ਦੇ ਲਈ ਉਹ ਬਹੁਤ ਉਹਨਾਂ ਨੂੰ ਮਤਲਬ ਸੀਗਾ ਵੀ ਫਿਕਰ ਸੀਗਾ। ਪਲੀਜ਼ ਹੁਣ ਜ਼ਰੂਰ ਆਉਣ ਦੋਨੇ, ਉਹਨਾਂ ਨੂੰ ਜ਼ਰੂਰ ਕਾਲ ਕਰਿਓ। ਥੈਂਕ ਯੂ ਵੈਰੀ ਮੱਚ। ਮੰਡੇ ਨੂੰ ਲੈ ਕੇ ਆਊਂਗਾ ਜੀ। ਮੇਰਾ ਪਿੰਡ ਮੇਰੇ ਖੇਤ 'ਚ ਅੱਜ ਗੱਲ ਤੁਹਾਡੇ ਨਾਲ ਕਰਨੀ ਆ। ਮਾਂ ਬੋਲੀ ਦੇ ਭੁੱਲੇ ਜਿਹੜੇ ਵਿਸਰੇ ਸ਼ਬਦ ਨੇ, ਸਾਡੇ ਪਿੰਡਾਂ ਦੀ ਟਕਸਾਲੀ ਬੋਲੀ ਦੇ ਵਿੱਚੋਂ ਪਰਦਾਪ ਜਾਂ ਪ੍ਰਵਾਸ ਅਸੀਂ ਕਰ ਲਿਆ ਭਾਰਤ 'ਚ ਕਿਸੇ ਸ਼ਹਿਰ 'ਚ, ਜਾਂ ਇੱਥੇ ਆ ਕੇ ਬਹੁਤ ਸ਼ਬਦ ਨੇ ਜਿਹੜੇ ਸਾਡੇ ਖੇਤਾਂ ਦੇ, ਘਰਾਂ ਦੇ, ਸਾਡੇ ਸੰਦ ਵਲੇਵਿਆਂ ਦੇ,
ਬਹੁਤ ਚੀਜ਼ਾਂ ਨੇ ਜਿਹੜੀਆਂ ਸਾਡੇ ਮਨਾਂ 'ਚੋਂ ਭੁੱਲ ਗਈਆਂ। ਜਦ ਹੁਣ ਗੱਲ ਆਪਾਂ ਕਰਦੇ ਹਾਂ ਤਾਂ ਉਹ ਐਂ ਲੱਗਦਾ ਯਾਰ ਇਹਨੂੰ ਕਿਵੇਂ ਕਹਾਂ ਮੈਂ। ਕੱਲ੍ਹ ਟੋਰਾਂਟੋ ਤੋਂ ਮੇਰੀ ਗੱਲ ਹੋ ਰਹੀ ਸੀ ਕਿਸੇ ਨਾਲ, ਗੱਲ ਚੱਲਦੇ ਚੱਲਦੇ ਲੋਂਡੇ ਦੀ ਗੱਲ ਚੱਲ ਗਈ। ਮੈਨੂੰ ਮੇਰੇ ਯਾਦ ਨਾ ਵੀ ਯਾਰ ਲੋਂਡਾ ਕਿਹਨੂੰ ਕਹਿੰਦੇ ਨੇ। ਉਹਨਾਂ ਨੇ ਹਾਹੇ ਨਾਲ ਲਿਖ ਕੇ ਲੋਹੜਾ, ਮੈਂ ਕਿਹਾ ਲੋਹੜਾ ਤਾਂ ਸ਼ਬਦ ਨਹੀਂ। ਉਹਨਾਂ ਨੇ ਵੀ ਠੀਕ ਕੀਤਾ, ਕਹਿੰਦੇ ਲੋਂਡਾ ਹੁੰਦਾ। ਮਾਮਾ ਪਿੱਤਲ ਦੇ ਭਾਂਡੇ ਦੇ ਵਿੱਚ ਜਿਹ 'ਚ ਸਬਜ਼ੀ ਦਾਲ ਬਣਾਉਂਦੀਆਂ, ਖੁੱਲ੍ਹੇ ਭਾਂਡੇ 'ਚ ਪਤੀਲੇ ਤੋਂ ਬੰਦ ਤੋਂ ਛੋਟਾ ਖੁੱਲ੍ਹੇ ਮੂੰਹ ਵਾਲਾ ਨੂੰ ਲੋਂਡਾ ਕਹਿੰਦੇ, ਪਿੱਤਲ ਦਾ ਅਤੇ ਲੋਹੇ ਦਾ। ਲੋਂਡੇ 'ਚ ਲੋਹੇ ਦੀ ਕੜਾਹੀ ਹੁੰਦੀ, ਖਾਸ ਤੌਰ 'ਤੇ ਪਿੱਤਲ ਨੂੰ ਲੋਂਡੇ ਨੂੰ ਕਹਿੰਦੇ, ਲੋਂਡੇ 'ਚ ਬਣਾ ਲਓ ਸੁੱਕੀ ਸਬਜ਼ੀ, ਉਹ 'ਚ ਮਾਵਾਂ ਬਣਾਉਂਦੀਆਂ। ਉਹ ਸ਼ਬਦ ਨਿਕਲ ਗਿਆ। ਪੈਂਦੀ ਹੁੰਦੀ ਇੱਕ ਛੋਟੀ ਕੌਲੀ ਤੋਂ ਛੋਟੀ ਹੁੰਦੀ, ਅਸੀਂ ਪੈਂਦੀ ਕਹਿੰਦੇ। ਛੰਨਾ ਅਤੇ ਕੌਲ, ਇੱਕ ਕੌਲ ਹੁੰਦਾ। ਕੜਾਹੀ, ਕੜਾਹਾ ਅਤੇ ਖੁਰਚਣੇ, ਖੁਰਚਣੀ, ਉਹਦੇ ਬਾਅਦ ਮਕਸੂਦ। ਅਤੇ ਉਹ ਚੀਜ਼ਾਂ ਹੋ ਗਈਆਂ। ਮੇਰੇ ਯਾਦ ਹੈ ਦਧੌੜੀ ਦਾ ਦੁੱਧ ਜਿਹੜਾ, ਜਿਹ 'ਚ ਬੀਬੀ ਦੁੱਧ ਪਾਉਂਦੀ ਬਾਹਰ ਹਾਰੇ ਦੇ ਵਿੱਚ ਰੱਖਦੀ, ਜਿਹੜਾ ਦੂਜੇ ਦਿਨ ਜਾਗ ਲੱਗਦਾ ਅਤੇ ਤਾਂਬੇ ਰੰਗਾ ਹੁੰਦਾ। ਉਹਦੀ ਖੁਰਚਣ ਨੂੰ ਚਿੰਬੜ ਜਾ ਦੁੱਧ ਵਧਾ ਦਿੰਦੀ ਮਾਤਾ, ਜਾਗ ਲਾ ਦਿੰਦੀ। ਤਾਂ ਮੈਂ ਨਾ ਉਹਦੀ ਛੋਟੀ ਖੁਰਚਣੀ ਦੇ ਨਾਲ, ਜਿਹੜੀ ਉਹਦੀ ਥੱਲੇ ਦਧੌੜੀ ਦੇ ਲੱਗਿਆ ਹੁੰਦਾ ਨਾ ਦੁੱਧ ਸੜਿਆ ਹੋਇਆ, ਉਹਨੂੰ ਗੇੜਾ ਚਾੜਦਾ ਬਹੁਤ। ਮਾਤਾ ਰੌਲਾ ਪਾਉਂਦੀ, ਵਿਆਹ ਨੂੰ ਮੀਂਹ ਪੈ ਜੂ ਨਾ, ਤੂੰ ਖੁਰਚਣ ਨਾ ਖਾਇਆ ਕਰ। ਪਤਾ ਨਹੀਂ ਉਹ ਕਿੱਥੋਂ ਸੈੱਟ ਕੀਤਾ ਹੋਇਆ ਸੀ। ਅਤੇ ਮੀਂਹ ਤਾਂ ਪਿਆ ਨਾ, ਪਰ ਉਹ ਖੁਰਚਣ ਨਹੀਂ ਛੱਡੀ। ਸੜਿਆ ਹੋਇਆ ਦੁੱਧ ਅਤੇ ਤਾਂਬੇ ਰੰਗਾ ਦੁੱਧ, ਨਾਸਾਂ ਕੋਲ ਕਲੋਲ ਕਰਦਾ ਸ਼ੱਕਰ ਪਾ ਕੇ ਨਾ, ਬਹਿ ਜਾ ਬਹਿ ਜਾ। ਉਹੀ ਇਕੱਠਾ ਹੋਇਆ ਫਿਰ ਸ਼ੂਗਰ ਹੁਣ, ਤਾਂ ਹੀ ਬਾਰਡਰ ਲਾਈਨ 'ਤੇ ਸਾਡੀ ਘੋੜਿਆਂ ਵਾਲੀ ਪੁਲਿਸ ਨੇ ਜਾ ਕੇ ਕਾਲੀ ਘੋੜੀ ਦਿੱਤੀ ਆ, ਜਾ ਕੇ ਕਿੰਗ ਚਾਰਲਸ III ਨੂੰ। ਕਾਲੀ ਘੋੜਾ ਨਹੀਂ, ਕਾਲੀ ਘੋੜੀ ਹੈ, ਨੋਵਲ ਉਹਦਾ ਨਾਂ ਹੈ। ਅੱਛਾ, 604 204 0600 ਹੋਵੋ ਜੀ ਸ਼ੁਰੂ। ਪੁਰਾਣੇ ਨਾਂ ਕਿਹੜੇ ਕਿਹੜੇ ਭੁੱਲ ਗਏ ਤੁਸੀਂ, ਕਿਹੜੇ ਕਿਹੜੇ ਯਾਦ ਕਰਾਈਏ? ਇੱਕ ਇੱਕ ਚੀਜ਼ ਫੜ ਲਿਓ। ਖੇਤੀ ਵਾਲੇ ਸੰਦਾਂ ਤੋਂ ਲੈ ਕੇ ਘਰ ਤੋਂ ਪਹਿਲਾਂ ਸ਼ੁਰੂ ਕਰੀਏ। ਜਿਵੇਂ ਮੈਂ ਗੱਲ ਕੀਤੀ ਹੈ ਬਈ ਖੁਰਚਣ ਜਿਹੜੀ ਆਪਾਂ ਛਕਦੇ ਹੁੰਦੇ, ਉਹਨੂੰ ਘਰੋੜੀ ਵੀ ਕਹਿੰਦੇ, ਤਾਂ ਹੀ ਪੇਟ ਘਰੋੜੀ ਦਾ, ਆਖਰੀ ਜਵਾਕ ਨੂੰ ਪੇਟ ਘਰੋੜੀ ਦਾ ਕਹਿੰਦੇ। ਅਤੇ ਉਹ ਗੱਲਾਂ ਕਰਦਿਆਂ ਨਾਲ ਹੁਣ ਤਾਂ ਮੱਕੀ ਦੇ ਗੁੱਲ ਨਹੀਂ ਯਾਦ ਰਹਿਣੇ ਕਿਸੇ ਨੂੰ ਵੀ ਮੱਕੀ ਦੇ ਗੁੱਲ ਹੁੰਦੇ ਸੀ। 604 204 0600 ਅਤੇ ਨਗਰ ਕੀਰਤਨ ਕੱਲ੍ਹ ਨੂੰ 3 ਹੋ ਰਹੇ ਨੇ। ਮੈਂ ਛੋਟੀ ਜਿੰਨੇ ਸਾਡੇ ਸ਼ਹਿਰ ਨੇ, ਚਲੋ ਇਸ ਸਾਲ ਤਾਂ ਹੋ ਗਏ, ਅਗਲੇ ਸਾਲ ਲਈ ਬੇਨਤੀ ਕਰਦਾ ਵੀ ਆਪਸ ਵਿੱਚ ਤਾਲਮੇਲ ਕਰਕੇ ਨਗਰ ਕੀਰਤਨ ਇੱਕ ਹਫ਼ਤਾ ਅੱਗੇ ਪਿੱਛੇ ਕਰ ਲਿਆ ਕਰੋ, ਵੀ ਸੰਗਤ ਸਾਰੀ ਜਗ੍ਹਾ ਪਹੁੰਚ ਜਾਵੇ। ਅਸੀਂ ਆਉਣਾ ਚਾਹੁੰਦੇ ਹਾਂ ਸਾਰੇ। ਹੁਣ ਕੱਲ੍ਹ ਨੂੰ 2 ਨੇ, ਕੈਮਲੂਪਸ ਦੇ ਵਿੱਚ ਅਤੇ ਕਲੋਨਾ 'ਚ ਇੱਕੋ ਹੀ ਦਿਨ। ਪਹਿਲਾਂ ਓਲੇਵਰ ਸੋਇਸ ਵਾਲਿਆਂ ਨੇ 19 ਤਰੀਕ ਨੂੰ ਨਾ 15 ਨੂੰ ਨਾਲ ਰੱਖ ਲਏ ਗੁਰਦੁਆਰਾ ਸਾਹਿਬ ਦੇ ਆਪਣੇ ਰੋਸ ਗੁਰੂ ਘਰ ਦੇ। ਮਸਾਂ ਸਮਾਂ ਮਿਲਦਾ ਹੈ। ਜੇ ਤੁਸੀਂ ਮਈ ਦੇ ਵਿੱਚ ਇਹ ਨਗਰ ਕੀਰਤਨ ਇੱਕ ਹਫ਼ਤਾ ਕਰ ਲਵੋ, ਅਪ੍ਰੈਲ ਦੇ ਆਖਰੀ ਹਫ਼ਤੇ ਤੋਂ, ਅਤੇ 4-5 ਨਗਰ ਕੀਰਤਨ ਨੇੜੇ ਨੇੜੇ ਸਾਰਿਆਂ 'ਤੇ ਵੈਨਕੂਵਰ ਤੋਂ ਸੰਗਤ ਆ ਜਾਵੇ। ਨਾਲੇ ਮਈ ਦੇ ਵਿੱਚ ਥੋੜੀ ਖੇਤੀ ਨਹੀਂ ਸ਼ੁਰੂ ਹੁੰਦੀ, ਤੁਸੀਂ ਤਾਂ ਜੂਨ ਜੁਲਾਈ ਦੇ ਵਿੱਚ ਗਾਹਾਂ ਤੋੜ ਤੜਈਆ ਸ਼ੁਰੂ ਕਰਨਾ ਹੈ। ਸੋ ਕੱਲ੍ਹ ਨੂੰ 2 ਨਗਰ ਕੀਰਤਨ ਨੇ, ਕੈਮਲੂਪਸ ਦੇ ਵਿੱਚ ਅਤੇ ਕਲੋਨਾ 'ਚ। ਅਤੇ ਤੀਸਰਾ ਨਗਰ ਕੀਰਤਨ ਆਪਣਾ ਲਿੰਡਨ ਗੁਰਦੁਆਰਾ ਸਾਹਿਬ ਦੇ ਵਿੱਚ ਹੈ। ਸਰਦਾਰ ਮਹਿੰਦਰ ਸਿੰਘ ਸੰਘਾ ਨੇ ਅਤੇ ਸਰਦਾਰ ਮਨਜੀਤ ਸਿੰਘ ਸੰਧੂ ਉਹਨਾਂ ਨੇ ਜਾਣਕਾਰੀ ਭੇਜੀ ਹੈ ਵੀ ਕੱਲ੍ਹ ਨੂੰ 12 ਵਜੇ ਆਰੰਭਤਾ ਹੋਣੀ ਹੈ ਨਗਰ ਕੀਰਤਨ ਦੀ, ਲਿੰਡਨ ਗੁਰੂ ਘਰ। 360 410 0500 ਸੌਰੀ 360 410 0500 ਜਿਹੜਾ ਨੰਬਰ ਹੈ ਉਹ ਸਰਦਾਰ ਮਹਿੰਦਰ ਸਿੰਘ ਸੰਘਾ ਦਾ ਹੈ, ਸਰਦਾਰ ਮਨਜੀਤ ਸਿੰਘ ਸੰਧੂ ਦਾ 360 510 4643 ਨੰਬਰ ਹੈ। ਸੋ ਤਿੰਨੇ ਨਗਰ ਕੀਰਤਨ ਨੇ ਜੀ ਕੱਲ੍ਹ ਨੂੰ। ਜਿੱਥੇ ਜਿੱਥੇ ਤੁਸੀਂ ਕੋਸ਼ਿਸ਼ ਕਰ ਸਕੋ ਤਾਂ ਪਹੁੰਚੋ। 604 204 0600। ਜਗਜੀਤ ਕੌਰ ਜੀ, ਤੁਸੀਂ ਏਅਰ 'ਤੇ ਹੋ। ਹਾਂਜੀ, ਸਤਿ ਸ੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਹੋਰ ਜੀ, ਪਹਿਲਾਂ ਸਾਗ, ਗੰਨੇ ਦੀਆਂ ਗਨੇਰੀਆਂ, ਹਨਾ, ਯਾਦ ਕਰਾਓ। ਕਿੰਨਾ ਵਧੀਆ ਲੱਗਦਾ ਹੁੰਦਾ ਸਾਰਾ ਕੁਝ ਹੀ, ਹਨਾ। ਤੱਤਾ ਗੁੜ, ਗਰੋਹ ਵਾਲੀ ਖੀਰ ਬਣਾਉਣੀ, ਸਾਰਾ ਕੁਝ ਮੈਂ ਕਿਹਾ ਦੱਸਦੀ ਆ ਭਾਜੀ ਨੂੰ। ਜ਼ਰੂਰ, ਬਹੁਤ ਚੀਜ਼ਾਂ ਨੇ ਜੀ ਇੱਥੇ ਆ ਕੇ ਮੇਰੇ ਖਿਆਲ ਭੁੱਲ ਗਏ ਆਪਾਂ। ਉੱਥੋਂ ਆ ਕੇ ਇੱਥੇ ਹੋਰੇ ਨਾਂ ਨੇ ਉਹਨਾਂ ਚੀਜ਼ਾਂ ਦੇ ਜੀ, ਹਨਾ। ਹਾਂਜੀ ਹਾਂਜੀ, ਧੰਨਵਾਦ ਜੀ, ਬਹੁਤ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ। ਸੁਖਵਿੰਦਰ ਕੌਰ ਸਿੱਧੂ ਉਹਨਾਂ ਨੇ ਇੱਕ ਨਾਲ ਮੈਨੂੰ ਭੇਜੀ ਆ
ਕਵਿਤਾ, ਤੰਗਲੀ ਸਲੰਗ ਨਾਲ ਤੂੜੀ ਨੂੰ ਫਰੋਲਦਾ, ਢਾਬ ਤੇ ਨਿਭਾਉਣ ਲਈ ਰੱਸੇ ਖੋਲ੍ਹਦਾ, ਛਿੰਝਾਂ ਮੱਲ ਅਖਾੜੇ ਕੁਸ਼ਤੀ ਮਨ ਨੂੰ ਪਾਉਂਦੇ ਸੀ, ਹਾੜੀ ਸੋਹਣੀ ਆਬਤ ਪਾ ਕੇ ਕੰਮ ਮੁਕਾਉਂਦੇ ਸੀ। ਆਹ ਸ਼ਬਦ ਭੁੱਲ ਗਏ ਆਪਾਂ ਸਾਰੇ। ਇਹਨੂੰ ਵੀ ਪੜਾਂਗਾ ਤੇ ਤੁਸੀਂ ਵੀ ਨਾਲ ਫੋਨ ਕਰਿਓ 604 204 0600। ਤੇ ਕਿਹੜੇ ਸ਼ਬਦ ਭੁੱਲ ਗਏ? ਕੀਲੇ ਹੁੰਦੇ, ਕੀਲੀਆਂ ਹੁੰਦੀਆਂ ਤੇ ਚਮਚੇ ਤਾਂ ਖੈਰ ਇੱਥੇ ਆਪਾਂ ਯਾਦ ਹੈ। ਤੇ ਹੋਰ ਭਾਂਡੇ ਜਿਹੜੇ ਸੀ ਉਹ ਚੀਜ਼ਾਂ ਦੇ ਨਾਂ ਬਹੁਤ ਹੁੰਦੇ, ਬਲਟੋਹੇ, ਬਲਟੋਹੀਆਂ। ਬਲਟੋਹੀ ਕਿੱਡਾ ਵਧੀਆ ਇੱਕ ਭਾਂਡਾ ਸੀ। ਬਲਟੋਹੀ 'ਚ ਦੁੱਧ ਜਦ ਜਾਂਦਾ ਰਿਸ਼ਤੇਦਾਰੀਆਂ 'ਚ, ਬਲਟੋਹੀ ਨੂੰ ਭਰ ਕੇ ਤੇ ਉੱਪਰ ਉਹਦੇ ਚੱਪਣ ਰੱਖ ਕੇ ਤੇ ਨਾਲ ਉਹਦੇ ਆਟਾ ਲਾ ਦਿੰਦੇ ਤੇ ਰਾਜਾ ਪਿੱਛੇ ਲੱਦ ਕੇ ਸਾਈਕਲ ਦੇ ਕੈਲੀਅਰ, ਇਹ ਕਹਿੰਦੇ ਲੱਲੇ ਨਾਲ ਕੈਰੀਅਰ ਤਾਂ ਕਹਿੰਦੇ ਸੀ, ਕਹਿੰਦੇ ਕੈਲੀਅਰ ਤੇ ਟੂਪ ਪਾ ਲਾ ਉੱਪਰ ਦੀ, ਔਰ ਉਹ ਬਲਟੋਈ ਦੇ ਟਿਊਬ ਫਿੱਟ ਬਹੁਤ ਆਉਂਦੀ ਉੱਪਰ ਦੀ। ਉਹਨੂੰ ਜਦ ਖਿੱਚ ਕੇ ਉਹ ਪਾਉਂਦਾ ਨਾ ਆਪਣੇ ਕਾਠੀ ਦੇ ਨਾਲ, ਸੀਟ ਦੇ ਨਾਲ, ਤੇ ਕਾਠੀ ਦੇ ਪਿਛਲੇ ਸਪਰਿੰਗਾਂ ਦੇ ਥੱਲੇ ਦੱਬ ਦਿੰਦਾ, ਜਿਵੇਂ ਚਾਦਰੇ ਦੀਆਂ ਲੜੀਆਂ ਦੱਬੀ ਦੀਆਂ ਲੱਕ ਤੇ ਉਹ ਬਲਟੋਈ ਦੇ ਬਿਲਕੁਲ ਮੂੰਹ ਦੇ ਕੋਲ ਦੀ ਜਿਹੜੀ ਉਹ ਟਿਊਬ ਚਲੇ ਜਾਂਦੀ ਸਾਈਕਲ ਦੀ, ਬਲਟੋਈ ਨਾ ਹਿਲਦੀ ਪੂਰੀ। ਕੈਲੀਅਰ ਦਾ ਜਿਹੜਾ ਕੱਢ ਕੇ ਸ਼ਿਕੰਜਾ ਜਿਹਾ ਪਿੱਛੇ ਨੂੰ, ਉਹ ਵੀ ਉੱਪਰ ਉਹਦੇ ਚਾੜ ਦਿੰਦਾ, ਕੁੱਤਾ ਜਿਹਾ ਮੂੰਹ ਜਿਹਾ ਉੱਪਰ ਨੂੰ ਰਖਾ ਦਿੰਦਾ ਉਹਦਾ, ਤੇ ਭੋਰਾ ਦੁੱਧ ਨਾ ਹਿੱਲਦਾ ਤੇ ਲੈ ਜਾਂਦੇ ਉਹ। ਤੇ ਇੱਕ ਗੱਲ ਪੱਕੀ ਸੀ ਤੇ ਵੀ ਗਿੱਲੀ ਬਲਟੋਈ ਦੇ ਵਿੱਚੇ ਲੱਡੂ ਦੂਜੇ ਬੰਨੇ ਪਾਉਂਦੇ, ਜਾਨੂ ਆਉਂਦੇ ਤੇ ਘਰੇ ਬੂੰਦੀ ਬਣ ਜਾਂਦੀ ਉਹਦੀ। 604 204 0600। ਥਿੰਕ ਇੰਸ਼ੋਰੈਂਸ ਪ੍ਰੋਗਰਾਮ ਦੇ ਸਪਾਂਸਰ ਨੇ 604 828 7213। ਹੁਣ ਤਾਂ 30 ਤਰੀਕ ਤੱਕ, ਕੱਲ੍ਹ ਪਰਸੋਂ ਤੱਕ ਸਿਰਫ ਸੁਪਰਵੀਜ਼ਨ ਇੰਸ਼ੋਰੈਂਸ ਦੀ ਗੱਲ ਵੱਧ ਹੋਣੀ ਹੈ। 604 828 7213 ਤੇ ਗੱਲ ਕਰ ਲਿਓ। ਇੰਡੀਅਨ ਗਾਰਡੀਅਨ ਪ੍ਰੋਪਰਟੀ ਸੋਲਿਊਸ਼ਨ। ਜ਼ਮੀਨ ਕਿਸੇ ਨੇ ਰੋਕ ਲਈ, ਮੁਸ਼ਤਰਕਾ ਖਾਤਾ ਪੈ ਗਿਆ, ਰਿਸ਼ਤੇਦਾਰੀ ਦਾ ਕੋਈ ਝਗੜਾ ਪੈ ਗਿਆ, ਕਿਸੇ ਨੂੰ ਅਟਾਰਨੀ ਦੇਤੀ, ਉਹ ਦੱਬੀ ਬੈਠਾ, ਕਿਸੇ ਦਾ ਪਲਾਟ ਕੋਠੀ ਥੱਲੇ ਆ ਗਿਆ, ਭਾਈਆਂ ਵੰਡ ਦੇ ਵਿੱਚ ਰੌਲਾ ਪੈ ਗਿਆ, ਬਾਪੂ ਇੱਕ ਬੰਨੇ ਕਰ ਲਿਆ, ਬੇਬੇ ਇੱਕ ਬੰਨੇ ਕਰ ਲਈ, ਝਗੜਾ ਪੈ ਗਿਆ, ਤਾਂ 604 349 90 67 ਤੇ ਫੋਨ ਕਰਿਓ। ਖਾਸ ਤੌਰ 'ਤੇ ਮੋਗੇ ਤੋਂ ਲੈ ਕੇ ਲੁਧਿਆਣੇ ਵਾਲੀ ਸੜਕ ਦੇ ਆਲੇ ਦੁਆਲੇ ਜਿੱਧਰ ਵੀ ਤੁਸੀਂ ਹੋ, ਜਗਰਾਉਂ ਦੇ ਵਿੱਚ, ਲੁਧਿਆਣੇ 'ਚ ਤੇ ਮੋਗੇ, ਯੂਨਿਟ 25 84 30 128 ਸਟਰੀਟ, ਇੰਡੀਅਨ ਗਾਰਡੀਅਨ ਪ੍ਰੋਪਰਟੀ ਸੋਲਿਊਸ਼ਨ। ਪੰਜਾਬ ਤੋਂ ਵਕੀਲ ਤੇ ਤਹਿਸੀਲਦਾਰ ਇਹਨਾਂ ਦੇ ਨਾਲ ਨੇ, ਸੇਵਾਵਾਂ ਦੇਣਗੇ। 604 349 90 67। ਸਲਾਹ ਮੁਖਤਿਆਰ ਸਿੰਘ ਜੀ, ਤੁਸੀਂ ਏਅਰ 'ਤੇ ਹੋ। ਅੰਕਲ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਜਿੱਦਾਂ ਕਹਿੰਦੇ ਨੇ ਬੰਦਿਆਂ 'ਚ ਫੈਸ਼ਨ ਆਉਂਦਾ, ਉੱਦਾਂ ਭਾਸ਼ਾ 'ਚ ਵੀ ਕਹਿੰਦੇ ਹੌਲੀ ਹੌਲੀ ਫੈਸ਼ਨ ਆ ਜਾਂਦਾ ਆ। ਦੇਖੋ ਅੱਜ ਕੱਲ ਆਪਾਂ ਕਹੀਦਾ ਆਫਟਰਨੂਨ 3 ਵੱਜ ਗਏ, ਪਹਿਲਾਂ ਕਹਿੰਦਾ ਇਹ ਲੋਡਾ ਵੇਲਾ, ਬਜ਼ੁਰਗ ਕਹਿੰਦੇ ਲੋਡਾ ਵੇਲਾ ਹੋ ਗਿਆ, ਹੁਣ ਚਾਹ ਲੈ ਆਓ। ਤੇ ਉੱਤੋਂ ਕਹਿੰਦੇ ਹੁਣ ਤਾਂ ਕਹੀਦਾ ਜੀ ਟੈਂਪਰੇਚਰ ਦੀ ਬੁਖਾਰ ਚੜ ਗਿਆ, ਪਹਿਲਾਂ ਬਜ਼ੁਰਗ ਕਹਿੰਦੇ ਤਾਪ ਭਾਜੀ ਤਾਪ ਚੜ ਗਿਆ। ਦੂਜਾ ਹੈਗਾ ਬੋਝਾ, ਝੱਗਾ, ਇਹ ਸਾਰੇ ਆਪਣੇ ਪੰਜਾਬੀ ਦੇ ਵਰਡ ਹੀ ਸਾਰੇ ਗਵਾਚ ਗਏ ਹੁਣ। ਖੀਸਾ ਗਿਆ, ਹਾਂ, ਤੰਬਾ ਬੜਾ ਔਖਾ ਹੋਇਆ ਯਾਰ। ਦਾ ਸ਼ਬਦ ਹੈ ਜੀ ਬੋਤਾ। ਹਾਂ, ਊਠ ਕਹਿੰਦੇ ਨੇ ਗਾਹਾਂ ਬਠਿੰਡੇ ਤੋਂ ਟੱਪ ਕੇ, ਊਠ ਨੂੰ ਵੀ ਨਹੀਂ ਉੱਠ ਕਹਿੰਦੇ ਆ, ਉੱਠ ਜੀ ਉੱਠ। ਥੈਂਕ ਯੂ। ਭੰਗੂੜੀ ਹੁੰਦੀ, ਮੰਜਾ ਵੱਡਾ ਹੁੰਦਾ, ਛੋਟੇ ਜਵਾਕਾਂ ਦੀ ਭੰਗੂੜੀ ਹੁੰਦੀ, ਭੰਗੂੜੀ ਤੇ ਸੌਂਦਾ ਜਵਾਕ ਸੋਹਣਾ ਲੱਗਦਾ, ਨਲਾ ਕੇ ਤੇ ਕੰਨ ਦੇ ਪਿੱਛੇ ਲਾ ਕੇ ਕਾਲਸ ਤੇ ਚੁੰਨੀ ਨਾਲ ਢੱਕ ਦਿੰਦੇ ਵੀ ਪਵੇ ਨਾ, ਆਪਣੇ ਕੋਈ ਮੱਖੀ ਨਾ ਆਵੇ। ਡੋਲੂ ਹੁੰਦੇ ਤੇ ਖਤਮ ਹੋ ਗਈ ਕਹਾਣੀ। ਡੋਲੂ ਤੋਂ ਇੱਕ ਛੋਟੀ ਹੋਰ ਹੁੰਦੀ, ਇੱਕ ਕਮੰਡਲ ਹੁੰਦਾ ਸਾਧਾਂ ਵਾਲਾ, ਕਮੰਡਲ ਤੇ ਡੋਲੂ ਦੇ ਵਿੱਚ ਇੱਕ ਹੋਰ ਹੁੰਦੀ ਜਿਹਦੇ 'ਚ ਚਾਹ ਜਾਂਦੀ, ਜਿਹਦੇ ਤੇ ਉਹਦਾ ਮੂੰਹ ਚੌੜਾ ਹੁੰਦਾ, ਉੱਪਰੋਂ ਨਾਂ ਦੇਖ ਲਾ ਭੁੱਲ ਗਏ। ਹਰਪ੍ਰੀਤ ਸਿੰਘ ਜੀ, ਤੁਸੀਂ ਏਅਰ 'ਤੇ ਹੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਲੋਚਨ ਜੀ, ਕੀ ਹਾਲ? ਪਹਿਲੀ ਵਾਰ ਫੋਨ ਕਰ ਰਿਹਾ ਨਾ, ਸਿਰੇ ਲੱਗ ਗਈ ਗੱਲ। ਅੱਜ ਪਿੰਡਾਂ ਦੀ ਕਰਾਂਗੇ ਗੱਲ, ਤੋਰੋ ਹੁਣ ਗੱਲ ਤਾਂ ਤੋਰੇ। ਥੋੜਾ ਰਲਦਾ ਮਿਲਦਾ ਵਿਸ਼ਾ, ਵੈਸੇ ਮੈਂ ਤੁਹਾਨੂੰ ਪਤਾ ਹੀ ਹੈ ਲਿਖਦਾ ਵਗੈਰਾ ਰਹਿਣਾ। ਮੈਂ ਇੱਕ ਆਰਟੀਕਲ ਲਿਖ ਰਿਹਾ, ਉਹਦਾ ਨਾਂ ਰੱਖਿਆ ਵੀ, ਲਿਖਿਆ ਵੀ ਪੰਜਾਬੀ ਬੋਲੀ ਦੇ ਆਪਣੇ ਕੁਝ ਸ਼ਬਦ ਇਹੋ ਜਿਹੇ ਨੇ ਜਿਨ੍ਹਾਂ ਨੂੰ ਆਪਾਂ ਬੋਲਣ ਲੱਗੇ ਝਿਜਕਦੇ ਹਾਂ। ਅੰਗਰੇਜ਼ੀ ਤਾਂ ਬਹੁਤ ਬੋਲਦੇ ਹਾਂ। ਤੁਸੀਂ ਹੁਣ ਇਹ ਸੋਚ ਕੇ ਦੇਖੋ ਵੀ ਕੀ ਉਹ ਅੰਗਰੇਜ਼ੀ 'ਚ ਸੁੱਚੇ ਹੋ ਜਾਂਦੇ ਆ ਜਿਹੜੇ ਸਾਡੇ ਮਤਲਬ ਪੰਜਾਬੀ 'ਚ ਬੋਲਣ ਲਈ ਲੁੱਚੇ ਸਮਝਦੇ ਆਪਾਂ, ਹੈ ਨਾ। ਜਿਵੇਂ ਹੁਣ ਕਈ ਵਾਰ ਆਪਣੇ ਤੁਹਾਡੇ ਟਾਕ ਸ਼ੋਆਂ ਤੇ ਵੀ ਆਪਾਂ ਜਦੋਂ ਕਿਸੇ ਬੰਦੇ ਨੂੰ ਸੱਦਦੇ, ਇਤਿਹਾਸਕਾਰ ਲਾ ਲਓ, ਡਾਕਟਰ ਲਾ ਲਓ, ਉਹਨਾਂ ਨੇ ਵੀ ਉਹ ਜੇ ਹੁਣ ਮੰਨ ਲਿਆ ਐਗਜ਼ਾਮਪਲ ਦੇ ਤੌਰ ਤੇ ਮੰਨ ਲਿਆ ਵੀ ਕੋਈ ਸਰੀਰ ਦੇ ਅੰਗਾਂ ਦੇ ਨਾਂ ਨੇ, ਹੈ ਨਾ,
ਹੁਣ ਉਹ ਪੰਜਾਬੀ ਤਾਂ ਬਿਲਕੁਲ ਹੀ ਖਤਮ ਕਰ ਦੇਣੇ ਹੈ ਨਾ। ਹੁਣ ਜਿਹਨੇ ਪੜ੍ਹਨਾ, ਜਿਹਨੇ ਸੁਣਨਾ, ਮਤਲਬ ਜਿਹਨੂੰ ਅੰਗਰੇਜ਼ੀ ਵੀ ਆਉਂਦੀ ਹੈ, ਪੰਜਾਬੀ ਵੀ ਆਉਂਦੀ ਹੈ, ਉਹਨਾਂ ਨੇ ਤਾਂ ਉਹੀ ਸਮਝ ਲੈਣਾ ਵੀ ਕਿਹੜੇ ਕਿਸ ਅੰਗ ਲਈ ਗੱਲ ਕਰ ਰਹੇ ਆ, ਹੈ ਨਾ। ਤੇ ਇਹ ਹੌਲੀ ਹੌਲੀ ਤਾਂ ਫਿਰ ਇਹਨਾਂ ਦਾ ਜਮੇ ਹੀ ਅਸੀਂ ਖਤਮੇ ਕਰ ਦੇਣੇ, ਹੈ ਨਾ। ਹੋਰ ਗੱਲਾਂ ਕਿੰਨਾ ਲੋਚਮ ਜੀ, ਕਿੰਨਾ ਫਰਕ ਪੈ ਗਿਆ। ਆਪਾਂ ਪਿੰਡਾਂ 'ਚ ਹਰ ਸਾਲ ਜਾਂਦੇ, ਅੱਧੇ ਸ਼ਬਦ ਭੁੱਲ ਗਿਆ ਮੇਰੇ। ਤੂੰਬੀ ਤੇ ਤੂੰਬਾ ਨਹੀਂ ਸੀ ਯਾਦ ਆ ਰਹੇ। ਡੋਲੂ ਤੇ ਛੋਟੀ ਗੜਬੀ ਦੇ ਵਿੱਚ ਹੁੰਦੇ ਚੌੜੇ ਮੂੰਹ ਵਾਲੀ, ਉਹ 'ਚ ਚਾਹ ਜਾਂਦੀ ਖੂਹ ਨੂੰ। ਤੂੰਬਾ ਤੇ ਤੂੰਬੀ। ਆਪਾਂ ਦੇਸੀ ਆ, ਪਿੰਡਾਂ 'ਚ ਰਹਿਣ ਵਾਲੇ ਆ। ਆਪਾਂ ਨੂੰ ਤਾਂ ਬਹੁਤ ਸ਼ਬਦ ਇਹੋ ਜਿਹੇ ਨੇ, ਜਿਵੇਂ ਹੁਣ ਕਿ ਜਿੰਨੇ ਖੇਤੀ ਦੇ ਸੰਦ ਵਰਤਣ ਲਈ ਉਹਨਾਂ ਨੇ ਦੇਖ ਲਓ ਕੌਂ ਹੁੰਦਾ ਸੀ। ਅੱਛਾ, ਇੱਕ ਕਈ ਵਾਰ ਇਹ ਵੀ ਹੁੰਦਾ ਜੀ, ਜਗ੍ਹਾ ਨਾ ਮਤਲਬ ਜਗ੍ਹਾ ਦੀ ਹਿਸਾਬ ਨਾਲ ਵੀ ਬੋਲੀ ਮਤਲਬ ਬਦਲ ਜਾਂਦੀ ਹੈ, ਹਨਾ। ਸਾਡੇ ਖੇਸ ਕਹਿੰਦੇ ਸੀ, ਇੱਧਰ ਖੰਨੇ ਏਰੀਏ, ਗੋਬਿੰਦਗੜ੍ਹ ਏਰੀਏ 'ਚ ਦੋਲਾ ਕਹਿੰਦੇ। ਦੋਲਾ ਕਹਿੰਦੇ, ਅਸੀਂ ਦੋਲਾ ਕਹਿੰਦੇ ਆ। ਹਾਂਜੀ, ਦੋਲਾ ਕਹਿੰਦੇ ਆ, ਤੂੜੀ ਵਾਲਾ। ਬਿਲਕੁਲ, ਤੂੜੀ ਵਾਲਾ। ਇੱਕ ਵਾਰੀ ਉਹ ਪਹਿਲਾਂ ਤੂੜੀ ਢੋਂਦੇ, ਤੁਹਾਨੂੰ ਜੇ 1 ਮਿੰਟ ਜੀ ਫਨੀ ਜੀ ਗੱਲ ਹੋਈ ਜੀ। ਸਾਡੇ ਪਾਪਾ ਜੀ, ਉਹਨਾਂ ਦੀ ਭੂਆ ਸੀਗੀ ਇੱਥੇ ਆਪਣੇ ਸਲਾਰ ਮਾਜਰਾ ਪਿੰਡ ਹੈ ਜੀ, ਗੋਬਿੰਦਗੜ੍ਹ ਕੋਲੇ। ਬਿਲਕੁਲ। ਤਾਂ ਉੱਥੋਂ ਭੂਆ, ਸਾਡੀ ਪਾਪਾ ਜੀ ਦੇ ਭੂਆ ਦਾ ਮੁੰਡਾ ਸੀ, ਤੇ ਉਹ ਥੋੜਾ ਤੋਤਲਾ ਬੋਲਦਾ ਸੀ ਜੀ। ਉਹ ਖੇਤਾਂ ਜਦੋਂ ਤੂੜੀ ਚੱਕਦੇ ਸੀ ਨਾ, ਤੇ ਉਹ ਘਰੇ ਹੁਣ ਸਾਡੇ ਹੁਣ ਖੇਸ ਬੋਲਦੇ ਆ, ਹਨਾ। ਉਹ ਤੇ ਘਰੇ ਆ ਕੇ ਕਹਿੰਦਾ ਬਈ ਬਾਈ ਉਹਨਾਂ ਨੇ ਨਾ ਖੇਤਾਂ ਤੋਂ ਦੋਲਾ ਮੰਗਾਇਆ। ਉਹਨਾਂ ਨੇ ਘਰ ਦੇ ਨੇ ਡੋਲਾ ਚੱਕੀ ਦੇਤਾ। ਉਹ ਜਿਹੜਾ ਡੋਲੂ ਹੁੰਦਾ ਹੈ ਨਾ, ਉਹ ਕਹਿੰਦਾ ਸਾਡੀ ਚਾਚੀ ਨੂੰ, ਕਹਿੰਦਾ ਭਾਬੀ ਦੋਲਾ ਨਹੀਂ ਮੈਨੂੰ ਆਹ ਡੋਲਾ ਨਹੀਂ, ਮੈਨੂੰ ਆਹ ਦੋਲਾ ਨਹੀਂ, ਦੂਜਾ ਦੋਲਾ ਦੋ। ਉਹ ਕਹਿੰਦੀ ਵੀ ਦੋਲਾ ਤਾਂ ਆਹੀ ਹੈ। ਉਹ ਬਾਅਦ ਜਦੋਂ ਨਾ ਹਟਿਆ, ਉਹ ਕਹਿੰਦਾ ਥੇਸ ਦੋ, ਥੇਸ। ਫੇਰ ਮਤਲਬ ਏਦਾਂ ਕਈ ਵਾਰ ਇਹ ਸ਼ਬਦ ਇਹੋ ਜਿਹੇ ਨੇ ਜਿਹੜੇ ਹੁਣ ਮੈਂ ਕਈ ਵਾਰ ਅਸੀਂ ਹੱਸੀ ਦਾ ਵੀ ਉਹ ਵੀ ਜ਼ਮਾਨਾ ਹੁੰਦਾ ਸੀ, ਹੈ ਨਾ। ਲਿਖਿਆ ਕਰੋ ਲੋਚਮ ਜੀ, ਲਿਖ ਕੇ ਭੇਜਿਓ ਫਿਰ। ਜ਼ਰੂਰ ਭੇਜੂਗਾ। ਠੀਕ ਹੈ ਬਾਈ, ਥੈਂਕ ਯੂ। ਹਰਪ੍ਰੀਤ ਸਿੰਘ ਲੋਚਮ, ਹੈਪੀ ਲੋਚਮ ਸਿੱਲ ਵਾਲੇ, ਵਧੀਆ ਲਿਖਤਾਂ ਲਿਖੀਆਂ ਬਾਈ ਨੇ। ਹਰ ਸਾਲ ਕਬੱਡੀ ਦਾ ਟੂਰਨਾਮੈਂਟ ਸਿਰੇ ਕਰਾਉਂਦੇ ਪਿੰਡ। ਮੈਂ ਜਾ ਕੇ ਆਇਆ ਜਾਂ ਮਰਿੰਡੇ ਤੋਂ ਜਾਂਦੇ ਆ ਫਤਿਹਗੜ੍ਹ ਸਾਹਿਬ ਵਾਲੀ ਸੜਕ ਨੂੰ, ਚੁੰਨੀ ਮਸਲੀ ਨੂੰ, ਉਹਦੇ ਤੇ ਪਿੰਡ ਆਉਂਦਾ ਸਿੱਲ ਤੇ ਮਾਜਰੀ। ਸਿੱਲ ਕੱਪੜਾ, ਸੱਚ ਮਾਜਰੀ ਨਹੀਂ, ਸਿੱਲ ਕੱਪੜਾ। ਹਰਦੀਪ ਜੀ, ਲਾਈਨ ਨੰਬਰ 1। ਜਲ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜਲ ਸਾਹਿਬ। ਸ਼ਬਦ ਦਾ ਦੇਖੋ, ਆਪਾਂ ਹੁਣ ਆਪਣੇ ਮਾਲਵੇ ਚ ਝਾੜੂ ਨੂੰ ਆਪਾਂ ਸੂਣ ਕਹਿੰਦੇ ਸੀ, ਰੜਕਾ ਕਹਿੰਦੀਆਂ ਸੀ ਬੀਬੀਆਂ। ਜੇ ਸੂਣ ਜਦ ਉਹ ਹੋਰ ਘਸ ਜਾਂਦੀ, ਉਹਨੂੰ ਰੜਕਾ ਕਹਿੰਦੀਆਂ। ਹਾਂਜੀ, ਖੁਰਪਾ, ਬਹੁਤ ਸ਼ਬਦ ਆ ਜੀ ਜਿਹੜੇ ਹੁਣ ਆਪਾਂ ਪਤਾ ਹੀ ਨਹੀਂ ਅੱਜ ਕੱਲ ਦੇ ਜਵਾਕਾਂ ਨੂੰ ਜੀ, ਹਨਾ। ਬਹੁਤ ਸ਼ਬਦ ਜਿਹੜੇ ਚਲੇ ਗਏ। ਦੁਆਬੇ ਵਾਲਿਆਂ ਨੂੰ ਵੀ ਮੈਂ ਫੋਨ ਕਰਾਂ, ਬਹੁਤ ਸ਼ਬਦ ਨੇ। ਖੈਰ, ਜਿਹੜੇ ਥੋੜ੍ਹੇ ਜਿਹੇ ਫਰਕ ਹੈ, ਪਰ ਬਹੁਤ ਚੀਜ਼ਾਂ ਇਕੱਠੀਆਂ। ਮਾਝੇ ਵਾਲਿਆਂ ਨੂੰ ਦੋਨਾਂ ਦੇ ਸ਼ਬਦ, ਖੈਰ ਮੈਂ ਬਹੁਤ ਉਹਨਾਂ ਵਾਂਗੂ ਜਦ ਉਹਨਾਂ ਨਾਲ ਗੱਲ ਕਰਦਾ, ਉਹਨਾਂ ਵਾਂਗੂ ਹੀ ਬੋਲ ਲੈਂਦਾ। ਬਹੁਤ ਸ਼ਬਦ ਨੇ ਜਿਹੜੇ ਇਸ ਖਿੱਤੇ ਦੇ। ਬੋਲੀ ਬਹੁਤ ਬਦਲਦੀ ਆ। ਜਿਹੜੇ ਲੁਧਿਆਣੇ ਜ਼ਿਲ੍ਹੇ ਦੇ ਸ਼ਬਦ ਨੇ, ਮੋਗੇ ਨਾਲੋਂ ਬੜਾ ਫਰਕ ਆ, ਜਗਰਾਉਂ ਨਾਲੋਂ ਫਰਕ ਆ, ਮੋਗੇ ਦਾ ਗਾਂ ਬਠਿੰਡੇ ਨਾਲੋਂ ਫਰਕ ਆ। ਇਸ ਤਰ੍ਹਾਂ ਹੀ ਸਾਰੇ ਬਹੁਤ। ਮਾਲਪੁਰ ਤੋਂ ਲੈ ਕੇ ਗੜ੍ਹਸ਼ੰਕਰ ਦੀ ਵਿਚਲੀ ਬੋਲੀ ਆ ਜਿਹੜੀ, ਉਹ ਬਹੁਤ ਅਲੱਗ ਕਿਸਮ ਦੀ ਤੇ ਮਿੱਠੀ ਬੋਲੀ ਆ। ਉਹ ਅਕਸਰ ਗੱਲ ਜਦ ਕਰ ਹੈ ਭਾਜੀ ਹੈ ਭਾਜੀ, ਕਿੱਧਰ ਆ ਭਾਜੀ, ਉਹ ਬਹੁਤ ਸ਼ਬਦ ਬਹੁਤ ਪਿਆਰੇ ਨੇ। ਸਭ ਤੋਂ ਵੱਡਾ ਗੁਣ, ਗਾਲ ਨਹੀਂ ਕੱਢਦੇ। ਸਾਡੇ ਵਾਲੇ ਤੀਰ ਹੀ ਕੱਢਦੇ ਆ। A1 ਟਰੱਸਸ ਯੂ ਕੈਨ ਟਰਸਟ। A1 ਟਰੱਸਸ 604 580 2200। ਜੇ ਘੁੱਟ ਪੀਤੀ ਤੇ ਗਾਲ ਨਾ ਕੱਢਣਾ, ਸਵਾਦ ਹੀ ਨਹੀਂ ਆਇਆ ਅੱਜ ਤੱਕ। ਕੱਢ ਤਾਂ ਸਹੀ ਯਾਰ 5-4 ਪ੍ਰਾਹੁਣਿਆ, ਫਾਇਦਾ ਕੀ ਆ ਜੇ ਤੂੰ ਅੱਧੀ ਰਾਤ ਲਲਕਰਾ ਨਾ ਮਾਰੇ। ਮੱਗੇ ਤਾਂ ਕੱਢ ਮਾੜੇ ਜੇ। ਫਿਰ 4 ਦਿਨ ਫੁੱਫੜ ਨੇ ਰੱਜ ਰੁੱਝ ਕੇ ਵੀ 5ਵੇਂ ਦਿਨ ਜਦ ਤੁਰਨ ਲੱਗਣਾ, ਕਹਿੰਦਾ ਮਲੰਗਾਂ ਦੇ ਗਾਂ ਨੂੰ ਨਹੀਂ ਆਉਣਾ, ਇਹਨਾਂ ਨੇ ਸੇਵਾ ਕੀਤੀ। ਚੱਲ ਤੁਰ ਤਾਂ। ਭੂਆ ਫਿਰ ਆਕੜੀ ਹੁੰਦੀ ਆ, ਵੱਡੀ ਹੋ ਜਾਵੇ, ਜਾ ਤੂੰ, ਮੈਂ ਨਹੀਂ ਜਾਂਦੀ ਤੇਰੇ ਨਾਲ। ਹੁਣ ਕਿਹੜਾ ਨਵਾਂ ਮਕਲਾਵਾ, ਹੁਣ ਤਾਂ 35 ਸਾਲ ਹੋ ਗਏ, ਪੱਕੀ ਹੋ ਗਈ ਗੱਲ। 604 ਜਿਹੜੀਆਂ ਪਹਿਲਾਂ ਵਿਚਾਰੀਆਂ ਨਵ ਵਿਆਹੀਆਂ ਹੁੰਦੀਆਂ, ਉਹ ਜਦੇ ਕਹਿੰਦੀਆਂ ਭੱਜ ਕੇ ਵੀ ਹੁਣ ਨਹੀਂ ਇਹਨੇ ਟਿਕਣਾ, ਹੁਣ ਜਾਊ। ਫਿਰ ਉਹਨੂੰ ਚਾੜਨ ਭੇਜਣ ਆਉਂਦੇ, ਲਿਆਓ ਮੋਟਰਸਾਈਕਲ ਕੱਢੋ, ਮੋਟਰਸਾਈਕਲ ਸਟਾਰਟ ਕਰੋ, ਬਿਠਾਓ ਮੈਨੂੰ ਉੱਪਰ। ਲੱਤ ਘੁਮਾ ਕੇ ਉਹਨੂੰ ਬਿਠਾਉਂਦੇ, ਲੈ ਬਹਿ ਜਾ ਹੁਣ ਸਿੱਧੀ ਹੋ ਕੇ, ਤੇ ਪਿੰਡ ਜਾ ਕੇ ਖੜਾਊਂ ਸਿੱਧਾ। ਉੱਥੇ ਗਾਹਾਂ ਨੂੰ ਪਤਾ ਹੁੰਦਾ ਸੀਰੀਆਂ ਨੂੰ ਵੀ ਆ ਗਿਆ ਮੋਟਰਸਾਈਕਲ ਹੁਣ 11 ਵਜੇ। ਇਹਦਾ ਮਤਲਬ ਕੀ ਆ, ਉਹ ਮੋਟਰਸਾਈਕਲ ਘੋੜਿਆਂ ਵਾਂਗੂ ਫੜ ਲੈਂਦੇ ਤੇ ਸਰਦਾਰ ਉੱਪਰੋਂ ਉਤਰ ਜਾਂਦਾ। ਬਸ ਸੌਣਾ ਉੱਥੇ ਆ, ਪੁੱਠੇ ਮੂੰਹ ਡਿੱਗਣਾ ਜਾਂਦੇ, ਪਰ ਜਾਣਾ ਪਿੰਡ ਹੈ। ਇੱਧਰਲਾ ਸਾਰਾ ਖਰਾਬ। ਹਰਚੰਨ ਬਰਾੜ ਜੀ, ਲਾਈਨ ਨੰਬਰ 3। ਹਾਂਜੀ,
कसिया ले जाओ, होला ले जाओ, पिंदू फेर ले लो, डेले ले लो, पीला ले लो। ਪੋਲੀ ਉੜਦੀ ਹੈ। ਹਾਂਜੀ ਪੋਲੀ ਵੀ ਉੜਦੀ ਹੈ। ਪੋਲੀ, ਬਾਥੂ, ਕਰੋਂਡ, ਕਮਾਲ ਕਰਤੀ। ਜਦ ਵਿਰਕ ਸਾਹਿਬ ਭਾਊ ਕੀ ਆਉਂਦੇ ਜੇ? ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ। ਤੁਸੀਂ ਸੁਣਾਓ ਹਾਂ ਉਧਰਲੀ ਗੱਲ। ਸਾਡੇ ਤੇ ਨਾ ਸਾਰੇ ਪੰਜਾਬੀ ਹਰਿਆਣਵੀ ਚ ਰਲ ਮਿਲ ਕੇ। ਹਾਂ ਤੁਹਾਡਾ ਬਹੁਤ। ਮੈਂ ਉਹ ਬਾਈ ਜੀ ਖਹਿਰਾ ਸਾਹਿਬ ਨੇ ਨਾਲ ਤੁਹਾਡੇ ਪਿੰਡਾਂ ਤੋਂ ਜਲਵੇੜਿਓ, ਉਹਨਾਂ ਦੀ ਬੋਲੀ ਮੈਂ ਉਹਨਾਂ ਨੂੰ ਕਹੂੰਗਾ ਯਾਰ ਤੁਸੀਂ ਭਾਊ ਹੋ, ਤੁਹਾਡੀ ਬੋਲੀ ਕਿੱਧਰ ਗਈ? ਕਹਿੰਦਾ ਯਾਰ ਬਸ ਬੋਲੀ ਕਰਨਾਲ ਤੇ ਚੰਡੀਗੜ੍ਹ ਨੇ ਖਾ ਲਈ ਹੁਣ ਸਾਡੀ। ਅਸੀਂ ਤੇ ਘਰੋਂ ਨਿਕਲਦੇ ਸੀ ਤੇ ਸਾਡੀ ਹਰਿਆਣਵੀ ਸ਼ੁਰੂ ਹੋ ਜਾਂਦੀ ਸੀ। ਬਸ ਸਕੂਲ ਫਰੈਂਡ ਸਾਰਾ, ਪਿੰਡ ਵਿੱਚ ਵੀ ਸਾਰੇ, ਸਾਡੇ ਹਾਲੀ ਵੀ ਸਾਰੇ ਇਸ ਤਰ੍ਹਾਂ ਹੀ ਹੈ, ਸਾਰੀ ਹਰਿਆਣਵੀ ਨਾਲ ਰਲਿਆ ਪਿਆ। ਘਰਦਿਆਂ ਦੀ ਵੀ ਸਾਰੇ ਜਿੰਨੀ ਬੋਲੀ ਨਾ, ਮੈਂ ਤੁਹਾਨੂੰ ਹਾਸੋ ਹੀ ਨਹੀਂ ਗੱਲ ਦੱਸ, ਮੈਂ ਜਦੋਂ ਇਹ ਫੌਜ ਚ ਭਰਤੀ ਹੋਏ ਤੇ 4-5 ਜਣੇ ਸੀ ਤੇ ਮੇਰਾ ਫਰੈਂਡ ਸੀ ਇੱਕ ਜਿਹੜਾ ਉਧਰ ਬਰਾੜ ਸੀ ਫਰੀਦਕੋਟ ਵਾਲੇ ਪਾਸੇ ਦਾ, ਤੇ ਅਸੀਂ ਬਾਹਰ ਬੈਠੇ ਉੱਥੇ ਟ੍ਰੇਨਿੰਗ ਤੇ ਵਾਲ ਸਿਖਾਉਣ ਡਏ ਦੋਨੋਂ ਬੈਠੇ, ਤੇ ਉਹ ਮੈਨੂੰ ਕਹਿੰਦਾ ਮੇਰੀ ਢੂਈ ਤੇ ਖੁਰਕੀ ਜਰਾ। ਕਰਾਂ ਖੁਰਚਣੀ ਫੇਰ। ਹਾਂ ਕਹਿੰਦਾ ਢੂਈ ਤੇ ਖੁਰਕੀ। ਮੈਂ ਕਿਹਾ ਯਾਰ ਮੈਂ ਮਤਲਬ ਵੀ ਮੈਂ ਕਿਹਾ ਤੂੰ ਆਪਣੇ ਆਪ ਖੁਰਕ ਲੈ, ਢੂਈ ਤੇ ਮੈਨੂੰ ਕੱਢ ਦੇਣਾ। ਤੇ ਕਹਿੰਦਾ ਯਾਰ ਮੇਰਾ ਹੱਥ ਨਹੀਂ ਅੱਪੜਦਾ। ਪੁੱਠੀ ਗੱਲ ਹੋ ਗਈ। ਹੁਣ ਢੂਈ ਨੂੰ ਤੇ ਪਿੱਛੇ ਨੂੰ ਕਹਿੰਦੇ, ਥੱਲੇ ਨੂੰ ਢੂਈ ਨੂੰ ਕਹਿੰਦੇ ਜਿਹੜੇ। ਤੇ ਉਹ ਹਾਲੀ ਵੀ ਕਈ ਵਾਰੀ ਬਰਾੜ ਉਹ ਟਰਾਂਟੋ ਆ ਗਿਆ, ਮੈਂ ਗੱਲ ਕਰਨਾ ਫੋਨ ਕਰੀ ਮੈਨੂੰ। ਉਹ ਕਹਿੰਦਾ ਹੱਥ ਕਿਉਂ ਨਹੀਂ ਜਾਂਦਾ ਤੇਰਾ? ਖੇਸ ਉੱਤੇ ਲੈਣ ਲਈ ਬਠਿੰਡੇ 'ਚ ਤੂੜੀ ਵਾਲੇ ਨੂੰ ਦੋੜਾ ਕਹਿੰਦੇ ਉੱਥੇ। ਬਿਲਕੁਲ ਇਹ ਠੀਕ ਹੈ। ਝਾੜੂ ਨੂੰ ਅਸੀਂ ਬੌਕਰ ਕਹਿੰਦੇ ਆ, ਬਠਿੰਡੇ ਵਾਲੇ ਕਹਿੰਦੇ। ਝਾੜੂ ਦਾਣੇ ਕੱਢਣ ਵੇਲੇ ਵੜਦੇ ਆ ਪਿੰਡਾਂ 'ਚ, ਉਹਨੂੰ ਮਾਂਜਾ ਕਹਿੰਦੇ ਆ। ਵਾਕਈ ਸ਼ਬਦ ਹੈ ਇਹੀ ਪਿੰਡਾਂ 'ਚ ਸਾਡੇ, ਬੌਕਰ ਤੇ ਮਾਂਜਾ ਬਿਲਕੁਲ ਸ਼ਬਦ। ਫੌੜਾ ਜਿਹੜਾ ਗੋਹਾ ਟਾਲਣ ਲਈ, ਮੋੜਨ ਲਈ, ਤੇ ਸਬਰਕੱਤਾ ਜਿਹੜਾ ਉਹ ਦਾਣਿਆਂ ਲਈ ਹੈ। ਅੱਛਾ ਹਰਪ੍ਰੀਤ ਸ਼ੋਕਰੋਣੀ ਕਹਿੰਦੇ ਚੁਟਕੀ, ਮੁੱਠ, ਬੁੱਕ, ਲੱਪ, ਸੱਥਰੀ, ਕਲਾਵਾ, ਮਗਰੀ, ਪੰਡ, ਭਰੀ, ਖੇਤ ਛੱਡਦੇ, ਖੇਤੀ ਛੱਡਤੀ, ਪਸ਼ੂ ਮਾਲ ਡੰਗਰ ਲਵੇਰੇ ਛੱਡਦੇ। ਹੋਰ ਹੋ ਗਏ ਸਾਫ਼, ਚੁੱਲ੍ਹਾ ਟੈਕਸ ਮਾਫ ਆ ਆਪਣਾ। ਹੁਣ ਗੋਗੀ ਜੀ ਚੰਡੀਗੜ੍ਹੀਆ ਬਾਈ ਮੱਥਾ ਟੇਕਦੇ ਆ ਜੀ। ਮੱਥਾ ਟੇਕਦੇ ਆ ਜੀ ਤੁਹਾਨੂੰ ਵੀ। ਹਾਂ ਜੀ ਦੱਸੋ, ਸੁਣਾਓ ਤੁਸੀਂ ਆਪਣੇ ਪਿੰਡਾਂ ਦੀ। ਬਾਈ ਜਦ ਹੈਪੀ ਉਹਨੀ ਬੋਲ ਕੇ ਗਏ ਨਾ, ਮੈਂ ਕਿਹਾ ਮੈਂ ਆਪਣੇ ਪਾਪਾ ਜੀ ਨੂੰ ਚੇਤੇ ਕਰਦਾ ਜੀ। ਮੈਂ ਕਿਹਾ ਹੈਪੀ ਉਹਨਾਂ ਦਾ ਪਿੰਡ, ਸਾਡਾ ਪਿੰਡ ਉਸੇ ਕੰਨੀ ਹੈ, ਸਾਡੇ ਪਾਸੇ ਉਸ ਕੰਨੀ ਬੋਲਦੇ ਜੀ, ਸਾਡਾ ਪਿੰਡ ਭਟੇੜੀ ਹੈ। ਉਹ ਕਿਉਂਕਿ ਵਿੱਚੋਂ ਸੜਕ ਜਾਂਦੀ ਹੈ, ਬਾਈ ਉਹਨਾਂ ਦਾ ਘਰ ਹੈ। ਡੈਡੀ ਤੇ ਹੈਪੀ ਉਹਨਾਂ ਦੇ ਫਾਦਰ ਸਾਹਿਬ ਬਹੁਤ ਅੱਛੇ ਮਿੱਤਰ ਸੀ, ਭਲਵਾਨੀ ਕਰਦੇ ਰਹੇ ਜੀ ਇਹ। ਤੇ ਖਿਡਾਰੀ ਉੱਧਰ ਚੱਲਦੀ ਹੋਣੀ ਸੀ, ਤਾਂ ਮੈਨੂੰ ਅੱਖਾਂ ਦੇ ਮੂਹਰੇ ਉਹੀ ਆਪਣਾ ਸੈੱਲ ਦਿਖਦੀ ਸੀ ਜੀ ਇਹਨਾਂ ਦੇ ਘਰਾਂ ਦੇ ਲਾਗੇ ਛਾਗੇ। ਤੇ ਮੈਂ ਕਿਹਾ ਜੀ ਚੇਤਾ ਕਰਾਤਾ ਜੀ। ਤੇ ਰਾਤ ਨੂੰ ਜਦੋਂ ਗੁੜ ਕੱਢਣਾ ਕਹਿਣਾ ਚਲੋ ਬਈ ਮੰਦਿਰ ਤੋਂ ਸੜਕ ਪਾਰ ਕਰਕੇ ਚਲੋ ਵੀ ਸੈੱਲ ਵਾਲਿਆਂ ਦੇ ਗੁੜ ਖਾ ਕੇ ਆਈਏ। ਵਾਹ ਜੀ ਵਾਹ। ਅੱਛਾ ਰੱਸਾ, ਸਾਡੇ ਛੋਟੇ ਨੂੰ ਰੱਸਾ, ਰੱਸੇ ਤੋਂ ਜਿਹੜਾ ਲੰਮੀ ਜਿਹੜੀ ਰੱਸਾ ਉਹਨੂੰ ਲਾਸ ਕਹਿੰਦੇ। ਛੱਛਾ ਨਾ ਲਾਸ, ਉਹ ਕਹਿੰਦਾ ਲਾਸ ਭਰਾਓ ਇਹ ਖੂਹ 'ਚ। ਲਾਸ ਸ਼ਬਦ ਯਾਰ ਬਹੁਤ ਅਸੀਂ ਤਾਂ ਛੱਡਤੇ ਬਹੁਤ। ਵਿਰਕ ਉਹਨਾਂ ਦੀ ਗੱਲ ਮੈਨੂੰ ਹੁਣ ਵੀ ਹਸਾਈ ਜਾਂਦੀ ਹੈ। ਇੱਧਰ ਬਰਬਲਜ਼ ਤੇ ਆਹ ਪਿੱਛੇ ਰਹਿ ਗਈਆਂ। ਮੈਨੇਜਰ ਗੇੜੇ ਮਾਰਦਾ ਫਿਰਦਾ, ਕੀ ਕਰਾਂ, ਜਾਨ ਕੱਲੀ ਹੈ, ਪੰਗੇ ਬਾਹਲੇ ਹੈ। ਹਰਜੀਤ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ? ਲਾਈਨ ਨੰਬਰ 2। ਹੈਲੋ ਸਤਿ ਸ਼੍ਰੀ ਅਕਾਲ ਹਰਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਰਜੀਤ, ਸ਼ਬਦ ਵੀ ਆਪਣੇ ਕਾਫੀ ਭੁੱਲ ਜਾਂਦੇ ਤੁਸੀਂ। ਮੈਂ ਇੱਕ ਹੋਰ ਵੀ ਦੇਖਿਆ ਵੀ ਕਦੇ ਪੰਜਾਬੀ ਲਿਖ ਕੇ ਦੇਖਿਓ, ਉਹਦੇ ਵਿੱਚ ਵੀ ਬਹੁਤ ਭੁੱਲ ਗਏ ਜੀ, ਭੁੱਲ ਗਏ। ਲਿਖਣੀ ਭੁੱਲ ਗਏ, ਪੱਟੇ ਗਏ ਜਮਾਂ ਹੀ। ਨਹੀਂ ਪਹਿਲਾਂ ਆਪਾਂ ਬੋਲਦੇ ਸੀ, ਮੈਨੂੰ ਆਪਾਂ ਨੂੰ ਕਦੇ ਲਿਖੀ ਨਹੀਂ, ਆਪਾਂ ਨੂੰ ਬੜਾ ਕੌਨਫੀਡੈਂਸ ਹੁੰਦਾ ਸੀ, ਆਪਾਂ ਤਾਂ ਬਹੁਤ ਜਾਣਦੇ ਹਾਂ। ਮੈਂ 1-2 ਵਾਰੀ ਟਰਾਈ ਕੀਤੀ, ਮੈਨੂੰ ਤਾਂ ਬੜਾ ਔਡ ਜਿਹਾ ਲੱਗਿਆ, ਬਹੁਤ ਔਖਾ ਲੱਗਿਆ ਜੀ, ਬਹੁਤ ਫਰਕ ਪੈ ਗਿਆ। ਤੇ ਦੂਜੀ ਗੱਲ ਮੈਂ ਇੱਕ ਸ਼ਬਦ ਪੁੱਛਣਾ ਵੀ ਆਪਣੇ ਏਰੀਏ 'ਚ ਬਹੁਤ ਚੱਲਦਾ, ਹੋਰ ਵੀ ਚੱਲਦਾ ਹੋਊ, ਮੈਨੂੰ ਇਹਦਾ ਅੱਜ ਤੱਕ ਨਹੀਂ ਪਤਾ ਲੱਗਿਆ। ਦੇਖਣਾ ਵੀ ਕਈ ਯਾਰ ਨਾ ਕੋਈ ਬੰਦਾ ਬੈਠਿਆ ਇਕੱਠੇ ਬੰਦੇ, ਕੋਈ ਬੰਦਾ ਬਹੁਤ ਕਾਹਲੀ ਜੀ ਕਰਦਾ ਵੀ ਮੈਂ ਚੱਲਿਆ, ਤੂੰ ਮਤਲਬ ਜਾਣ ਦੀ ਗੱਲ ਕਰਦਾ ਕਿਤੇ, ਉਹ ਪਤਾ ਕੀ ਜੋ ਬੈਠੇ ਹੁੰਦੇ ਉਹਨੂੰ ਕਹਿੰਦੇ ਤੂੰ ਕਲਾਖਰ ਨੂੰ ਜਾਣਾ,
ਇਹ ਕਲਾਖਰ ਕੀ ਸ਼ਬਦ ਆ? ਦੂਰ ਦਾ ਸ਼ਬਦ ਸੀ, ਦੂਰ ਦਾ। ਬਈ ਕਲਾਖਰ ਕੋਈ ਉਧਰ ਅਫਗਾਨਿਸਤਾਨ ਵਾਲੇ ਪਾਸੇ ਉਹਨੂੰ ਕਹਿੰਦੇ ਕਲਾਖਰ ਜਾਣਾ ਤਾਂ। ਪਤਾ ਨਹੀਂ ਲੱਗਿਆ ਵੀ ਕਿਹੜੇ ਏਰੀਆ ਦਾ ਨਾਮ। ਅੱਛਾ, ਬੋਲੀ ਬਾਰੇ ਮੈਂ ਬੇਨਤੀ ਕਰਾਂ, ਇੱਕ ਨਾ ਲਿਪੀ ਹੈ ਜਿਹੜੀ, ਉਹਨੂੰ ਡਾਊਨਲੋਡ ਕਰੋ ਤੇ ਮੈਂ ਸਾਰਿਆਂ ਨੂੰ, ਤੁਸੀਂ ਜਿੰਨੇ WhatsApp ਤੇ ਮੇਰੇ ਹੋ ਸਾਰਿਆਂ ਨੂੰ ਮੈਂ ਪੰਜਾਬੀ 'ਚ ਲਿਖਦਾ ਤੁਹਾਨੂੰ। ਮੈਂ ਚਾਹੁੰਦਾ ਵੀ ਤੁਸੀਂ ਵੀ ਪੰਜਾਬੀ 'ਚ ਲਿਖਿਆ ਕਰੋ। ਤੇ ਲਿਪੀਕਾਰ ਹੈ ਜਿਹੜੀ, ਉਹ ਬੋਲੀ ਬਹੁਤ ਵਧੀਆ ਹੈ ਤੇ ਐਪ ਹੈ, ਤੇ ਉਹਨੂੰ ਆਰਾਮ ਦੇ ਨਾਲ ਡਾਊਨਲੋਡ ਕਰੋ ਤੇ ਉਹਦੇ ਤੇ ਨਾ ਦੇਸ਼ ਪੰਜਾਬੀ, ਸੌਰੀ DESH ਦੇਸ਼ ਪੰਜਾਬੀ ਕੀਵਰਡ, ਅੰਗਰੇਜ਼ੀ ਲਿਖਣੀ ਆ ਤੁਸੀਂ, ਉਹ ਪੰਜਾਬੀ ਦੇ ਵਿੱਚ ਲਿਖੀ ਜਾਂਦੀ ਹੈ। ਜਗਦੀਪ ਲੱਕੀ ਧਾਲੀਵਾਲ ਜੀ। ਹਾਂਜੀ ਗਿੱਲ ਸਾਹਿਬ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ ਜੀ। ਬਾਈ ਜੀ, ਇਹ ਤੁਸੀਂ ਅੱਜ ਉਹ ਚੀਜ਼ਾਂ ਪੇਸ਼ ਕਰਤੀਆਂ ਜਿਹੜੀਆਂ ਅਸੀਂ ਚੀਜ਼ਾਂ ਲੋਪ ਹੋ ਗਈਆਂ ਜੀ। ਹੋਰ ਆਪਣੇ ਤੋਂ ਖੋ ਗਈਆਂ ਜੀ ਇਹ ਧਾਲੀਵਾਲ ਜੀ। ਹਾਂ ਭਲ ਸਾਡੇ ਇੱਧਰ ਫਰੀਦਕੋਟ ਸੀਗੇ ਸਾਡੇ ਸ਼ਿਕਾਰੀ ਭਾਈ, ਤੇ ਅਸੀਂ ਉੱਥੇ ਚੱਲ ਗਏ ਤੇ ਸਾਡੇ ਜਿਹੜੇ ਗੰਨੇ ਦੀਆਂ ਨੂੰ ਕਹਿੰਦੇ ਆ ਲਗੋਰੀਆਂ ਜੀ, ਉੱਧਰ ਗਏ ਤੇ ਜਿੱਦਾਂ ਨਿਆਣੇ ਜਿੱਦਾਂ ਹੁੰਦੇ ਆ, ਉਹ ਕਮਾਦ ਕੁਤਰਿਆ ਤੇ ਉਹ ਵਿੱਚੋਂ ਚੁਗਣ ਤੋਂ ਉਹਨਾਂ ਦਾ ਬਜ਼ੁਰਗ ਕਹਿੰਦਾ ਦੇਖ ਕੁੜੀ ਆਵੇ, ਕਹਿੰਦਾ ਦੇਖ, ਕਹਿੰਦਾ ਡੋਕੇ ਖਰਾਬ ਕਰੀ ਜਾਂਦੇ ਆ। ਹਾਂਜੀ, ਕਹਿੰਦਾ ਡੋਕੇ ਖਰਾਬ ਕਰੀ ਜਾਂਦੇ। ਤੇ ਅਸੀਂ ਕਿਹਾ ਵੀ ਲੈ ਫੇਰ ਵਧੀਆ ਜੇ ਨਿਆਣੇ ਤੁਹਾਡੇ ਡੋਕੇ, ਸਾਡੇ ਡੋਕੇ ਕਹਿੰਦੇ ਆ ਜੀ ਮਈਆਂ ਦੇ ਜਦੋਂ ਆਪਾਂ ਚੋਲੇ ਡੋਕੇ ਪੈਂਦੇ ਆ। ਅਸੀਂ ਕਿਹਾ ਦੱਸ ਹੈ ਬੁੜਾ ਕਿੱਡਾ ਕਮਲਾ ਜੇ ਨਿਆਣੇ ਦੁੱਧ ਪੀਂਦਾ ਪੀਣ ਦਾ। ਉਹ ਮੁੰਡਾ ਉਹਨਾਂ ਦਾ ਕਹਿੰਦਾ, ਸਾਡਾ ਯਾਰ ਦੀ ਕਹਿੰਦਾ, ਭਰਾਵਾ ਸਾਡੇ ਇਹਨੂੰ ਤੁਹਾਡੇ ਹੋਰ ਕੁਝ ਕਹਿੰਦੇ ਹੋਣੇ, ਸਾਡੇ ਹੋਰ ਕੁਝ ਕਹਿੰਦੇ ਆ ਤੇ ਸਾਡੇ ਆ ਬਹੁਤ ਫਰਕ ਹੈ ਜੀ। ਇਹ ਚੀਜ਼ਾਂ ਲੋਪ ਹੋਈ ਜਾਂਦੀਆਂ ਜੀ ਸਾਰੀਆਂ ਜੀ। ਇਹਨੂੰ ਆਪਾਂ ਤੋਰਾਂਗੇ, ਹੁਣ ਸੁਣਾਇਆ ਕਰਾਂਗੇ ਹਫ਼ਤੇ 'ਚ ਇੱਕ ਦਿਨ ਜ਼ਰੂਰ। ਜਗਦੀਪ ਬਰਾੜ ਜੀ, ਕੌੜੀਆਂ ਵਾਲੇ, ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ। ਪੰਜਾਬੀ ਲਿਖਣ ਵਾਲੀ ਗੱਲ ਜਿੱਦਾਂ ਤੁਸੀਂ ਪਹਿਲੇ ਦਿਨ ਕਿਹਾ ਸੀ, ਆਪਾਂ ਤਾਂ ਉਹਦੇ ਤੋਂ ਜਿੱਥੇ ਵੀ ਮੈਸੇਜ ਕਰਨਾ ਭਾਵੇਂ ਟਾਈਮ ਲੱਗ ਜੇ ਪੰਜਾਬੀ ਜੀ ਲਿਖੀ ਦਾ, ਇੰਗਲਿਸ਼ ਲਿਖਿਆ ਦੂਗਾ। ਤੇ ਦੂਜੀ ਗੱਲ ਬਾਈ, ਹਰੇਕ ਏਰੀਏ ਦੀ ਨਾ ਅੱਡ ਵੱਡੀ ਬੋਲੀ ਦਾ ਜਿਵੇਂ ਦੱਸਿਆ ਫਰਕ ਪੈਂਦਾ ਆ। ਸਾਡੇ ਇੱਧਰ ਜਿਵੇਂ ਕਈ ਥਾਈਂ ਚਾਟੀ ਕਹਿੰਦੇ, ਸਾਡੇ ਰਿੜਕਣਾ ਕਹਿੰਦੇ ਸੀ, ਤੇ ਜਿਹੜਾ ਰਿੜਕਣੇ ਨੂੰ ਕੂਜਦੇ ਸੀ ਉਹਨੂੰ ਕੂਚਣ ਕਹਿੰਦੇ ਸੀ। ਉਹ ਸਪੈਸ਼ਲ ਬਣੀ ਸੀ, ਪਤਾ ਨੀ ਕਈ ਦੀਆਂ ਜੜਾਂ ਕੇ ਕਾਹਦੀਆਂ ਛੋਟੀ ਉੱਤੇ ਲੋਹੇ ਦਾ ਬੰਦ ਜਿਹਾ ਚੜਾਇਆ ਹੁੰਦਾ ਸੀ ਉਹਦੇ ਤੇ ਜਮਾਈਆਂ ਫਿਰ ਪੂਰੇ ਜ਼ੋਰ ਨਾਲ ਕੂਚਦੀਆਂ ਸੀ, ਲੱਸੀ ਫਿਰ ਵਧੀਆ ਬਣਦੀ ਸੀ, ਦਹੀਂ ਵਧੀਆ ਜੰਮਦੀ ਸੀ। ਤੇ ਜਿਹੜੀ ਤੁਸੀਂ ਬਲਟੋਈ ਦੀ ਗੱਲ ਕੀਤੀ ਆ, ਬਜ਼ੁਰਗ ਗੱਲ ਸੁਣਾਉਂਦੇ ਹੈ ਥੋੜੀ ਹਾਸੇ ਵਾਲੀ। ਉਹ ਕੋਈ ਮੀਰੀਆ ਦਾ ਨਾ ਗਵਾਂਢੀਆਂ ਦੀ ਬਲਟੋਈ ਮੰਗ ਕੇ ਲੈ ਗਿਆ, ਉਹਨੇ ਬਾਹਰ ਵਿਆਹ ਤੇ ਦੁੱਧ ਲੈ ਕੇ ਜਾਣਾ ਸੀ ਤੇ 5-7 ਦਿਨਾਂ ਦਾ ਮੋੜਨਾ ਤੇ ਨਾਲ ਇੱਕ ਗਵੜੀ ਦੇ ਗਿਆ ਪਿੱਤਲ ਦੀ ਛੋਟੀ ਜੀ। ਤੇ ਉਹ ਕਹਿੰਦੇ ਵੀ ਇਹ ਕੀ, ਕਹਿੰਦੇ ਜੀ 4-5 ਦਿਨ ਲੱਗ ਗਏ ਤੇ ਨਾ ਨਿੱਕਾ ਜਿਹਾ ਲਾੜਲਾ ਜਿਹਾ ਬੱਚਾ ਦਿੱਤਾ ਤੁਹਾਡੀ ਬਲਟੋਈ ਨੇ। ਤੇ ਉਹਨਾਂ ਨੇ ਆਖਿਆ ਵੀ ਇਹਦਾ ਕੰਮ ਵਧ ਗਿਆ। ਤੇ ਮਹੀਨੇ ਕੇ ਬਾਅਦ ਫੇਰ ਲੈ ਗਿਆ ਬਹਾਨੇ ਜੇ ਨਾ ਕਿਤੇ, ਤੇ ਜਦੋਂ ਨਾਮ ਮੋੜੀ 15-20 ਦਿਨ ਤੇ ਢਿੱਲਾ ਜਿਹਾ ਮੂੰਹ ਕਰਕੇ ਆ ਗਿਆ। ਤੇ ਉਹ ਕਹਿੰਦੇ ਵੀ ਕਿਵੇਂ ਕੀ ਗੱਲ ਬਣੀ, ਢਿੱਲਾ ਜਿਹਾ ਫਿਰਦਾ। ਕਹਿੰਦਾ ਯਾਰ ਤੁਹਾਨੂੰ ਇੱਕ ਮਾੜੀ ਖਬਰ ਦੇਣੀ ਸੀ, ਉਹਦਾ ਕੀ ਗੱਲ। ਕਹਿੰਦਾ ਵੀ ਜਦੋਂ ਬਲਟੋਈ ਬੱਚਾ ਦੇਣ ਲੱਗੀ ਨਾ ਤੇ ਉਹ ਪੂਰੀ ਹੋ ਗਈ ਤੇ ਅਸੀਂ ਤਾਂ ਸਪੁਰਦੇ ਖਾ ਕਰਤੀ। ਕਹਿੰਦਾ ਧੰਨਵਾਦ। ਥੈਂਕ ਯੂ ਸਰ। ਨਰਿੰਦਰ ਸਿੰਘ ਜੀ, ਲਾਈਨ ਨੰਬਰ 5। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਗਿੱਲ ਸਾਹਿਬ, ਸਾਡੇ ਦੁਆਬੇ 'ਚ ਆਪਣੇ ਤੜਕੇ ਨੂੰ ਤੁੜਕਾ ਕਹਿੰਦੇ ਜੀ। ਹਾਂ, ਤੁੜਕਾ ਕਹਿੰਦੇ ਆ, ਬਿਲਕੁਲ। ਹਾਂਜੀ, ਤੇ ਇੱਕ ਮੇਰੇ ਇਨ-ਲॉज ਮਾਲਵੇ ਦੇ ਨੇ, ਤੇ ਇੱਕ ਵਾਰੀ ਮੇਰੇ ਫਰੈਂਡ ਉੱਥੇ ਗਏ ਤੇ ਉਹਨਾਂ ਨੇ ਕਿਹਾ ਜੀ ਕਿ ਨਾਮ ਰੋਟੀ ਤੋਂ ਬਾਅਦ ਚਾਹ ਕਿੱਥੇ ਪੀਣੀ ਆ, ਚੁਬਾਰੇ 'ਚ ਪੀਣੀ ਆ ਕਿ ਵਿਹੜੇ 'ਚ ਪੀਣੀ ਆ। ਉਹ ਕਹਿੰਦਾ ਵਿਹੜੇ 'ਚ ਤਾਂ ਬੈਠੇ ਹੀ ਆ, ਚੁਬਾਰੇ ਪੀ ਲਾਂਗੇ। ਤੇ ਉਹਨਾਂ ਨੇ ਆਵਾਜ਼ ਮਾਰੀ, ਕਹਿੰਦਾ ਵੀ ਲਿਆਓ ਚਾਹ। ਉਹ ਜੋ ਚਾਹ ਸੀ ਬਾਟੇ 'ਚ ਵੱਡੇ, ਉਹ ਕਹਿੰਦੇ ਕੱਪ ਨੂੰ ਤਾਂ ਕਹਿੰਦੇ ਆ ਵਿਹੜਾ ਤੇ ਬਾਟੇ ਨੂੰ ਕਹਿੰਦੇ ਚੁਬਾਰਾ। ਗੁਰਜੰਟ ਸਿੰਘ ਜੀ, ਲਾਈਨ ਨੰਬਰ 1। ਗੁਰਜੰਟ ਸਿੰਘ ਜੀ। ਹੈਲੋ, ਸਤਿ ਸ੍ਰੀ ਅਕਾਲ ਬਾਈ ਜੀ। ਜੀ ਸਤਿ ਸ੍ਰੀ ਅਕਾਲ ਬਾਈ ਜੀ। ਅੱਜ ਵਾਹਵਾ ਟੌਪ ਤੁਸੀਂ ਹਾਸੇ ਵਾਲਾ ਚਲਾ ਲਿਆ। ਅੱਗੇ ਤੁਸੀਂ ਆਹ ਗੱਲ ਚੱਲ ਰਹੀ ਸੀਗੀ ਜਿਹੜਾ ਇੱਕ ਡੋਲੇ ਵਾਲੀ, ਉਹ ਸਾਡੇ ਪਿੰਡੋਂ ਇੱਕ ਬਰਾਤ ਗਈ ਤੇ ਉਹਨਾਂ ਦੇ ਰਿਸ਼ਤੇਦਾਰ ਸੀ ਇੱਧਰੋਂ ਆਏ, ਜਿੱਧਰ ਆ ਡੋਲਾ ਬੋਲਦੇ ਇਸ ਏਰੀਏ ਚੋਂ, ਤੇ ਉਹ ਚਲੇ ਗਏ ਬੇਟ ਦੇ ਵਿੱਚ ਬਰਾਤ ਆ। ਤੇ ਉਦੋਂ ਕੋਰਿਆਂ ਤੇ ਬਿਠਾ ਕੇ ਰੋਟੀ ਖਵਾਉਂਦੇ ਹੁੰਦੇ ਸੀਗੇ। ਤੇ ਇੱਕ ਉਹਦੀ ਕੋਈ ਜੁੱਤੀ ਤੇ ਕਿਸੇ ਦੀ ਸੋਹਣੀ ਸੀਗੀ, ਤੇ ਉਹ ਕਹਿੰਦਾ ਮੈਂ ਜੁੱਤੀ ਕਿੱਥੇ ਲਾਵਾਂ। ਦੂਜਾ ਨਾ ਇੱਥੇ ਡੋਲੇ 'ਚ ਲਾ ਦੇ। ਤੇ ਜੇ ਉੱਥੇ ਉਹਨਾਂ ਦੀ ਬੋਲੀ ਹੋਰ ਸੀਗੀ, ਤੇ ਉਹ ਜਿਹੜੇ ਖੜੇ ਸੀ ਕੋਲੇ, ਉਹ ਅੱਖਾਂ ਜੀਆਂ ਕੱਢਣ ਉਹਦੇ ਹਲ ਵੀ ਕੀ ਗੱਲ ਬੋਲਿਆ। ਉਹ ਕਹਿੰਦਾ ਯਾਰ ਇੱਥੇ ਤਾਂ ਸੂਰ ਨੀ, ਮੈਂ ਕਿੱਥੇ ਲਾਵਾਂ। ਉਹ ਕਹਿੰਦਾ ਡੋਲੇ 'ਚ ਲਾ ਦੇ। ਉਹਨਾਂ ਫੜ ਕੇ ਉਹਨੂੰ ਸੁਣ ਜੇ 2-4 ਮਾਰੇ ਤੇ ਉਹਨੇ ਕੀ ਗੱਲ ਹੋ ਗਈ।
ਉਹਦਾ ਸਾਲਾ ਲੱਗਦਾ ਡੋਲੇ 'ਚ ਹੁਣੇ ਜੁੱਤੀ ਰੱਖਣ ਵਾਲਾ। ਜਗਜੀਤ ਸਿੰਘ ਬਰਾੜ ਜੀ, ਤੁਸੀਂ ਯਾਦ ਰੱਖਦੇ ਹੋ ਸ਼ਬਦ ਸਾਰੇ? ਗਿੱਲ ਸਾਹਿਬ ਨੇ ਟਾਈਮ ਰਹਿ ਗਿਆ ਥੋੜਾ ਤੇ ਮੈਨੂੰ ਕੰਮ ਸੀ ਤੇ ਮੈਂ ਹੁਣੇ ਆਨ ਕੀਤਾ, ਗੱਲਾਂ 2-4 ਹੀ ਸੁਣੀਆਂ। ਅਸੀਂ ਬਠਿੰਡੇ ਦਾ ਨਾਂ ਨਾ ਬਦਲੀਏ, ਕਿਸੇ ਢੰਗ ਨਾਲ ਬਦਲ ਜੂਗਾ। ਕਾਹਦੇ ਲਈ? ਹਾਂ ਯਾਰ, ਸਾਡੇ ਤੇ ਸਾਰੀ ਗੱਲ ਕਦੇ ਨਾ, ਤੁਹਾਡੀ ਬੋਲੀ ਦੀ ਗੱਲ ਕਰਦੇ ਆ, ਖਾਸ ਬੋਲੀ ਆ ਤੁਹਾਡੀ। ਉਹ ਜਿਹੜੇ ਦੋਲੇ ਹੁੰਦੇ ਸੀ ਨਾ, ਉਹ ਸੂਤੀ ਹੁੰਦੇ ਸੀਗੇ ਜੀ। ਹੁਣ ਅੱਜ ਕੱਲ ਦੋਲੇ ਹੈ ਹੀ ਨਹੀਂ ਤੇ ਉਹ ਪੱਲੀਆਂ ਹੋ ਗਈਆਂ ਅੱਜ ਕੱਲ। ਹਾਂ, ਪੱਲੀਆਂ ਹੋ ਗਈਆਂ। ਅੱਛਾ, ਦੋਲਾ ਬੰਨਣਾ ਬਹੁਤ ਔਖਾ ਸੀ ਬਰਾੜ ਸਾਹਿਬ, ਉਹਨੂੰ ਜਾਨ ਚਾਹੀਦੀ ਸੀ ਗੁੱਠਾਂ ਕਰਨ ਲਈ ਉਹਦੀਆਂ। ਬਿਲਕੁਲ ਜੀ, ਉਹ ਨਾ 2 ਹੀ ਪੱਟਾ ਹੁੰਦਾ ਸੀ, ਉਹਨੇ ਵਰਦਾ ਉਹ 2 ਪੱਲੇ ਜੋੜੇ ਹੁੰਦੇ ਸੀ। ਵਾਹ, ਤਾਂ ਉਹਨੂੰ ਦੋਲਾ ਕਹਿ ਦਿੰਦੇ ਸੀ। ਹੁਣ ਤਾਂ ਹੈ ਨਹੀਂ ਗੇ ਦੋਲੇ। ਉਹ ਬਹੁਤ ਵੱਡੀ ਗੱਲ ਹੈ। ਉਹਨੂੰ ਧੋਣਾ ਬਹੁਤ, ਮਾਵਾਂ 'ਚ ਜਾਨ ਕਿੰਨੀ ਸੀ। ਅਵਤਾਰ ਸਿੰਘ ਜੀ ਜੰਡੀ ਸਾਹਿਬ, ਡਾਕਟਰ ਸਾਹਿਬ। ਚਲੋ ਗਿੱਲ ਸਾਹਿਬ ਇੱਥੇ ਨਹੀਂ, ਮੈਂ ਹੁਣ ਜਦੋਂ ਇੰਡੀਆ ਗਿਆ ਸੀ, ਮੈਂ ਲਿਆਉਣ ਲਈ ਮੈਂ ਕਿਹਾ ਜਦੋਂ ਸ਼ੱਕਰ ਪਾਉਂਦੇ ਆ ਤਾਂ ਛੋਟੇ ਬ੍ਰਦਰ ਦੇ ਬੇਟੇ ਨੂੰ ਕਿਹਾ, ਮੈਂ ਕਿਹਾ ਵੀ ਉਧਰੋਂ ਹਵੇਲੀਓਂ ਮੈਂ ਕਿਹਾ ਘੋੜੀ ਲੱਭ ਕੇ ਲਿਆਓ, ਮੇਰੇ ਮੂੰਹ ਵੱਲ ਦੇਖੇ ਘੋੜੀ ਗਈ। ਮਤਲਬ ਆਪਾਂ ਹੀ ਨਹੀਂ ਭੁੱਲੇ, ਉੱਥੇ ਵੀ ਭੁੱਲ ਗਏ, ਜਿਹੜੇ ਉੱਥੇ ਰਹਿੰਦੇ ਉਹ ਹੀ ਭੁੱਲ ਗਏ। ਉਹਨੂੰ ਪਤਾ ਹੀ ਨਹੀਂ ਵੀ ਜਿੰਨਾ ਸ਼ੱਕਰ ਪਾਉਂਦੇ ਉਹਨੂੰ ਘੋੜੀ ਕਹਿੰਦੇ ਆ। ਹਾਂ, ਮਤਲਬ ਉੱਥੇ ਵੀ ਭੁੱਲ ਗਏ। ਥੈਂਕ ਯੂ ਜੰਡੀ ਸਾਹਿਬ। ਗਗਨ ਨਾਹਲੂਗਾ, ਵਕੀਲ, ਕ੍ਰਿਮੀਨਲ ਡਿਫੈਂਸ ਲਾਇਰ। ਲਓ ਜੀ, ਹੁਣ ਮੇਰੀ ਬੱਸ ਆ, ਹੁਣ ਤੁਹਾਡੇ ਨਾਲ ਗੱਲ ਨਹੀਂ ਹੋਣੀ, ਐਡਾਂ ਵੀ ਚਲਾਉਣੀਆਂ ਨੇ, ਕੀ ਕਰਾਂ ਮੈਂ, ਬਾਹਲਾ ਕੀੜਾ ਚੜਿਆ ਰਹਿੰਦਾ। ਅੱਜ 5 ਇੰਟਰਵਿਊਆਂ ਸੀ, ਕਰਾਂ ਤੇ ਕਰਾਂ ਕੀ। ਮੋਹਨ ਸਿੰਘ ਤਾਇਆ ਕਹਿੰਦਾ ਦਾਰੂ ਘੱਟ ਤੇ ਗੱਲਾਂ ਵੱਧ। ਸੋ ਕਈ ਵਾਰ ਪੁਰਾਣੇ ਬਜ਼ੁਰਗਾਂ ਦੀਆਂ ਯਾਦ ਗੱਲਾਂ ਆਉਂਦੀਆਂ। ਅੱਜ ਮੈਂ ਬਹੁਤ ਗੱਲਾਂ ਤੁਹਾਡੇ ਨਾਲ ਕਰਨੀਆਂ ਸੀ। ਸ਼ਬਦ ਮੈਨੂੰ ਹੁਣ ਔੜਨ ਲੱਗੇ ਸੀ, ਜਾਨੂੰ ਸਮਾਨ ਨਿਕਲਿਆ, ਸ਼ਿਕਾਰ ਨਿਕਲਿਆ, ਤਾਂ ਫਿਰ ਬਾਈ ਲੱਕੀ ਧਾਲੀਵਾਲ ਉਹਨਾਂ ਦੀ ਗੱਲ ਪੂਰੀ ਹੋ ਜਾਣੀ ਆ। ਉਹ ਤਾਂ ਕੁੱਤੀ ਖਾਜ ਕਰਨ ਲੱਗ ਗਈ ਸ਼ਿਕਾਰ ਦੇਖ ਕੇ। ਸ਼ਬਦ ਤਾਂ ਹੋਰ ਸੀ, ਮੇਰੇ ਤੇ ਕਹਿ ਨਹੀਂ ਹੋਇਆ। ਅਤੇ ਫਿਰ ਹੁਣ ਸੋਮਵਾਰ ਨੂੰ ਹੁੰਦਾ ਜੀ ਸੇਵਾ 'ਚ ਹਾਜ਼ਰ, ਇਹੀ ਕਰ ਹੋ। ਹੋਰ ਤਾਂ ਗੱਲ ਮੇਰੇ ਹੱਥ 'ਚ ਪੱਲੇ ਰਹੀ ਨਹੀਂ। ਨਗਰ ਕੀਰਤਨ ਕੱਲ੍ਹ ਨੂੰ ਕਲੋਨਾ ਅਤੇ ਕੈਂਬਲੂਸ ਅਤੇ ਲਿੰਡਨ 'ਚ ਨੇ। ਨੇੜੇ ਦੇ ਗੁਰੂ ਘਰਾਂ 'ਚ ਪਹੁੰਚਿਓ। ਛੋਟੀ ਕਮਿਊਨਿਟੀ ਦੇ ਵਿੱਚ ਸਾਨੂੰ ਜਾਣਾ ਜ਼ਰੂਰੀ ਹੈ, ਅਤੇ ਉਹਨਾਂ ਨੂੰ ਵੀ ਬੇਨਤੀ ਆ ਵੀ ਵੰਡ ਕੇ ਨਗਰ ਕੀਰਤਨ ਕਰਿਆ ਕਰੋ, ਅਸੀਂ ਸਾਰੀ ਜਗ੍ਹਾ ਪਹੁੰਚ ਸਕੀਏ। ਰੱਬ ਰੱਖ।